ਲਾਣੀਆਂ ਨਸੀਰ ਭਾਈ ਮੈਂ ਤਕਰੀਬਨ ਮੈਂ ਦੂਜੀ ਅਕਾਊਂਟ ਤੇ ਜਿਹੜੇ ਇਹਨਾਂ ਨੇ ਮੋਟੇ ਬੰਦੇ ਨੇ ਨਾ ਮੈਂ ਉਹਨਾਂ ਕੀ ਸ਼ੇਅਰ ਕੀਤਾ ਹੈ ਪੈਗਾਮ ਜਿਹੜਾ ਤਕਰੀਬਨ ਕੋਈ 3 ਸੈਕਿੰਡ ਦਾ ਕੱਲ ਜ਼ਾਹਿਰ ਉਸ ਤੋਂ ਬਾਅਦ ਜਦੋਂ ਵੀ ਮੈਨੂੰ ਬਰਾਡ ਲੱਗੀ ਹੈ ਰਜਾ ਤਾਂ ਮਨਾਉਣ ਚੜ ਗਿਆ ਨਾ ਬੋਲੇ ਉਹ ਸਵੇਰੇ ਇਹਨਾਂ ਨੇ ਬਰਾਡ ਮੇਰੇ ਹਾਲ ਕਿ ਜਰਮਨੀ ਚ ਇਹਨਾਂ ਨੇ ਘੰਟਾ ਆ ਗਿਆ तो ये तकरीबन कोई 5 बजे लाने या 6 बजे तो मेरे ख्याल वो भी रात में सोया नहीं वो चढ़ गया सीधा उन्होंने पता सी की आ रहा जो मतलब तूफान आ रहा ना ये फिर जो शुरू हो गया एंड नहीं होने लगा तो चलो साढ़े वास्ते ठीक है विन विन कि वास्ते है अपर आने के साडा ना तस्वीर उन्होंने लगाई थी उन्होंने हटा दी है वार्निंग गई है तस्वीर हटा दी है हम जो लास्ट तो फिर देख ला तस्वीर लाने का कि 10 सेकंड की गल है ਸਾਰੀਆਂ ਤਿਆਰ ਨੇ ਤਾਰ ਅਮਰੇ ਟੋਨੀ ਥੱਲੇ ਕਮੈਂਟ ਕਰ ਰਿਹਾ ਸੀ ਇਹਨੇ ਆਖਿਆ ਆਦਾ ਇੱਥੇ ਇਹਨਾਂ ਨੂੰ ਫਾਇਦਾ ਤਾਂ ਕੋਈ ਨਹੀਂ ਹੋਣਾ ਲੇਕਿਨ ਸਾਨੂੰ ਨੁਕਸਾਨ ਬੜਾ ਹੋਣਾ ਜਦੋਂ ਨਾ ਆਈਏ ਦੁੱਲਾ ਡੀ 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 ਅਕੜ ਬੱਕੜ ਬੰਬੇ ਬੋ ਨਾਲ ਉਹਨੇ ਪੜ ਕੇ ਨੇ ਆਖਿਆ ਜਦੋਂ ਉਹਦੀਆਂ ਤਸਵੀਰਾਂ ਲਾਈਆਂ ਸਾਡੇ ਪਤਾ ਹੀ ਹੈ ਤੁਸੀਂ ਸਾਰੇ ਜਵਾਨ ਮੁੰਡੇ ਹੋ ਨਾ ਜਵਾਨ ਮੁੰਡੇ ਕਿ ਯੱਕਾ ਜਿਹੜਾ ਨਾ ਥੱਲੇ ਛਪਾਈ ਦਾ ਰੱਖਿਆ ਨੇ ਠੀਕ ਹੈ ਉਹ ਸੀ ਯਕੀਨ ਕਰੋ ਆਪਣਾ ਆਜ਼ਾਦ ਭਾਈ ਕਸਮ ਅੱਲਾ ਪਾਕ ਦੀ ਮੈਂ ਅਸਦ ਤੇ ਫਸਟ ਆਫ ਆਲ ਤੇ ਆਮਰ ਭਾਈ ਫਿਰ ਅਸਦ ਮੈਨੂੰ ਰੋਕਦਾ ਰਿਹਾ ਨਹੀਂ ਤੇ ਕਸਮ ਖੁਦਾ ਦੀ ਮੈਂ ਸਿਰਫ 2 ਦਿਨ ਵੀਡੀਓਜ਼ ਉਹਨੇ ਇੱਕ ਮੁੰਡਾ ਸੀ ਕੀ ਨਾਂ ਉਹਦੀ ਮੇਰਾ ਨਾਂ ਭੁੱਲ ਗਿਆ ਜ਼ਿਹਨ ਚ ਨਾਂ ਨਿਕਲ ਗਿਆ ਉਹਨੇ ਆਮਰ ਭਾਈ ਦੀ ਤਸਵੀਰ ਲਾ ਕੇ ਉੱਤੇ ਬੜੇ ਔਕਵਰਡ ਜਿਹੇ ਗਾਣੇ ਲਾਏ ਮੇਰੀ ਤਸਵੀਰ ਲਾ ਕੇ ਯੂਸਫੀ ਭਾਈ ਦੀ ਸਾਰਿਆਂ ਦੀ ਤਸਵੀਰ ਲਾ ਕੇ ਬਲਕਿ ਮੇਰੀ ਕੋਈ ਨਹੀਂ ਸੀ ਲੱਗੀ ਹੋਈ ਮੈਂ ਉਹਨੂੰ ਵਾਰਨ ਕੀਤਾ ਮੈਂ ਪਹਿਲਾਂ ਵਾਰਨ ਕੀਤਾ ਮੈਂ ਕਿਹਾ ਨਾ ਕਰ ਤੈਨੂੰ ਮੈਂ ਆਦਾ ਪਿਆ ਕਿ ਨਹੀਂ ਤੂੰ ਪਛਤਾਏਂਗਾ ਫਿਰ ਜਦੋਂ ਮੈਂ ਚਾੜ ਕੇ ਲਾਈਆਂ ਨਾ ਡੁੱਗ ਕੇ ਲਾਈਆਂ ਅੱਲਾ ਦੀ ਕਸਮ ਮੇਰੇ ਕੋਲ ਹੋ ਜਾਈ ਮੈਸੇਜ ਭੇਜਣੇ ਨੇ ਉਹਨੇ ਮਾਫੀ ਮੰਗੀ ਨਹੀਂ ਉਹ ਮੈਂ ਕਹਣਾ ਤੇ ਦੇਖੋ ਪੈਗਾਮ ਪਹੁੰਚਿਆ ਤਾਂ ਕੁਝ ਕੋਈ ਐਕਸ਼ਨ ਹੋਈ ਹੈ ਨਾ ਮਤਲਬ ਇਹ ਕਿਸੇ ਦੀ ਗੱਲ ਸੁਣਨੀ ਨਾ ਤੇ ਨਾਸਿਰ ਬਟ ਕਿਸੇ ਦੀ ਗੱਲ ਸੁਣਨਾ ਇਹ ਨਹੀਂ ਆਪਣੀ ਕਿਸੇ ਦੀ ਗੱਲ ਨਹੀਂ ਸੁਣਨਾ ਬਾਰਾ ਕੋਈ ਮਤਲਬ ਇੱਕ ਪ੍ਰੈਸ਼ਰ ਪਿਆ ਦਾ ਕੀਤਾ ਉਸ ਨੂੰ ਇਹਦੇ ਵਿੱਚ ਅਪਰ ਐਂਡ ਜਿਹੜਾ ਸਾਡੇ ਕੋਲ ਹੈ ਇਸ ਵੇਲੇ ਤੇ ਹੁਣ ਦੇਖ ਲਓ ਅਮਨ ਜੀ ਸਾਹਿਬ ਵੀ ਅੱਜ ਅਸਦ ਇੱਕ ਦਿਨ 2 ਦਿਨ 3 ਦਿਨ ਕਿੰਨੇ ਦਿਨ ਜਿਹੜੀ ਹੈ ਇਹਨਾਂ ਦਾ ਕਿੰਨਾ ਟਾਈਮ ਲੱਗਣਾ ਉਹ ਵੀ ਟੁੱਟਣੇ ਦਾ ਨਾਸਿਰ ਬਟ ਦਾ ਮੇਰਾ ਦਿਲ ਹੈ ਕੋਈ ਹੋਰ ਗੱਲ ਸ਼ੁਰੂ ਕਰ ਲਈਏ ਅਮਰ ਨਜ਼ੀਰ ਦੀ ਤੇ ਉਹਨਾਂ ਲਾ ਦਿੱਤੀ ਹੈ ਅਮਰ ਨਜ਼ੀਰ ਦੀ ਤੇ ਉਹਨਾਂ ਲਾ ਦਿੱਤੀ ਹੈ ਹੁਣ ਕਿਧਰੇ ਅਸਦ ਦੀ ਨਾ ਲਾ ਦੇਣ ਜਿਹਦੀ ਮਰਜ਼ੀ ਜਿਹਦੀ ਵੀ ਇਹ ਨਹੀਂ ਕਿ ਸਿਰਫ ਆਮਿਰ ਨਜ਼ੀਰ ਸਾਹਿਬ ਦੀ ਕਿਸੇ ਵੀ ਸਾਡੇ ਗਰੁੱਪ ਚੋਂ ਕਿਸੇ ਮੁਸਲਮਾਨ ਦੀ ਲਾਏਗਾ ਨਹੀਂ ਮੈਂ ਕਹਿੰਦਾ ਸਾਰੇ ਦੀ ਲੱਗ ਜਾਣਾ ਮੇਰੀ ਨਹੀਂ ਲਾਣੀ ਬਟਨੇ ਕਿਉਂਕਿ ਵੱਜਦੀ ਮੇਰੇ ਕੋਲ ਨਹੀਂ ਲਾ ਕੇ ਵੇਖ ਲਵੇ ਮੈਂ ਇਹ ਨਹੀਂ ਕਿ ਕਿਸੇ ਵੀ ਮੁਸਲਮਾਨ ਦੀ ਉਹ ਤਸਵੀਰ ਲਾਏਗਾ ਤੇ ਇੱਥੇ ਦਮਾ ਦਮ ਮਸਕਲੰਦਰ ਹੋ ਜਾਏਗਾ ਉਸੇ ਟਾਈਮ ਉਹੀ ਤਸਵੀਰ 2 ਦਿਨ ਉਹਨੇ ਚੀਕਾਂ ਮਾਰੀਆਂ ਬਟਨੇ ਤੇ ਉਹ ਕੀ ਕਹਿੰਦਾ ਮਲਿਕ ਅਵਾਨ ਸਾਹਿਬ ਨੇ ਜਿਹੜੇ ਕੀ ਕਹਿੰਦਾ ਜੇ ਸ਼ੇਰਸ਼ਾਹ ਦੀ ਆਈਡੀ ਕੀ ਨਾਮ ਹੈ ਇਹਨਾਂ ਦਾ ਮਲਿਕ ਅਵਾਨ ਹੀ ਨਾ ਹਾਂਜੀ ਉਹ ਨਹੀਂ ਮਲਿਕ ਕੈਸਰ ਸਾਹਿਬ ਕਹਿੰਦੇ ਨੇ ਯਾਰ ਤੇ ਮੈਂ ਰਾਤੀ ਉੱਠਿਆ ਵਾਲੇਕੁਮ ਅਸਲਾਮ ਰਾਤੀ ਉੱਠਿਆ ਮੈਂ ਤੇ ਬਟਤਾ ਸਰੋਂ ਭੌਂਕਣ ਲੱਗਾ ਜੇ ਸਾਡੀ ਗਰਲਫ੍ਰੈਂਡ ਨਸ ਗਈ ਇਹ ਕੱਲ ਦੁੱਖੀ ਤੇ ਕੀ ਠੋਕੀ ਜਿਹੜਾ ਗੱਲ ਤੇ ਜੀ ਦੁੱਖੀ ਤੇ ਕੀ ਠੋਕੀ ਹੈ ਨਾ ਇਹ ਪੈਗਾਮ ਪਹੁੰਚ ਗਿਆ ਆਓ ਜੀ ਦਾ ਜਮੀਲ ਭਾਈ ਬਿਸਮਿਲ੍ਲਾ ਕੀ ਹਾਲ ਹੈ ਅੱਲਾ ਦਾ ਸ਼ੁਕਰ ਮੈਂ ਤਾਂ ਆ ਕੇ ਕਿਹਾ ਓਏ ਕਿੱਥੇ ਗਏ 365 ਦਿਨ ਤੁਹਾਡੇ ਉਹ ਡਰ ਗਏ ਪਰ ਸਹੀਓ ਉਹ 340 ਦੀ ਗਿਣਤੀ ਮੁੱਕ ਗਈ ਮੈਂ ਤੁਸੀਂ ਤੇ ਗੱਲਾਂ ਦੇ ਬੜੇ ਪੱਕੇ ਸੀ ਮੈਂ ਥੱਲੇ 3-4 ਮਿੰਟ ਕੀਤੇ ਮੈਂ ਨਾਲ ਹੀ ਬਲੌਕ ਕਰ ਛੱਡਿਆ ਤੇ ਅੱਛਾ ਤੈਨੂੰ ਅਲੀ ਅਕਬਰ ਕਿਉਂ ਗਾਲਾਂ ਕੱਢਦਾ ਆਪਣਾ ਜ਼ਾਹਿਦ ਜਮੀਲ ਭਾਈ ਤੁਹਾਨੂੰ ਗਾਲਾਂ ਕਿਉਂ ਕੱਢਦਾ ਉਹ ਅਲੀ ਅਕਬਰ ਮੂੰਹ ਨੂੰ ਉਹਨੇ ਕੁੱਤਾ ਬੰਨੇ ਹੈ ਠੀਕ ਹੈ ਉਹਨੂੰ ਕੁੱਤਾ ਬੰਨੇ ਅੱਲਾ ਸਿਆ ਭਾਈ ਨੇ ਗਾਲਾਂ ਕੱਢ ਡਿਆ ਸੀ ਇਹ ਤਾਂ ਦੁੱਗ ਕੇ ਆਇਆ ਨਾ ਜਿਹੜੀ ਰਾਤ ਸਾਰੇ ਸੁੱਤੇ ਵੀ ਨਹੀਂ ਹੋਣੇ ਕਿ ਸਾਡੇ ਕੋਲ ਮਿਰਜ਼ਾ ਨੇ ਖਾਬਤ ਹੋ ਮੈਨੂੰ ਵਾਲਾ ਕਿਉਂ ਗਾਲਾਂ ਕੱਢਣ ਡਿਆ ਸੀ ਉੱਥੇ ਤਲਤ ਮਲਕ ਦੀ ਬਰਾੜ ਤੇ ਬੈਠੇ ਮੈਂ ਚਾੜੀ ਉਹ ਵੀਡੀਓ YouTube ਤੇ ਉੱਥੇ ਇੱਕ ਥੱਲੇ ਆਇਆ ਉਹ F16 ਉਹ ਜੀ ਮੱਸੀ ਮੌਤ ਸ਼ੁਰੂ ਹੋ ਗਿਆ ਉਹ ਆਪਣਾ ਕੰਮ ਨਾ ਯੂਸਫੀ ਭਾਈ ਮੈਂ ਉੱਥੋਂ ਗਿਆ ਲਾਨਤੁੱਲਾ ਲੈ ਓਏ 3-4 ਹੀ ਗਿਆ ਤੇ ਇਹ ਕਿਤੇ ਥੱਲੇ ਸੌਦਾ ਹੀ ਉਹ ਲਾ ਓਏ ਇਹਨੂੰ ਥੱਲੇ ਆ ਭੌਂਕਲਾ ਸ਼ੁਰੂ ਹੋ ਗਿਆ ਤੇ ਉਹ ਯਾਰ ਬੜਾ ਤਮਾਸ਼ਾ ਲੱਗਾ ਉਹ ਢੋਲ ਗਾਲਾਂ ਕੱਢਦਾ ਮੈਨੂੰ ਇਹ ਬਕਵਾਸ ਕਰਦਾ ਜੇ ਅਗਰ ਤੁਹਾਨੂੰ ਸਲਾਵਾਤ ਕਰਨ ਦਾ ਹੱਕ ਹੈ ਤੇ ਅਸੀਂ ਫਿਰ ਉਹਨਾਂ ਨੂੰ ਸੱਚਾ ਨਹੀਂ ਸਮਝਦੇ ਤੇ ਫਿਰ ਸਾਨੂੰ ਇਹਦੇ ਬਰਕਸ ਕੰਮ ਕਰਨ ਦਾ ਵੀ ਹੱਕ ਹੈ
ਜੇ ਇਹ ਅਸੀਂ ਚੀਜ਼ ਨੂੰ ਸ਼ਰੀਅਤ ਛੇੜਿਓ ਦੇ ਮੁਤਾਬਿਕ ਨਾ। ਜੋ ਹੁਕਮ ਹੈ ਅਸੀਂ ਤੇ ਉਹੀ ਗੱਲ ਕਰਨੀ ਹੈ ਨਾ। ਇਹ ਛੇੜ ਨੂੰ ਅਜੇ ਨਾ ਛੇੜਿਓ, ਇਹਦੇ ਉੱਤੇ ਬੜੀ ਬੜੀ ਗੱਲ ਨਿਕਲ ਆਂਦੀ ਏ, ਫਾਇਦਾ ਕੋਈ ਨਹੀਂ, ਇਹਨੂੰ ਛੇੜਿਓ ਨਾ। ਅੱਛਾ ਤਸਵੀਰ ਨਹੀਂ ਤੇ ਲਵਾਉਂਦੇ ਅੱਜ ਬਹਿਰੀਨ ਭਾਈ, ਤਸਵੀਰ ਤੇ ਲਵਾਓ ਯਾਰ, ਤੁਹਾਡਾ ਰਾਤ ਹੈ ਬਟਦਾ ਨੂੰ ਕਹੋ ਤਸਵੀਰ ਲਾ, ਹਿੰਮਤ ਕਰਦੇ ਆਪਣੇ ਪਿਓ ਦਾ। ਉਹ ਓਏ ਯਾਰ ਇਹ ਕੀ ਕੱਲ ਉਹਨੇ ਸਾਬਿਤ ਸਾਡੀ ਕੀਤਾ ਦੇਖੋ ਹੈ। ਸੁਣ ਲੋ, ਮੈਂ ਕਹਿ ਰਿਹਾ ਕੱਲ ਉਹਨੇ ਸਾਬਿਤ ਕੀਤਾ ਕਿ ਆਪਣੇ ਪਿਓ ਦਾ ਨਹੀਂ ਹੈ, ਠੀਕ ਹੈ ਨਾ। ਹਾਂ, ਉਹਨੇ ਬਿਲਕੁਲ। ਦੇਖਿਆ ਉਸਤਾਦ ਨੇ ਚੈਲੰਜ ਕੀਤਾ ਹੈ ਕਿ ਭਾਈ ਇਹਦੀ ਫੋਟੋ ਲਾਓ ਤੇ ਪਿਓ ਦੀ ਲਾਓ, ਇਹ ਰਲਦਾ ਹੀ ਨਹੀਂ ਪਿਓ ਦੇ ਨਾਲ, ਠੀਕ ਹੈ। ਬਿਲਕੁਲ। ਕੱਲ ਇਹਨੇ ਮੰਨੋ ਜਦੋਂ ਗੱਲ ਕੱਢੀ ਕਿ ਮੈਂ ਇੱਕ ਜਲਾ, ਉਹ ਗੱਲ ਦੀ ਡੈਫੀਨੇਸ਼ਨ ਆਸ ਕਰ ਤਾਂ ਭਾਈ ਉਹ ਸ਼ੈ ਜਿਹੜੀ ਇੱਕ ਦੂਸਰੇ ਦੇ ਨਾਲ ਨਾ ਪਾਈ ਜਾਂਦੀ ਹੈ ਉਹਦੀ ਤਰਫ ਮਨਸੂਬ ਕਰੋ ਗੱਲ। ਜਦੋਂ ਮੰਨੋ ਇਹਨੇ ਆਪ ਹੀ ਜਲਾਇਆ ਹੈ। ਤੇ ਮਿਰਜ਼ਾ ਸਾਹਿਬ ਨੇ ਉਹਨਾਂ ਨਾਲ ਗੱਲ ਕੱਢੀ ਹੈ, ਪੂਰਾ ਦਿਨ ਕੱਲ ਨਜ਼ਰ ਆਇਆ ਕਿਤੇ ਇਹਨੂੰ। ਮੈਂ ਕੱਲ ਪੂਰਾ ਯਾਰ ਦਿਨ ਚੈਲੰਜ ਦਿੱਤਾ ਸੀ, ਚੈਲੰਜ ਦਿੱਤਾ ਸੀ ਕਿ ਤੂੰ ਸਾबित करना मैं जलाया और मैं साबित करूंगा कि मैं मिर्जा हूं। ਤੇ ਅਗਰ मैं गलत साबित हो गया मैं अपने मरहूम वालिद की कब्र से जाके मुतूंगा, और अगर तू साबित हो गया गलत तो तू अपने मरहूम वालिद की कब्र से जाके मुतरेगा। अगर नहीं तो फिर ਜਿਹੜੀ ਤਸਵੀਰਾਂ ਤੂੰ ਲਾ ਰਹੇ ਇਹਦੇ ਤੋਂ ਤੂੰ ਪਰਹੇਜ਼ ਕਰਨਾ, ਠੀਕ ਹੈ। ਨਹੀਂ ਉਹ ਤਸਵੀਰਾਂ ਹਾਂ ਲਵਾਉਣੀਆਂ ਨੇ ਬਹਿਰੀਨ ਭਾਈ, ਲਵਾਉਣੀਆਂ ਨੇ ਅਸਦ ਭਾਈ, ਉਹ ਨਹੀਂ ਛੱਡਣੀਆਂ ਨੇ। ਕਹੋ ਹਿੰਮਤ ਕਰੋ, ਮੈਦਾਨ ਚ ਆਓ, ਆਪਣਾ ਪਿਓ ਸਾਬਤ ਕਰ ਸਕਾ। ਮੈਂ ਕਹਿ ਰਿਹਾ ਹੁਣ ਥੋਕ ਕੇ ਚੱਟਣ ਵਾਲਾ ਕੰਮ ਹੀ ਰਹਿ ਗਿਆ, ਬਾਕੀ ਕਰ ਲਵੇ ਇੱਕ ਸਕਿੰਟ ਲਗਾ ਕੇ ਤੇ। ਵੈਸੇ ਸੱਚੀ ਪੁੱਛੋ ਨਾ ਤੇ ਮੈਂ ਇਸ ਚੀਜ਼ ਦੇ ਖਿਲਾਫ ਹਾਂ। ਉਹ ਸਾਥੀ ਇਹੀ ਕਿਹੜੇ ਇਸ ਚੀਜ਼ ਦੇ ਇਹ ਜਿਹੜੀਆਂ ਤੁਸੀਂ ਅਮਰ ਨਜ਼ੀਰ ਦੀਆਂ ਤਸਵੀਰਾਂ ਲਵਾ ਰਹੇ ਹੋ ਨਾ, ਨਹੀਂ ਸੀ ਲਵਾਉਣੀਆਂ ਚਾਹੀਦੀਆਂ, ਮੈਂ ਇਹਦੇ ਖਿਲਾਫ। ਮੈਂ ਵੀ ਇਹੀ ਕਹਿਣਾ ਸਾਥੀ। ਉਹ ਚੰਗੀ ਭਲੀ ਮਸ਼ਹੂਰੀ ਹੁੰਦੀ ਸੀ ਵੀ ਅਮਰ ਭਾਈ ਦੀ। ਉਹ ਸੋਤੇ ਸਹੀ ਪੈ ਅੱਛਾ, ਕੱਲ੍ਹ ਨਾ- ਤਸਵੀਰ ਤੇ ਲਾਈ, ਕਹਿੰਦਾ ਕੱਲ ਨਾ ਤਾਹਿਰ ਅਟਵਾਲ ਦੀ ਬਲੌਗ ਤੇ ਨਾ ਇੱਕ ਬੰਦਾ ਆਇਆ ਇੱਕ ਆਦਮ, ਮੈਂ ਉਹਨੂੰ ਜਾਣਦਾ ਨਹੀਂ, ਜਿਹੜੇ ਬੰਦੇ ਦੀ ਤਸਵੀਰ ਇਹਨਾਂ ਲਾਈ ਹੈ, ਠੀਕ ਹੈ, ਤੇ ਉਹ ਸਾਡੇ ਹਜ਼ੂਰ ਨੂੰ ਗਾਲਾਂ ਕੱਢਦੇ ਨੇ। ਸ਼ਰਮ ਆਣੀ ਚਾਹੀਦੀ ਹੈ। ਤਾਂ ਕਿ ਮੈਂ ਜਾ ਕੇ ਇਹਦੀ ਗੱਲ ਬੜੀ ਖਰੀ ਸੀ। ਉਹ ਕਹਿੰਦਾ ਉਹ ਵੇਖੋ ਯਾਰ ਇਹੋ ਜਿਹੇ ਬੰਦੇ ਹੈ ਜੇ ਕਿ ਅਮਨ ਨਜ਼ੀਰ ਨੂੰ ਟੰਗਿਆ ਹੁੰਦਾ ਤੇ ਇਹੋ ਜਿਹੇ ਬੰਦੇ ਆਣ ਕੇ ਵੇਖ ਕੇ ਕਹਿੰਦੇ ਤਸਵੀਰ ਲਾਓ, ਇਹ ਚਾਹੁੰਦੇ ਨੇ ਕਹੀਂ ਟੰਗੀ ਉਹਨੂੰ। ਉਹ ਮੈਂ ਤੇ ਚੱਲਾਂ ਟੰਗੋ, ਟੰਗਦੇ ਕਿਉਂ ਨਹੀਂ, ਮਤ ਕਰੋ। ਉਹ ਬੜਾ ਤਮਾਸ਼ਾ ਲਾ ਕੇ ਆਇਆ ਉੱਥੇ। ਉਹ ਮੈਂ ਉਸ ਬਰੋਡ ਦੇ ਵਿੱਚ ਐਂਟਰ ਹੀ ਹੋਇਆ ਤੇ ਮੈਂ ਇਹ ਮੈਸੇਜ ਵੀ ਨਹੀਂ ਕੀਤਾ ਤੇ ਬਲੌਕ, ਮੈਂ ਆਖਿਆ ਇਹਨਾਂ ਨੂੰ ਪਤਾ ਨਹੀਂ ਉਹ ਘਰ ਛੱਡਦੇ ਨੇ, ਉਹ ਘਰ ਛੱਡਦੇ ਨੇ, ਉਹ ਸਾਰੇ ਬਲੌਕ ਕਰਦੇ ਨੇ। ਉਹ ਕਿਸੇ ਨੂੰ ਮੈਨੂੰ ਲੱਗਦਾ ਕੋਈ ਇੱਕਾ ਦੁੱਕਾ ਹੀ ਹੋਣਾ ਜਿਹਨੂੰ ਨਜ਼ਰ ਆਉਂਦੀ, ਮੈਨੂੰ ਤਾਂ ਬਲੌਕ ਨਜ਼ਰ ਹੀ ਨਹੀਂ ਆਉਂਦੀ ਕਿਸੇ ਦੀ ਬਰੋਡਨੈਸ ਚੋਂ। ਇਹਨੂੰ ਬਲੌਕ ਕੀਤਾ ਹੈ ਨਾ। ਅਲਹਮਦੁਲਿਲਾ। ਜਿੰਨੇ ਵੀ ਨੇ ਉਹਨਾਂ ਦੀਆਂ ਬਰੋਡਾਂ, ਇਹ ਸਾਡੇ ਮੁਸਲਮਾਨ ਵੜਦੇ ਜਾਣ ਬਲੌਕ। ਚਲੋ ਹੁਣ ਅਸਦ ਦੀ ਇੱਕ ਵੀਡੀਓ ਹੈ, ਉਹ ਪੁਰਾਣੀ ਲਿਆ ਕੇ ਉਹ ਪਸੰਦ ਆਉਂਦਾ। ਹਾਂ ਉਹ ਜਿੰਨੇ ਮਰਜ਼ੀ ਇਹ ਵੀਡੀਓ ਸੁਣਾ ਲਵੇ, ਉਹ ਬਨਾਰਸੀ ਠੱਗ ਗਿਆ ਨਾ, ਉਹਨੇ ਸਮਝਿਆ ਨਹੀਂ ਉਹ ਐਸੇ ਹਰਾਮਜ਼ਾਦੇ ਨੇ, ਉਹਨਾਂ ਨੂੰ ਪੁੱਛੋ ਬਈ ਇਹ ਕਿਹਦਾ ਇਤਰਾਜ਼ ਸੀ ਜਿਹੜਾ ਮਿਰਜ਼ਾ ਅਸਦ ਨੂੰ ਤੁਸੀਂ ਲੈ ਕੇ ਦੇ ਕੇ ਕੱਲਿਆ ਸੀ, ਉਹ ਕਿਹਦਾ ਇਤਰਾਜ਼ ਸੀ? ਇਹ ਹਰਾਮਜ਼ਾਦੇ ਇਹਨਾਂ ਇਬਨ ਅਲ ਬਗਾ ਦੇ ਸੀ, ਨਾਸਰ ਬੱਟ ਹੋ ਗਿਆ, ਇਹ ਫੁਰਕਾਨ ਐਂਡ ਕੰਪਨੀ ਹੋ ਗਈ। ਇਹਨਾਂ ਨੇ ਕਿ ਬਈ ਇੱਕ ਸਵਾਲ ਕਰ ਦਿਓ ਆਪਣੇ ਉਸਤਾਦ ਕੋਲ, ਤੁਸੀਂ ਉੱਥੇ ਜਾਂਦੇ ਹੋ, ਠੀਕ ਹੈ ਨਾ। ਤੇ ਉਸ 6 ਮਹੀਨੇ ਪੁਰਾਣਾ ਇਹਨਾਂ ਦਾ ਸਵਾਲ ਹੈ। ਔਰ ਨਾਸਰ ਬੱਟ ਦੀ ਤੁਸੀਂ ਚਲਾਕੀ ਵੇਖੋ, ਕਹਿੰਦਾ ਇਹ ਆਡੀਓ ਸੁਣ ਕੇ ਤੇ ਮੈਂ ਕਿਹਾ ਸੀ ਜਲਾਇਆ ਇਹ ਬਦਨਸਲ ਹੈ। ਉਹ ਕੋਈ ਬੇਸ਼ਰਮੀ ਹੁੰਦੀ ਹੈ, 6 ਮਹੀਨੇ ਤੋਂ ਨਾਲ ਬੈਠਿਆ ਰਿਹਾ, ਇਹਨੂੰ ਕੋਈ ਇਹਦੇ ਢਿੱਡ ਨੂੰ ਮਰੋੜ ਨਹੀਂ ਉੱਠੇ, ਬਸ ਇਹਨੂੰ ਘੁਮਾ ਕੇ ਇਹਦੀ ਦੁਮ ਦੇ ਨਾਲ ਇਹਨੂੰ ਕੰਜੇ ਮਾਰੇ ਤੇ ਚੀਕਾਂ ਨਿਕਲ ਗਈਆਂ ਨੇ। ਯਾਰ ਐਡਾ ਵੀ ਕੋਈ ਐ ਉਹ ਬਨਾਰਸੀ ਠੱਗੀ ਉਹਨੇ ਕੇਸ ਬਣਾਇਆ। ਉਹ ਬੜੇ ਆਪਣੇ ਵੱਲੋਂ ਨਾ ਬੜਾ ਸ਼ੌਕਾਰ, ਬੜਾ ਚਤਰ ਚਲਾਕ ਆਪਣੇ ਵੱਲੋਂ ਬੰਦਾ ਹੈ। ਤੁਸੀਂ ਨਾਸਰ ਬੱਟ ਸਾਹਿਬ, ਤੁਸੀਂ ਇਹ ਕਹਿਣਾ ਕਿ ਮੈਂ ਇਹ ਆਡੀਓ ਸੁਣ ਕੇ ਤੇ ਫਿਰ ਮੈਂ ਬਿਆਨ ਦਿੱਤਾ, ਮੈਂ ਉਸ ਤੋਂ ਪਹਿਲੇ ਐਡਾ ਉਹ ਕਿਤੇ ਮੈਂ ਮੇਰੇ ਮੂੰਹ ਸੁਣਦਾ ਕੁਝ ਹੋਰ, ਐਡਾ ਉਹ ਚਵਲ ਹੈ ਨਾ, ਉਹ ਜਿੱਥੇ ਵੀ ਬੈਠਾ ਨਾ ਜਿਹਦੇ ਨਾਲ ਵੀ ਉਹਨੂੰ ਉਹਨੇ ਜ਼ਲੀਲ ਰਸਵਾ ਕਰਵਾਇਆ। ਇਹ ਕੌਣ ਹੈ? ਜ਼ਾਹਿਦ ਜਮੀਲ ਤੁਸੀਂ ਕੈਨੇਡਾ ਹੁੰਦੇ ਨਾ ਆਪਣਾ ਕੈਨੇਡਾ ਕਿ ਅਮਰੀਕਾ ਹੁੰਦੇ ਹੋ? ਅਮਰੀਕਾ ਜੀ, ਕੈਨੇਡਾ ਤਾਂ ਨਹੀਂ ਇਹੋ ਜਿਹਾ। ਅੱਛਾ ਅਮਰੀਕਾ, ਉੱਥੇ ਇੰਗਲਿਸ਼ ਹੈ। ਇਹ ਗੁੜ ਦੀਆਂ ਕਿੰਨੀਆਂ ਕਿਹੜੀ ਫਾਰਮ ਹੁੰਦੀ ਹੈ ਜਿਹੜੀਆਂ ਅੱਗੇ ਜਿਹੜੀਆਂ 3 ਹੁੰਦੀਆਂ ਨੇ ਨਾ, ਕਿਹੜੀਆਂ ਹੁੰਦੀਆਂ ਨੇ? ਮੈਂ ਕਾਲ ਭਾਈ ਚੁੱਕਦਾ ਨਹੀਂ, ਹੁਣ ਰਿਜੈਕਟ ਕਰ ਚੜੀ। ਉਹ ਬਲਾਕ ਕਰ ਚੜਿਆ, ਮੇਰੀ ਆਈਡੀ ਬਲਾਕ ਕਰ ਚੜੀ। ਐ ਹੀ ਸੀ ਭਾਈ। ਹਾਂ ਬਲਾਕ ਹੀ ਹੋਣੀਆਂ, ਜਿਹੜੀਆਂ ਪਾਈ ਜਾਓਗੇ ਬਲਾਕ ਹੋ ਜਾਣੀਆਂ। ਦਾਦਾ ਕਰੋ ਉਹ ਅਹਿਮਦੀ ਮੁਸਲਿਮ, ਤੁਸੀਂ ਉੱਥੇ ਕਾਲ ਕਿਉਂ ਪਾ ਰਹੇ ਹੋ? ਮੁਸਲਿਮ ਨੂੰ ਕੋਈ ਗੱਲ ਕਰਨਾ ਚਾਹੁੰਦੇ ਉੱਥੇ ਕਹੋ, ਤੁਹਾਡੀ ਗੱਲ ਸੁਣਦਾ ਪਿਆ ਭਾਈ। ਫੋਟੋ ਲਾ ਬੱਟ, ਫੋਟੋ ਲਾ ਜੇ ਆਪਣੇ ਪਿਓ ਦਾ, ਤੈਨੂੰ ਮੈਸੇਜ ਆਇਆ। ਇਹ ਤੁਹਾਡੀ ਸੁਣ ਰਿਹਾ ਗੱਲ? ਉੱਥੇ ਗੱਲ ਸੁਣਦਾ ਪਿਆ? ਉਹ ਸੁਣਨੇ ਤੇ ਬਨੇਰੇ ਤੇ ਬਹਿ ਕੇ 24 ਘੰਟੇ ਤੇ ਸੁਣਦਾ ਰਹਿੰਦਾ ਹਰ ਸ਼ੈ। ਜੇ ਤੇ ਉਹ ਸੁਣ ਰਹੇ ਨੇ ਨਾ ਤੇ ਤਾਂ ਮੇਰੀ ਗੁਜ਼ਾਰਿਸ਼ ਹੈ ਬੱਟ ਸਾਹਿਬ, ਅਮਨ ਨਜ਼ੀਰ ਨੂੰ ਛੱਡੋ, ਇਹਦੀ ਅਸਦ ਦੇ ਲਾਓ।
ਵਾਹ ਮੇਰੀ ਕੋਈ ਨਹੀਂ ਸੋ ਮੇਰੀ ਕੋਈ ਨਹੀਂ ਸੋ ਅੱਛਾ ਆਪਣਾ ਸੁਣਦਾ ਤੇ ਪਿਆ ਇਹ ਭੰਬੀਰੀ ਬੱਟ, ਜੇ ਤੂੰ ਵਾਕਈ ਕਿਤੇ ਅਸਲੀ ਨਸਲੀ ਬੱਟ ਹੈ ਤੇ ਜੇ ਵਾਕਈ ਹੀ ਤੂੰ ਘਰੋਂ ਨਿਕਲਿਆ ਤੇ ਕਿਸੇ ਗਟਰ ਚੋਂ ਨਹੀਂ ਨਿਕਲਿਆ ਤੇ ਲਾ ਤਸਵੀਰ ਲਾ, ਪਤਾ ਲੱਗੇ ਤੂੰ ਬੜਾ ਵੱਡਾ, ਤੂੰ ਸ਼ਾਹੂਕਾਰ ਹੈ, ਬੜਾ ਵੱਡਾ ਤੂੰ ਬੱਟ ਹੈ, ਬੜੀ ਸਾਰੀ ਗੱਲ ਹੈ। ਬਸ ਉੱਥੋਂ ਵੇਖੋਗੇ ਨਾ ਤੁਹਾਨੂੰ ਨਜ਼ਰ ਆ ਜਾਣਾ, ਉੱਥੇ ਆ ਜਾਂਦਾ ਸਹਿਜ ਜਮੀਲ ਆਇਆ ਲਾਫਾ ਨਾਲ ਆ ਗਿਆ। ਉਹ ਇੱਥੋਂ ਪਤਾ ਲੱਗਦਾ ਇੱਥੋਂ ਪਤਾ ਲੱਗਦਾ, ਉਹ ਤੁਸੀਂ ਫਿਰ ਧਿਆਨ ਨਹੀਂ ਕੀਤਾ। ਅੱਛਾ ਉਦਾਂ ਹੋ ਗਿਆ। ਉਂਝ ਵੀ ਡੈਣ ਦਾ ਬੱਚਾ ਹੈ। वो लेक अपार्टमेंट ये वाला है, एक ही है डीएपी में, बस ओनली यही है और कोई और तो नहीं है। ਸਵਾਲ ਉੱਤੇ ਲਿਖਿਆ ਵੇ ਗੈਰਤਮੰਦ ਵਾਸਤੇ ਉੱਤੇ ਲਿਖੋ, ਜੇ ਸਿਰਫ ਗੈਰਤਮੰਦ ਜੋ ਜੇ ਨਹੀਂ ਬੋਲਦਾ ਤੇ ਤੂੰ ਨਜ਼ਰ ਕਰ ਲਿਆ ਕਰੋ ਕਿ ਗੈਰਤਮੰਦ ਨਹੀਂ ਹੈ। ਸਾਹਿਬ ਵਾਲੇਕੁਮ ਸਲਾਮ। ਗੁਸਤਾਖੇ ਰਸੂਲ ਜਿਹੜਾ ਨਾ ਸਾਡੀਆਂ ਗੱਲਾਂ ਸੁਣਨ ਡਿਆ ਨੇ, ਜ਼ਰਾ ਇਹਨਾਂ ਨੂੰ ਅੱਗ ਲੱਗੇ। ਆਦੀ ਯੂਸਫੀ ਭਾਈ ਐ ਹੀ ਬਸ ਰਾਲਾ ਹੀ ਬਸ ਐ ਹੀ ਬਸ ਰਾਲਾ ਹੀ। ਉਹ ਹੁਣ ਤਸਵੀਰ ਕਿਉਂ ਨਹੀਂ ਲਾਦਾ ਆਪਣੇ? ਲਾ ਤਸਵੀਰ ਹੁਣ ਲਾਂਦਾ ਕਿਉਂ ਨਹੀਂ? ਉਹ ਮੀਰ ਸਾਹਿਬ ਆ ਗਏ ਨੇ। मेरे ख्याल को वालेकुम अस्सलाम। वालेकुम सलाम। लेक अपार्टमेंट में है 5109। ये देना। अच्छा किधर लेके आ रहा है? फर्स्ट ਨਹੀਂ फ्लोर। ਉਹਨਾਂ ਅੱਜ ਉਹ ਪਤਾ ਲੱਗਾ ਉਹਨਾਂ ਨੇ ਲਾਈ ਸੀ ਤੇ ਉਹ ਰਾਜਾ excuse me, ma'am. ਰਾਜਾ ਤਲਮਨਾ ਨੇ ਲਵਾ ਦਿੱਤੀ। ਯਾਰ ਨਜਬ ਭਾਈ ਆਪਣਾ ਮਾਈਕ ਮਿਊਟ ਕਰ ਲਿਆ ਕਰੋ, ਤੁਸੀਂ ਪਿੱਛੇ ਵੀ ਬਿਜ਼ੀ ਮੈਂ ਮੋਡਰੇਟਰ ਨਹੀਂ ਆਇਆ, ਜ਼ਰਾ ਅਸਦ ਭਾਈ ਇਹ ਕਰੋ ਜ਼ਰਾ ਇਹਨਾਂ ਨੂੰ ਮਿਊਟ। ਨਜਬ ਆਵਾਜ਼ ਦਾ ਮਾਈਕ ਮਿਊਟ ਕਰੋ। ਮੋਡਰੇਟਰ ਬਣ ਜਾਣਾ ਮਨੋ, ਇੱਥੇ ਮੋਡ ਚਾਹੀਦੇ ਨੇ ਮੈਨੇਜ ਕਰਨ ਸੇ ਬਾਅਦ ਤੁਸੀਂ ਮੋਡਰੇਟਰ ਬਣੋ। ਅਬੂ ਬਕਰ ਭਾਈ ਨੂੰ Thank you very much. You're welcome. Thank you. Have a good day. ਨਜਬ ਬਾਬਾ ਬਾਰ ਕਿੱਥੇ ਕਿਸੇ ਯਾਰ ਨਾਲ ਫੋਲੋ ਕਰ ਰਿਹਾ ਯੂਸਫੀ ਸਾਹਿਬ, ਫੋਲੋ ਤੁਸੀਂ ਕੀਤਾ ਨਹੀਂ ਹੈ ਤੇ ਮੋਡਰੇਟਰ ਤੁਹਾਨੂੰ ਕਿਸ ਤਰ੍ਹਾਂ ਬਣਾਉਣਾ? ਨਹੀਂ ਮੈਂ ਕੀਤਾ ਹੈ ਫੋਲੋ ਤੁਹਾਨੂੰ ਨਹੀਂ ਕੀਤਾ। ਅਬੂ ਬਕਰ ਸਾਹਿਬ ਤੁਹਾਨੂੰ ਬਣਾਉਣਾ ਮੋਡਰੇਟਰ ਬਣਨਾ ਚਾਹੁੰਦੇ ਹੋ? ਠੀਕ ਹੋ ਗਿਆ। ਯੂਸਫੀ ਸਾਹਿਬ ਠੀਕ ਹੋ ਗਿਆ। ਉਹ ਸੁਣ ਰਹੇ ਨੇ ਤੁਹਾਡੇ ਤੁਹਾਨੂੰ ਬਣਾ WhatsApp ਮੀਰ ਸਾਹਿਬ, ਉਹ WhatsApp ਗੱਲਾਂ ਸੁਣਦੇ ਨੇ ਪਏ ਤੇ WhatsApp ਦੇ ਨਾਲ ਜਿਹੜੇ ਉਹ ਸਮਾਲ ਕਰੋਕਰੀ ਹੈ ਉਹ ਵੀ ਸੁਣਦੀ ਪਈ ਹੈ ਕੋਲ ਅਸਾ ਉਹ ਵੀ ਸੁਣਦੀ ਪਈ ਹੈ ਤੇ ਉਹਨਾਂ ਨੂੰ ਇਹੀ ਅਸੀਂ ਤੇ ਰਿਕੁਐਸਟ ਕਰ ਰਹੇ ਹਾਂ ਕਿ ਜੇ ਤੁਹਾਡੇ ਕੋਲ ਆਵੇ ਤਸਵੀਰ ਤੇ ਲਾ ਦਿਓ ਤਾਂ ਕਿ ਪਤਾ ਲੱਗੇ ਤੁਸੀਂ ਕਿੰਨੇ ਜੋਗੇ ਹੋ, ਕਿਉਂਕਿ ਅਸਾਂ ਲੋਕਾਂ ਨੂੰ ਨਾਮ ਦੇਣੇ ਨੇ ਇੱਥੇ। ਅਸਾਂ ਵਾਅਦਾ ਕੀਤਾ ਹੈ ਜਿਹੜਾ ਅੱਛੀ ਐਡਿਟ ਕਰੇਗਾ ਉਹਨੂੰ ਨਾਮ ਮਿਲਣਾ ਸੀ ਕਿ ਤੁਸੀਂ ਪਿਓ ਦਿਓ ਲਿਖ ਕੇ ਲਾ ਕੇ ਵਿਖਾਓ। 365 ਦਿਨ ਲੱਗਣੀ ਹੈ ਤੇ ਬਟਨ ਲੱਗਦਾ ਉਹ 20 ਤੋਂ ਅੱਗੇ ਗਿਣਤੀ ਕੋਈ ਨਹੀਂ ਆਉਂਦੀ। ਅੱਛਾ ਉਹ ਰਿਕਾਰਡਿੰਗ ਕਿਹਦੇ ਕੋਲ ਸੀ? ਜ਼ਾਹਿਦ ਭਾਈ ਤੁਹਾਡੇ ਕੋਲ? ਨਜਬ ਬਾਸ ਕਹਿ ਰਿਹਾ ਸੀ ਰਿਕਾਰਡਿੰਗ ਉਹਨੇ ਕੀਤੀ। मैं तो सेंड की है ना। ਅੱਛਾ ਮੇਰੀ ਇੱਕ ਮਿੰਟ ਦੂਸਰੀ ਆਈਡੀ ਤੋਂ ਮੈਨੂੰ ਚੱਕੋ ਨਾ, ਮੈਂ ਇਹਨੂੰ ਲਾਉਣਾ मेरे ਹਾਂਜੀ। ਉਹ WhatsApp ਅਸਦ ਦੀ ਫੋਟੋ ਲਾਓ, ਮੈਂ ਸੌਣਾ ਫਿਰ। ਤੇ ਉਹ ਜ਼ਰਾ ਪਲੇ ਕਰੋ ਨਾ ਅਬੂ ਬਕਰ ਭਾਈ ਇੱਥੇ ਮੈਨੂੰ ਸੈਂਡ ਕਰੋ, ਮੇਰੇ ਕੋਲ ਦੂਸਰੇ ਫੋਨ ਤੇ ਤੁਹਾਡਾ ਨੰਬਰ ਉਹ ਸੈਂਡ ਕਰੋ ਮੈਨੂੰ। ਅਬੂ ਬਕਰ ਭਾਈ ਮੈਨੂੰ ਕਰੋ, ਮੈਂ ਚਲਾਉਂਦਾ। ਉਹ ਯਾਰ ਕੀ ਸੈਂਡ ਕਰ ਦਿਓ ਪਿਓ, ਉਧਰ ਬੱਟ ਦਾ ਤਰਲਾ ਕਰੋ, ਅਸਦ ਦੀ ਫੋਟੋ ਲਾਏ, ਮੈਂ ਸੌਣਾ ਫਿਰ। ਉਹ ਸੌਦਾ ਹੈ ਯਾਰ ਜਿਹੜੀ ਗੱਲ ਇਸ ਬੰਦੇ ਨੇ ਮੂੰਹ ਚੋਂ ਕੱਢੀ ਹੈ ਨਾ, ਕੋ ਪੁੱਠੀ ਖੋਪੜੀ ਦਾ ਉਹਨੇ ਵਾਪਸ ਲਾਣੀਆਂ ਵੀ ਇਹਨੇ ਇਹਨੇ ਠੋਕ ਕੇ ਫੇਰ ਚਟਣਾ ਹੀ ਬਾਕੀ ਆਪਣੀ ਆਦਤ ਦੇ ਮੁਤਾਬਕ। अच्छा अबू बकर मीर साहब जी 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 बोलो बोलो नहीं मैं थोड़ा टॉपिक ਨੂੰ ਥੋੜਾ ਜਿਹਾ ਚੇਂਜ ਕਰਨਾ ਚਾਹੁੰਦਾ ਸਾਂ, ਤੁਸੀਂ ਗੱਲ ਮੁਕੰਮਲ ਕਰ ਲਓ ਫਿਰ ਕਰਦੇ ਹਾਂ। ਖੰਭ ਪੱਟ ਲਈਏ। ਖੰਭ ਪਾਟ ਲਓ ਕਿਤੇ ਮੇਰੇ ਕੋਲ ਨਾ ਹਣ ਸੁਣ ਨਾ ਲਈ, ਤੂੰ ਉੱਡ ਜਾਣੇ ਆ ਤੂੰ ਮੇਰੇ ਜੜਾਂ 'ਚ ਬਹਿ ਗਿਆ। ਠੀਕ ਹੋ ਗਿਆ। ਠੀਕ ਖੰਭ ਪਟਨੇ ਨੇ ਕਿਤੇ ਨਾਸਰ ਵੜਦੇ ਖੰਭ ਪਟਨੇ ਨਹੀਂ ਨਜਫ ਦੀ ਗੱਲ ਹੈ।
ਬਸ ਇਹ ਆਪਸ ਦੀ ਗੱਲ ਹੈ, ਚੁੱਪ ਕਰ ਜਾ ਬਾਅਦ ਨੂੰ ਛੇੜਿਓ ਨਾ ਦੁਬਾਰਾ। ਅੱਛਾ ਅਬੂ ਬਕਰ ਮੀਰ ਸਾਹਿਬ, ਮੈਂ ਤੁਹਾਡੀ ਆਈਡੀ 'ਚ ਅੱਜ ਵਿਜ਼ਿਟ ਕੀਤਾ ਸੀ ਤੇ ਐਡੀ ਐਡੀ ਬਕਵਾਸ ਮਰਜ਼ਈਅਤ ਨੇ ਬੋਲੀ ਏ ਕਿ ਇਹਨਾਂ ਨੂੰ ਸ਼ਰਮ ਔਰ ਗੈਰਤ ਨਾਂ ਦਾ। ਕੱਲ ਇੱਕ ਮੌਲਵੀ ਬਿਲਾਲ ਕਰਕੇ ਨਾਂ ਸੀ, ਮਲਕ ਕੈਸਰ ਸਾਹਿਬ ਦੀ ਬਰੋਡ ਦੇ ਉੱਤੇ ਆਇਆ ਸੀ, ਉਹਨੇ ਨਬੀ ਪਾਕ ਦਾ ਨਾਮ ਲੈ ਕੇ ਸਿੱਧੀ ਗਾਲ ਦਿੱਤੀ, ਸਿੱਧੀ ਬਿਲਕੁਲ ਡਾਇਰੈਕਟ ਗਾਲ ਦਿੱਤੀ ਤੇ ਮਰਜ਼ਈ ਸੀ। ਮਤਲਬ ਅੱਜ ਇਸ ਚੀਜ਼ ਨੂੰ ਡਿਸਕਸ ਕਰੋ ਕਿ ਮਰਜ਼ਈਅਤ ਦਾ ਇਸਲਾਮ ਦੇ ਨਾਲ ਜਿਹੜੇ ਇਹ ਕਹਿੰਦੇ ਨੇ ਨਾ, ਇਹ ਇਹਨਾਂ ਨੂੰ ਬੜਾ ਤੜਕਾ ਲੱਗਦਾ। ਮਰਜ਼ਈਅਤ ਦਾ ਇਸਲਾਮ ਦੇ ਨਾਲ ਬਿਲਕੁਲ ਹੋਵੇ ਨਾ, ਇੱਕ ਰੱਤੀ ਬਰਾਬਰ ਵੀ ਤਲਕ ਨਹੀਂ ਹੈ। ਸੁਣੋ ਜ਼ਰਾ, ਬੱਟ ਗਾਲਾਂ ਕੱਢਣ ਦੀ। ਦੀਪ ਸਾਹਿਬ ਤੁਹਾਡੀ ਇਸ ਗੱਲ ਨਾਲ ਮੈਂ ਪੂਰੀ ਤਰ੍ਹਾਂ ਜਿਹੜਾ ਨਾ ਤੁਹਾਡੇ ਨਾਲ ਬਿਲਕੁਲ ਦਰਸਤ ਗੱਲ ਕੀਤੀ ਹੈ। ਹੁਣ ਇਸ ਬਗੈਰ ਨੂੰ ਪੁੱਛੋ, ਜਿਹੜਾ ਹੈ ਇਹਨੂੰ ਹੁਣ ਹੀ ਪੁੱਛਿਆ ਤੇ ਇਹਨੇ ਇਹਦੀ ਮਾਂ ਮਰ ਜਾਣੀ, ਇਹਨੇ ਜਵਾਬ ਨਹੀਂ ਦੇਣਾ। ਬੱਟ ਤੂੰ ਸਾਡੀ ਗੱਲ ਤੇ ਸੁਣਨ ਡਿਆ ਤੇ ਤਸਵੀਰ ਲਾ, ਅਸਦ ਦੀ ਲਾ ਦੇ ਯਾਰ। ਉਹਨੇ ਲੇਟੜੀਆਂ ਬੜੀਆਂ ਲਈਆਂ ਨੇ, ਓਏ ਅਸਦ ਦੀ ਤਸਵੀਰ ਲਾ ਦਾ, ਬੱਟ ਹੁੰਦਾ ਪੈਰੀ ਸਾਹਮਣੇ ਪੈ ਕੇ ਮਾਫੀ ਮੰਗੀ ਉਹਨੇ। ਯੂਸੀ ਭਾਈ ਚਲਾਓ ਵੀਡੀਓ। ਸਾਹਿਬ ਦੀ ਬਰਾੜ ਤੇ ਨਾ ਉਮਰ ਬਾਬ ਸਾਹਿਬ ਅਫਜ਼ਲ ਵੜਾਈ ਸਾਹਿਬ ਬੈਠੇ ਸੀ ਤੇ ਉੱਥੇ ਕੋਈ ਰਜ਼ੀ ਅੱਲਾਹ ਅਨਹੂ ਔਰ ਉਹਦੀ ਟਰਮ ਵਾਸਤੇ ਗੱਲ ਕਰ ਰਹੇ ਸੀ ਕਿ ਅਲੈਹਿਸਲਾਮ ਕਿਹਦੇ ਵਾਸਤੇ ਇਸਤੇਮਾਲ, ਉਹਦੇ ਤਹਿਤ ਉਹ ਫਿਰ ਉਹਨਾਂ ਨੂੰ ਮੈਂ ਕਿਹਾ ਕਿ ਉਹਨਾਂ ਦਾ ਦਾਵਾ ਲੈ ਲਈਏ ਕਿ ਐਗਜ਼ੈਕਟ ਮੌਕਫ ਕੀ ਹੈ, ਤੇ ਉਹਦੇ ਤੇ ਕੋਈ ਅੱਧਾ ਪੌਣਾ ਘੰਟਾ ਖੈਰ ਲੱਗ ਗਿਆ। ਤੇ ਹੁਣ ਇੱਥੇ 4:30 ਹੋਏ ਨੇ ਤੇ ਮੈਂ ਸੌਣ ਲੱਗਾ ਸਾਂ ਤੇ ਮੈਂ ਸਕਰੋਲਿੰਗ ਕਰਦਿਆਂ ਦੇਖਿਆ ਤੇ ਤੁਹਾਡੀ ਬਰਾੜ ਆ ਗਈ ਸਾਹਮਣੇ। ਵੈਲਕਮ, अस्सलाम वालेकुम राजा साहब। वालेकुम, ਕੀ ਹਾਲ ਹੈ? ਠੀਕ ਠਾਕ ਜੀ, ਅਲਹਮਦੁਲਿल्लाह। ਮੈਂ ਗੱਲ ਕਰ ਰਿਹਾ ਫਾਈਟਰ ਸਾਹਿਬ, ਮੈਂ ਮੋਡਰੇਟਰ ਨਹੀਂ ਜਿਆ। ਫਾਈਟਰ ਭਾਈ ਤੁਸੀਂ ਇੱਥੇ ਹੀ ਹੋ? जी राजा साहब अस्सलाम वालेकुम। मैं जरा थोड़ा बिजी में सुन रहा हूँ। ਅੱਛਾ, ਮੈਂ ਇਹ ਪੁੱਛ ਰਿਹਾ ਸੀ, ਮੈਂ ਦੇਖਣਾ ਪਿਆ ਕਿ ਕੁਝ ਦਿਨ ਪਹਿਲਾਂ ਵੀ ਸ਼ਾਇਦ ਇੱਕ ਦਫਾ ਗੱਲ ਹੋਈ ਸੀ ਤੇ ਉਦੋਂ ਹੀ ਦਰਖਾਸਤ ਕੀਤੀ ਸੀ ਕਿ ਦੇਖੋ ਇਹ ਜਿਹੜਾ ਤਰੀਕਾਕਾਰ ਹੈ ਨਾ, ਕਿਸੇ ਮਾਨਦ ਜੋ ਵੀ ਹੋਵੇ ਕੋਈ, ਉਹਦੀ ਇਸ ਕਿਸਮ ਦੀ ਜਿਹੜੀ ਹੈ, ਅਸੀਂ ਚੁੱਕੇ ਅੱਲਾ ਦੇ ਫਜ਼ਲ ਨਾਲ ਅਹਿਮਦੀ ਮੁਸਲਮਾਨ ਆ, ਸਾਡਾ ਇਹ ਤਰੀਕਾ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀ ਤਸਵੀਰ ਲਗਾ ਕੇ ਤੇ ਉਹਦਾ ਮਜ਼ਾਕ ਜਾਂ ਤਮਸਖਰ ਉਡਾਉਣਾ। ਜੋ ਵੀ ਇਹਦੀ ਵਜ੍ਹਾ ਹੋਵੇ ਨਾ, ਕਿ ਉਹ ਮਤਲਬ ਇਹ ਹੈ ਕਿ ਉਹ ਠੀਕ ਹੈ, ਸਾਨੂੰ ਪਤਾ ਹੈ ਆਮਰ ਨਜ਼ੀਰ ਸਾਹਿਬ ਹੋਣ ਜਾਂ ਦੂਜੇ ਹੋਣ, ਉਹ ਹਜ਼ਰਤ ਮਸੀਹ ਮੌਦ अलैहिस्सलाम ਦੇ ਬਾਰੇ 'ਚ ਉਹਨਾਂ ਦੀ ਜ਼ੁਬਾਨ ਵੀ ਸਖਤ ਹੁੰਦੀ ਹੈ, ਔਰ ਇਸ ਤੋਂ ਇਲਾਵਾ ਵੀ ਉਹ ਮਾਜ਼ੀ 'ਚ ਇਸ ਤਰ੍ਹਾਂ ਦੇ ਉਹਨਾਂ ਨੇ ਮਾਮਲਾਤ ਕੀਤੇ ਨੇ ਕਿ ਜਿਹੜੇ ਦਿਲ ਆਜ਼ਾਰਾਨਾ ਨੇ ਔਰ ਦੁੱਖ ਦੇ ਨੇ। ਲੇਕਿਨ ਸਾਡੇ ਵਾਸਤੇ ਤਾਂ ਹਜ਼ਰਤ ਅਮੀरुल मोमिनीन खलीफतुल मसीह खामिस सैयदुल्लाह ताला बिन नसर अज़ीज़ ने खुतबा भी पिछले दिनों 'ਚ ਆਇਆ, ਉਹਦੇ 'ਚ ਵੀ ਕਲੀਅਰ ਗੱਲ ਦੱਸੀ। ਫਿਰ ਜ਼ਾਹਿਰ ਮੈਂ ਤੁਸੀਂ ਅਸੀਂ ਸਾਰੇ ਅਹਿਮਦੀ ਹਾਂ, ਸਾਨੂੰ ਪਤਾ ਹੈ ਕਿ ਅਸੀਂ ਬਹਰਲ ਜਵਾਬ ਦੇ ਵਿੱਚ ਸਬਰ ਹੀ ਕਰਨਾ ਹੈ ਜਾਂ ਕਮ ਅਜ਼ ਕਮ ਇਸ ਹੱਦ ਤੱਕ ਨਹੀਂ ਜਾਣਾ। ਤੇ ਮੇਰਾ ਖਿਆਲ ਹੈ ਕਿ ਮੈਂ ਇਹ ਤੇ ਹੁਣ ਕੋਈ ਆਮ ਇੱਕ ਸ਼ਾਇਦ ਰਵਾਇਤ ਬਜ਼ਾਹਿਰ ਬਣ ਗਈ ਹੈ, ਕਿਉਂਕਿ ਹੋਰ ਵੀ ਕਈਆਂ ਜਗ੍ਹਾ ਤੇ ਇਹਦੇ ਬਾਰੇ 'ਚ ਗੱਲ ਹੁੰਦਿਆਂ ਸੁਣੀ ਹੈ। ਤੇ ਇਹ ਤੁਹਾਨੂੰ ਲੱਗਦਾ ਹੈ ਕਿ ਕੋਈ ਬਹੁਤ ਅੱਛਾ ਕੰਮ ਹੈ? नहीं रहा सब अच्छा नहीं काम है, लेकिन मैं गुस्सा से ता वास्ते मैं लांदा है इस वास्ते नहीं, लेकिन ਇਹਦਾ ਫਾਇਦਾ ਕੀ ਹੋਵੇਗਾ? फायदा तो कुछ भी नहीं, ਫਾਇਦਾ ਤਾਂ ਕੁਛ ਵੀ ਨਹੀਂ ਨਾ। ਅਗਰ ਇਹ ਕੰਮ, ਅਗਰ ਇਹ ਜਵਾਬ 'ਚ ਯਾਦ ਤਾਂ ਹੋਵੇ ਨਾ ਕਿ ਕੋਈ ਤੁਹਾਨੂੰ ਇਹ ਲੱਗਾ ਕਿ ਤੁਹਾਡੀ ਇਸ ਹਰਕਤ ਤੋਂ ਕੋਈ ਫਾਇਦਾ ਕਿਸੇ ਤਰੀਕੇ ਦਾ, ਅਵਲ ਤਾਂ ਫਾਇਦਾ ਨਹੀਂ ਸੋਚਣਾ ਚਾਹੀਦਾ। ਵੈਸੇ ਮੈਂ ਇੱਕ ਇਜ਼ਾਫੀ ਗੱਲ ਕਰ ਰਿਹਾ ਕਿ ਜਦ ਫਾਇਦਾ ਹੀ ਨਹੀਂ ਹੈ, ਇਹਦਾ ਵੀ ਨੁਕਸਾਨ ਹੀ ਹੈ, ਤੇ ਫਿਰ ਤੇ ਅਮਲ ਵੈਸੇ ਹੀ ਨਹੀਂ ਕਰਨਾ ਚਾਹੀਦਾ। ਲੇਕਿਨ ਮੇਨ ਤਾਂ ਗੱਲ ਇਹ ਹੈ ਕਿ ਜਦ ਸਾਡਾ ਇਹ ਬਤੌਰੇ ਅਹਿਮਦੀ ਅਸੀਂ ਤੇ ਤਬਲੀਗ ਕਰਨੀ ਹਜ਼ਰਤ ਸਈਦਨਾ ਰਸੂਲੁल्लाह सल्लल्लाहु अलैहि वसल्लम ਦੀ ਸੱਚੀ ਤਾਲੀਮਾਤ ਦੀ, ਹਜ਼ਰਤ ਮਸੀਹ ਮੌਦ अलैहिस्सलाम ਦੀ ਤਾਲੀਮਾਤ ਦੀ, ਤੇ ਇਹ ਤਾਂ ਨਹੀਂ ਨਾ, ਇਹ ਤਰੀਕਾ ਠੀਕ ਨਹੀਂ ਹੈ ਮੇਰੇ ਖਿਆਲ 'ਚ। ਤੁਸੀਂ ਭਾਈ ਹੋ, ਜੋ ਵੀ ਤੁਹਾਡੇ ਜ਼ਿਹਨ 'ਚ। ਜੀ ਜੀ ਬਿਲਕੁਲ ਰਾਜਾ ਸਾਹਿਬ, ਤੁਹਾਡੀ ਜਿਹੜੀ ਗੱਲ ਠੀਕ ਹੈ। ਅਸੀਂ ਵੀ ਇਹਦਾ ਇਜ਼ਹਾਰ ਕਰਨੇ ਆ ਕਿ ਨਾ ਤੇ ਜਮਾਤ ਦਾ ਰਵੱਈਆ ਤੇ ਨਾ ਸਾਡੇ ਜਮਾਤ ਦੇ ਜਿਹੜੇ ਅਗਰ ਦੋਸਤ ਆ ਕੇ ਕਹਿੰਦੇ ਸਨ, ਔਰ ਐ ਨਹੀਂ ਕਿ ਇੱਕ ਬੰਦੇ ਨੇ ਕਿਹਾ, ਕਾਫੀ ਬੰਦਿਆਂ ਨੇ ਕਿਹਾ, ਉਹਦੇ ਸਾਡੀ ਜਮਾਤ ਦੇ ਰਵੱਈਏ ਦਾ ਵੀ ਪਤਾ ਲੱਗਦਾ ਕਿ ਉਹ ਕਹਿੰਦੇ ਸਨ ਇਹ ਕੰਮ ਇਹ ਨਾ ਕਰੋ। ਠੀਕ ਹੈ, ਅਸੀਂ ਕਹਿੰਦੇ ਸਾਂ ਕਿ ਇਹ ਇੱਥੇ ਜਿਹੜਾ ਫਾਈਟਰ ਹੋ ਗਿਆ
ਜ਼ਿਹਨ ਸੀ ਕਿ ਭਾਈ ਜੀ ਨਾ ਤੇ ਜਮਾਤ ਦੀ ਤਲੀਮ ਹੈ ਤੇ ਨਾ ਸਾਨੂੰ ਜ਼ਾਤੀ ਤੌਰ ਤੇ ਮੈਨੂੰ ਵੀ ਪੁੱਛਣ ਤਾਂ ਮੈਂ ਵੀ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਲੇਕਿਨ ਇਹ ਉਹ ਹੁੰਦਾ ਨਾ ਬੰਦਾ ਗੁੱਸੇ 'ਚ ਹੁੰਦਾ ਹੈ, ਉਹ ਕਰ ਜਾਂਦਾ ਹੈ। ਖਲੀਫਾ ਖਾਨ ਮਸੀਹ ਨੇ ਤਕਰੀਰ ਬਣਾ ਕੇ ਇਸ ਬੰਦੇ ਨੇ ਕੀਤੀ, ਇਹਨੂੰ ਹਜ਼ਾਰ ਨਾ ਆਈ। ਸੌਰੀ WhatsApp ਮੈਂ ਕਤਾ ਕਲਾਮੀ ਦੀ ਮਾਫੀ ਚਾਹਨਾ, ਅਗਰ ਇੱਕ ਮਿੰਟ ਜੀ ਤੁਸੀਂ ਜਾਰੀ ਰੱਖਣਾ, ਮੈਂ ਤੁਹਾਡੀ ਗੱਲ ਸੁਣਨਾ ਚਾਹ ਰਿਹਾ। ਮੈਂ ਸਿਰਫ ਅਗਰ ਫਾਈਟਰ ਭਾਈ ਮੇਰੀ ਦਰਖਾਸਤ ਹੈ, ਚੁੱਕਿ ਮੈਂ ਬੈਠਿਆ ਖੁਦ ਵੀ, ਅਗਰ ਤਸਵੀਰ ਹਟਾ ਦਿਓ ਤੇ ਆਪਣੀ ਅਸੀਂ ਗੱਲ ਜਾਰੀ ਰੱਖਾਂ। ਮੈਂ ਹਟਾ ਦੇਣਾ। ਜਜ਼ਾਕੱਲਾ। ਹੁਣ ਮੈਂ ਗੱਲ ਕਰ ਸਕਦਾ ਰਾਜਾ ਸਾਹਿਬ? ਜੀ ਪਲੀਜ਼ WhatsApp ਗੱਲ ਜਾਰੀ ਰੱਖੋ। ਇਸ ਬੰਦਾ ਜਿਹੜਾ ਨਾ, ਇਹ ਗਲੀਜ਼ ਬੰਦਾ ਖੁਦ ਰਾਹ ਲੋਕਾਂ ਨੂੰ ਖਾਂਦਾ ਹੈ ਕਿ ਤੁਸੀਂ ਇਹ ਕੰਮ ਕਰੋ, ਯਾਨੀ ਕਿ ਖਲੀਫਾ ਖਾਨ ਮਸੀਹ ਉਹਨਾਂ ਨੇ ਤਕਰੀਰ ਤੇ ਕਿਸ ਤਰ੍ਹਾਂ ਦੀ ਆਪਣੀ ਬਾਜ਼ਾਰੀ ਜ਼ਬਾਨ ਤੇ ਬਾਜ਼ਾਰੀ ਜ਼ਿਹਨ ਦੱਸਿਆ। ਫਿਰ ਇਹ ਦੂਸਰਿਆਂ ਤੇ ਇਲਜ਼ਾਮ ਲਾਉਂਦਾ ਕਿ ਜੀ ਇਹਨਾਂ ਨੇ ਮੇਰੀਆਂ ਤਸਵੀਰਾਂ, ਉਹ ਰੋਇਆ ਹੈ ਹਰ ਪਾਸੇ, ਹਰ ਤਰੀਕਾ ਨੇ ਜ਼ਮਾਇਆ ਤੇ ਇਹਨੇ ਜਨਾਬ ਉਹ ਕੀਤਾ, ਤਸਵੀਰ ਸੇ ਲਾਈ ਰੱਖੀ ਸਾਡੇ, ਜਾਓ ਜੀ ਇਹ ਲਾਓ, ਇਹ ਫਲਾਂ ਔਰਤ ਦੀ ਤਸਵੀਰ ਲਓ। ਮੈਂ ਪਿਆ ਕਹਿਣਾ, ਰਿਕਾਰਡਿੰਗ ਸਾਡੇ ਕੋਲ ਹੈ। ਇਹਨੇ ਉਹ ਹਰਕਤ ਕੀਤੀ, ਇਹਨੇ ਉਹ ਤਸਵੀਰਾਂ ਲਵਾਈਆਂ ਤੇ ਇਹ ਸਾਨੂੰ ਆ ਕੇ ਕਹੇਗਾ ਕਿ ਕਿਹੜੀ ਜਿਹੜੀ ਜਨਾਬ ਜਮਾਤ ਹੈ, ਜਮਾਤ ਦੀ ਤਲੀਮ ਹੈ, ਤੇ ਜਿਹੜੀ ਇਹ ਤਲੀਮ ਪੇਸ਼ ਕਰਦਾ ਉਹ ਕਿਹਦੀ ਪੇਸ਼ ਕਰਦਾ। ਲੋ ਜੀ ਇੰਨੀ ਰਿਕਾਰਡਿੰਗ ਤੇ ਤਸਵੀਰ ਲੈ ਗਈ। ਅੱਛਾ ਇੱਕ ਮਿੰਟ ਬੰਦ ਕਰਿਆ ਜੇ ਜ਼ੈਦ ਭਾਈ, ਜਰਾ ਬੰਦ ਕਰਿਆ ਜੇ। ਮੈਂ ਉਹ ਸੁਣਦਾ ਪਿਆ ਉਧਰ ਨਾਸਰ ਬੱਟ, ਮੈਂ ਉੱਥੇ ਕਾਲਾ ਵੀ ਪਾਣਾ ਪਿਆ, ਉਹ ਚੁੱਕਦਾ ਨਹੀਂ ਪਿਆ। ਨਾਸਰ ਬੱਟ ਤੇਰੇ ਮੂੰਹ ਨਾਲ ਕੁੱਤਾ ਬੰਨੇ ਹੈ, ਜੈਲੀ ਬਾਟੇ ਤੂੰ, ਤੈਨੂੰ ਬੱਟ ਕਹਿੰਦੇ ਆ ਵੀ ਸ਼ਰਮ ਆਉਂਦੀ ਹੈ ਕਿ ਤੂੰ ਬੱਟ ਹੈ। ਇਹ ਅਸਲ ਕਸ਼ਮੀਰੀਆਂ ਨਾਲ ਜਿਸ ਦਿਨ ਤੇਰਾ ਕੋਈ ਵਾਹ ਪਵੇਗਾ ਨਾ, ਤੇ ਤੈਨੂੰ ਤੇਰਾ ਪਿਓ ਵੀ ਦੱਸਾਂਗੇ ਤੇਰਾ ਪਿਓ ਹੈ ਕਿਹੜਾ। ਇਹ ਜਿਹੜੀ ਕੱਲ ਤੂੰ ਗੱਲ ਕੀਤੀ ਸੀ ਨਾ ਇਹਦੇ ਨਾਲ ਬਹਿਰੀਨ ਨਾਲ ਜਿਹੜੀ ਤੂੰ ਗੱਲ ਕੀਤੀ ਸੀ, ਔਰ ਇਹਨੂੰ ਤੂੰ ਆਖਿਆ ਸੀ ਕਿ ਤੂੰ ਮਿਰਜ਼ਾ ਨਹੀਂ ਚੂੜਾ ਹੈ, ਤੇ ਮਿਰਜ਼ੇ ਚੂੜੇ ਹੁੰਦੇ ਨੇ, ਤੇ ਉਹ ਤੂੰ ਮਿਰਜ਼ਾ ਕਾਦੀਆਨੀ ਨੂੰ ਚੂੜਾ ਆਖਿਆ ਸੀ। ਤੇ ਨਾਸਰ ਬੱਟ ਅਗਰ ਤੇਰਾ ਪਿਓ ਇੱਕ ਹੈ ਜੁਲਾਇਆ, ਤੇ ਜੇ ਤੇਰਾ ਕੋਈ ਪਿਓ ਹੈ ਵੇ, ਤੂੰ ਸਮਝਣਾ ਕਿ ਤੇਰਾ ਪਿਓ ਹੈ। ਤੇਰੀ ਅੰਮਾ ਦੀ ਮੰਜੀ ਚਾਰ ਪਾਈ ਜਿਹੜੀ ਹੈ ਉਹ ਚੌਂਕ 'ਚ ਨਹੀਂ ਸੀ, ਤੇ ਉਹ ਜਿਹੜੀ ਸ਼ਰਾਇਤ ਰੱਖੀਆਂ ਨੇ ਉਹ ਪੂਰੀਆਂ ਕਰ। ਜਾਂ ਇਹ ਮੈਂ ਤੇਰਾ ਪਿਓ ਬੈਠੇ ਆ ਥੱਲੇ, ਤੇਰਾ ਨਜਾਇਜ਼ ਪਿਓ, ਮੇਰੀ ਕਾਲ ਚੁੱਕ, ਮੈਂ ਤੈਨੂੰ ਉੱਥੇ ਗੱਲ ਕਰਾਂ ਆ ਕੇ, ਨਾ ਤੂੰ ਕਾਲ ਚੁੱਕਣਾ। ਉਹ ਤੇਰੇ 'ਚ ਕੀ ਹੈ, ਹਿੰਮਤ ਹੈ ਤੇਰੇ 'ਚ? ਕਿਸੇ ਨਾਲ ਗੱਲ ਕਰਨ ਦੀ ਆਈ ਹਿੰਮਤ? ਸੁਣਨਾ ਨਾ ਪਿਆ ਉੱਥੇ ਮੇਰੀ ਗੱਲ, ਉਹ ਮੈਂ ਥੱਲੇ ਵੇਖ ਲੈ ਰਿਕਾਰਡਿੰਗ ਕਰਨਾ ਪਿਆ, ਤੇ ਕਾਲ ਵੀ ਪਾਈ ਹੈ, ਤੇ ਤੇਰੇ ਅੰਦਰ ਹਿੰਮਤ ਨਹੀਂ ਹੈ, ਗੈਰਤ ਨਹੀਂ ਹੈ ਚੁੱਕਣ ਦੀ। ਤੇ ਉਹ ਇਹਦੀ ਬਹਿਰੀਨ ਦੀ ਹੁਣ ਗੱਲ ਮੰਨ, ਤੇ ਇਹ ਤੈਨੂੰ ਸਬੂਤ ਦੇਵੇਗਾ ਕਿ ਇਹ ਮਿਰਜ਼ਾ ਹੈ, ਤੇ ਤੂੰ ਸਬੂਤ ਦੇਣਾ, ਹਲਫ ਚੁੱਕਣਾ ਕਿ ਇਹ ਜੁਲਾਇਆ ਹੈ। ਨਹੀਂ ਤੇ ਆਪਣੇ ਪਿਓ ਦੀ ਕਬਰ ਦੇ ਉੱਤੇ ਜਾ ਕੇ ਮੂਤਰ ਨਹੀਂ ਤੇ ਉਹਦੀ ਵੀਡੀਓ ਬਣਾਉਣੀ ਆ। ਤੇ ਜੇ ਤੈਨੂੰ ਨਹੀਂ ਪਤਾ ਤੇਰਾ ਪਿਓ ਕਿਹੜਾ, ਤੇ ਉੱਥੇ ਕਿਸੇ ਦੀ ਵੀ ਕਬਰ ਦੇ ਉੱਤੇ ਮੂਤਰ ਕੇ ਤੇ ਆਖ ਦੇਵੀਂ ਕਿ ਭਈ ਇਹ ਮੇਰਾ ਪਿਓ ਹੈ, ਤੇ ਇਹ ਅਮਲ ਕਰ ਇਹਦੇ ਤੇ ਰਿਕਾਰਡਿੰਗ ਕਰ ਇਹਦੀ। ਉੱਥੇ ਮਾਈਕ ਹੁਣ ਬੰਦ ਕਰਕੇ ਬੈਠੇ ਆ। ਸੁਣ ਓਏ ਜਾਰੀ ਬਟਾ, ਇਹ ਸੁਣ। ਅੱਛਾ ਬਲਾਕ ਕਰ ਦਿੱਤਾ ਸੀ ਮੈਨੂੰ, ਬਲਾਕ ਕਰ ਦਿੱਤਾ ਸੀ। ਬਲਾਕ ਕਰ ਦਿੱਤਾ, ਮੇਰੀ ਰਿਕਾਰਡਿੰਗ ਸੁਣਦਾ ਮੈਂ ਬਲਾਕ ਕਰ ਦਿੱਤਾ ਸੀ ਉਧਰੋਂ। ਇਹ ਜੇ ਜੀ ਇਹਦੀ ਔਕਾਤ ਹੈ। ਤੇ ਤਲੀ ਇੰਝ ਲਾਂਦਾ ਕਿ ਜਿਵੇਂ ਸ਼ਬਾਜ਼ ਸ਼ਰੀਫ ਦਾ ਨਜਾਇਜ਼ ਮੁੰਡਾ ਹੈ। ਬਗੈਰ ਤਾਂ ਗੈਰਤ ਹੈ ਨਹੀਂ ਤੇਰੇ ਅੰਦਰ, ਕਿਸੇ ਨਾਲ ਗੱਲ ਤੂੰ ਨਹੀਂ ਕਰ ਸਕਦਾ। ਓਏ ਹੋਏ ਚਾਸ, ਓਏ ਗੱਲ ਸੁਣ, ਤੂੰ ਸੁਣ ਡਿਆ ਉਧਰ, ਗੱਲ ਸੁਣ ਲੈ ਮਰਜ਼ਈਆ, ਗੱਲ ਸੁਣ ਲੈ ਸਾਡੀ। ਜੇ ਤੇ ਆਪਣੇ ਸਕੇ ਪਿਓ ਦੇ ਨਾ, ਤੁਹਾਨੂੰ ਚੈਲੰਜ, ਕਿਸੇ ਇੱਕ ਮੁਸਲਮਾਨ ਦੀ ਤਸਵੀਰ ਲਾ ਕੇ ਵਿਖਾਓ, ਕਿਸੇ ਇੱਕ ਮੁਸਲਮਾਨ ਦੀ ਤਸਵੀਰ ਲਾ ਕੇ ਦਿਓ, ਸਮਝ ਗਏ ਹੋ? ਕਿਸੇ ਇੱਕ ਸ਼ਾਹਦ ਭਾਈ ਨੇ ਸਾਡੇ ਜਿਹੜੇ ਗਾਲੀਬਾਜ਼ ਨੇ, ਉਹਦੀ ਵੀ ਤਸਵੀਰ ਲਾਓਗੇ ਤੇ ਹਾਂ ਮਿਰਜ਼ਾ ਟੰਗਣਾ ਜਾਓ, ਜੋ ਹੁੰਦਾ ਜੇ ਕਰ ਲੈ। ਜੇ ਆਪਣੇ ਸਕੇ ਪਿਓ ਦੇ ਨਾਲ ਲਾ ਕੇ ਦੱਸੋ ਤਸਵੀਰ। ਹੁਣ ਬਸ ਆਪਣੀ ਫਿਤਰਤ ਦੇ, ਮੈਂ ਕਹਿੰਦਾ ਫਿਰ ਆਪਣੀ ਫਿਤਰਤ ਦੇ ਮੁਤਾਬਿਕ। ਅੱਛਾ ਬਹਿਰੀਨ ਸਾਹਿਬ, ਬਹਿਰੀਨ ਭਾਈ ਮੈਂ ਤੁਹਾਨੂੰ ਗੱਲ ਦੱਸਣਾ, ਉੱਥੇ ਬਾਰ-ਬਾਰ ਤੁਹਾਡੀ ਆਡੀਓ ਚਲਾਉਂਦਾ ਹੈ ਕਿ ਜੀ ਇਹ ਵੇਖੋ ਜੀ ਇਹਨੇ ਸੁਹਾਬਾ ਦੇ ਬਾਰੇ ਚ ਗੱਲ ਕੀਤੀ ਹੈ, ਫਿਰ ਅਮਰ ਨਜ਼ੀਰ ਦੀ ਚਲਾਉਂਦਾ ਹੈ। ਨਹੀਂ ਮੈਂ ਇਹਨੂੰ ਸਿਰਫ ਇੱਕ ਮੈਸੇਜ ਦੇਣਾ, ਸੁਣਦਾ ਨਾ ਪਿਆ ਉਧਰ। ਇਹ ਮੈਸੇਜ ਸੁਣਾ, ਮੈਸੇਜ ਇਹ ਵੇ ਕਿ ਅਗਰ ਤੇਰੇ ਅੰਦਰ ਗੈਰਤ ਹੈ ਨਾ ਵੇ ਬਟਾ,
ਓਏ ਜਾਲੀ ਬਟਾ, ਤੇਰੇ ਅੰਦਰ ਅਗਰ ਗੈਰਤ ਹੈ ਤੇ ਸਿਰਫ ਇੰਨਾ ਦੱਸ ਦੇ ਕਿ ਤੂੰ ਸ਼ੀਆਂ ਨੂੰ ਮੁਸਲਮਾਨ ਸਮਝਣਾ ਹੈ, ਭਾਬੀਆਂ ਨੂੰ, ਬਰੇਲਵੀਆਂ ਨੂੰ, ਦਿਓਬੰਦੀਆਂ ਨੂੰ, ਕਿਹਨਾਂ ਨੂੰ ਮੁਸਲਮਾਨ ਸਮਝਣਾ ਹੈ? ਜਿਹੜੇ ਵੀ ਫਿਰਕੇ ਨੂੰ ਤੂੰ ਮੁਸਲਮਾਨ ਸਮਝਣਾ ਹੈ, ਉਹਦਾ ਨਾਂ ਲੈ। ਨਹੀਂ ਤੇ ਫਿਰ ਗੈਰਤ ਖਾ ਤੇ ਇਹ ਸਾਬਤ ਕਰ ਕਿ ਤੇਰਾ ਕੋਈ ਪਿਓ ਹੈ ਸੀ, ਅੰਮਾ ਤੇਰੀ ਦੀ ਮੰਜੀ ਜਿਹੜੀ ਉਹ ਚੌਂਕ ਵਿੱਚ ਨਹੀਂ ਸੀ। ਇਹ ਸਾਬਤ ਕਰ। ਤੈਨੂੰ ਕੀ ਲੱਗੇ ਬਹਿਰੀਨ ਕੀ ਆਂਦਾ ਪਿਆ ਤੇ ਅਮਰ ਨਜ਼ੀਰ ਕੀ ਆਂਦਾ ਪਿਆ, ਉਹ ਅਸੀਂ ਸਾਰੇ ਤੇਰੀ ਨਜ਼ਰ ਦੇ ਵਿੱਚ ਇੱਕੋ ਕੁਛ ਆ। 72 ਆਂਦੇ ਹੋ ਨਾ ਸਾਨੂੰ ਜਦੋਂ ਤੁਸੀਂ 72 ਆਂਦੇ ਹੋ ਤਾਂ ਅਸੀਂ ਜੋ ਮਰਜ਼ੀ ਕਰੀਏ, ਆਪਸ ਵਿੱਚ ਬਵੀਏ, ਆਪਸ ਵਿੱਚ ਲੜੀਏ, ਝਗੜੀਏ, ਜੋ ਦਿਲ ਕਰੇਗਾ ਸਾਡਾ ਅਸੀਂ ਕਰੀਏ। ਤੈਨੂੰ ਕੀ ਲੱਗੇ ਵੀ ਸਾਡੇ ਨਾਲ ਕਿ ਬਹਿਰੀਨ ਨੇ ਫਲਾਂ ਕਹਿ ਦਿੱਤਾ ਤੇ ਫਲਾਣੇ ਨੇ ਫਲਾਂ ਕਹਿ ਦਿੱਤਾ? ਬਹਿਰੀਨ ਨੇ ਅਗਰ ਕਿਹਾ ਤੇ ਬਹਿਰੀਨ ਨਾਲ ਅਸੀਂ ਆਪ ਨਿਬੜ ਲਾਂਗੇ, ਉਹ ਸਾਡਾ ਮਸਲਾ ਹੈ। ਤੇਰਾ ਜਿਹੜਾ ਮਸਲਾ ਹੈ ਤੂੰ ਉਹ ਕਲੀਅਰ ਕਰ। ਤੂੰ ਆਪਣਾ ਅੱਬਾ ਸਾਬਤ ਕਰ, ਤੇਰਾ ਪਿਓ ਹੈ ਸੀ ਜਾਂ ਨਹੀਂ, ਉਹ ਸਾਬਤ ਕਰ। ਬਹਿਰੀਨ ਵਿੱਚ ਜਦੋਂ ਕੋਈ ਕਰਦਾ ਤੇ ਅਸੀਂ ਕਰ ਲੈਂਦੇ ਹਾਂ ਇਹਦੇ ਨਾਲ ਵੀ, ਉਹ ਸਾਡਾ ਆਪਣਾ ਘਰ ਦਾ ਮਾਮਲਾ ਸੀ। ਤੇ ਤੇਰੀ ਨਜ਼ਰ 72 ਆ ਨਾ, ਕੋਈ ਇੱਕ ਫਿਰਕਾ ਦੱਸ ਜਿਹੜਾ ਤੂੰ ਆਖਣਾ ਕਿ ਮੁਸਲਮਾਨ ਹੈ, ਜਿਨ੍ਹਾਂ ਨੂੰ ਤੂੰ ਮੁਸਲਮਾਨ ਸਮਝਣਾ ਅਸੀਂ ਤੇਰੇ ਵੱਲ ਤੋੜ ਦਿੰਦੇ ਹਾਂ ਉਹਨੂੰ। ਇਹ ਬਹਿਰੀਨ ਨੂੰ ਅਗਰ ਸਮਝਣਾ ਸ਼ੀਆਂ ਨੂੰ ਤੇ ਇਹਨੂੰ ਤੋੜ ਦਿੰਦੇ ਆ ਤੇਰੇ ਵੱਲ, ਇਹਨੂੰ ਬਹਿਨੋਈ ਬਣਾ ਲਈ ਆਪਣਾ। ਲਾਹ ਦੀ ਲਾਹਨੇ ਦੀ ਬਗੈਰਤਾ ਜੀ। ਦੋ ਜਿਹੜੀਆਂ ਚਮਚੀਆਂ ਨੇ, ਸਮਾਲ ਕਰੋਕਰੀ, ਛੋਟੇ ਭਾਂਡੇ ਨੇ, ਉਹ ਸ਼ੀਆ ਹੋ ਕੇ ਮੁਸਲਮਾਨ ਨੇ। ਕਿਆ ਬਾਤ ਹੈ ਉਸਤਾਦ ਜੀ, ਕੀ ਕਹੇ ਬੰਦਾ ਤੁਹਾਨੂੰ। ਹੁਣ ਉਹਨੇ ਨਾਸਰ ਭੱਟ ਮੈਸੇਜ ਕੀਤਾ, ਮੈਂ ਤਾਂ ਸੁਣੀ ਨਹੀਂ ਗੁਫ਼ਤਗੂ। ਨਾਸਰ ਭੱਟ ਕਹ ਮੁਬਾਰਕ ਹੋ, ਤੁਸੀਂ ਫਿਰ ਮੁਸਲਮਾਨ ਹੋ ਗਏ। ਹੁਣ ਕੀ ਮੈਂ ਜਵਾਬ ਦੇਵਾਂ ਹੈ ਉਸਤਾਦ ਜੀ? ਗੈਰਤਮੰਦ ਬੰਦੇ ਨੇ, बगैरत लोग ने भाट साहब, बगैरत लोग ने। और थू तेरी जिंदगी ते सुनाओ। ਤੂੰ ਜ਼ਨਾ ਮੰਨਦਾ ਹੈ? ਅੱਛਾ, ਇਹ ਅਹਿਮਦ ਰਜ਼ਾ ਖਾਨ ਬਰੇਲਵੀ ਦੇ ਫਤਵੇ ਨੂੰ ਸੱਚਾ ਮੰਨਦਾ ਨਾਸਰ ਭੱਟ ਤੇ ਅਸਦ ਸਾਹਿਬ? ਇਹਨੂੰ ਪਹਿਲਾਂ ਤੇ ਇਹ ਪੁੱਛੋ ਵੀ ਫਿਰ ਉਹ ਫਤਵਾ ਤੇ ਜਿਹੜੇ ਭਾਬੀ ਨੇ ਸਾਰਿਆਂ ਤੇ ਲੱਗਾ ਨਾ। ਜੇ ਸੱਚਾ ਮੰਨਦਾ ਹੈ ਫਤਵੇ ਨੂੰ, ਅਸੀਂ ਤੇ ਝੂਠਾ ਮੰਨਦੇ ਆ। ਕੀ ਕਿਹਾ ਸੀ? झूठा मान ਬੁਜ਼ਦਿਲ ਬੱਟਾ ਪੂਰੀ ਚਲਾ। ਉਹ ਅੱਗੇ ਜਿਹੜੀ ਠੋਕਣ ਲੱਗੀ ਮੰਜੀ ਮਿਰਜ਼ਾ ਸਾਹਿਬ ਦੀ, ਪੂਰੀ ਸੁਣਾ। ਇਹ ਕਹਿੰਦਾ ਨਾ ਕਿ ਅਸੀਂ ਝੂਠਾ ਮੰਨਿਆ, ਤੇ ਜੇ ਪਿਓ ਦਾ ਤੁਹਮ ਹੈ ਤੇ ਕਹਿ ਉਹਨਾਂ ਦੇ ਬਰੇਲਵੀਆਂ ਦੇ ਸਾਹਮਣੇ ਕਿ ਤੂੰ ਉਹਨੂੰ ਝੂਠਾ ਮੰਨਣਾ। ਆਖ ਚਾਚੀ ਮਿਊਟ ਲਾ। उसे झूठा मानते हैं तो उसे कहना मैं इसे डिफेंड करूंगा। बट एक मिनट साकी भाई भैया ने इस तो पहले चुक ले। ਹਾਂਜੀ ਚੁੱਕ ਲਾ। ਮੈਂ ਕਿਹਾ ਬਾਠ ਨੂੰ ਪੈਗਾਮ ਵੀ ਨਾਲ ਦਿਓ ਨਾ ਕਿ ਉਹਦਾ ਅੱਬਾ ਵੀ ਯਾਦ ਕਰਾਓ। ਉਹਦਾ ਅੱਬਾ ਲੱਗਦਾ ਭੁੱਲ ਗਿਆ, ਅੱਬਾ ਕਿਹੜਾ ਹੈ। ਉਹਨੂੰ ਕਹੋ ਤਸਵੀਰ ਲਾ, ਹੁਣ ਆਪਣੇ ਪਿਓ ਦੀ ਕਿਉਂ ਨਹੀਂ ਲਾਂਦਾ। ਅਸੀਂ ਤੇ ਤਸਵੀਰ ਲਵਾਣੀ, ਭਾਵੇਂ ਅਸਦ ਭਾਈ ਦੀ ਲਾ ਦੇ, ਭਾਵੇਂ ਸਾਡੀ ਕਿਸੇ ਦੀ ਲਾ ਦੇ। ਯਾਰ ਮੈਂ ਤੇ ਇੰਤਜ਼ਾਰ ਪਿਆ ਕਰਨਾ। ਭੱਟ ਸਾਹਿਬ ਤੁਹਾਡੀ ਮਿਹਰਬਾਨੀ, ਮੈਂ ਸੌਣਾ ਹੈ, ਲਾ ਦਿਓ ਅਸਦ ਦੀ ਫੋਟੋ। ਅਸਦ ਤੇਰੀ ਤੇ ਫੋਟੋ ਲਵਾ ਕੇ ਛੱਡੇਗਾ। ਉਹਦੇ ਕੋਲ ਹੈ ਨਹੀਂ, ਤਾਂ ਹੀ ਤਾਂ ਚੀਕਾ ਮਾਰਦਾ ਹੈ ਕਿ ਆਪਣੇ ਆਪ ਨੂੰ ਤੂੰ ਛੁਪਾ ਕੇ ਰੱਖੇ, ਤੇ ਮੇਰੇ ਪਿਓ ਦੀ ਵੀ ਰੱਖੀ ਨਹੀਂ, ਮੇਰੀ ਕੱਛੇ 'ਚ ਵੀ ਰੱਖੀ ਨਹੀਂ, ਤਾਂ ਹੀ ਤਾਂ ਚੀਕਾ ਮਾਰਦਾ। ਓਏ ਅਸਦ ਦੀ ਲਵਾਣੀ ਹੈ ਯਾਰ। ਅਬੂ ਬਕਰ ਤੂੰ ਫੇਰ ਪੁੱਠੇ ਪਾਸੇ ਟੁਰ ਪੈਣਾ। ਉਹ ਯਾਰ ਤੁਸੀਂ ਕਿਉਂ ਮਸ਼ਹੂਰ ਹੋਣਾ ਚਾਹੁੰਦੇ ਹੋ? ਛੋੜੋ ਤੁਹਾਡੀਆਂ ਉਹ ਜਿਸ ਤਰ੍ਹਾਂ ਪੁਰਾਣੇ ਅਖਬਾਰ, ਉਹ ਜਿਸ ਤਰ੍ਹਾਂ ਪੁਰਾਣੇ ਅਖਬਾਰਾਂ ਦੇ ਅੰਦਰ ਖਾਕੇ ਨਹੀਂ ਬੰਦੇ ਸਨ, ਲਿਖ ਕੇ ਨਾਲ ਸਵਾਲ ਲਾਇਆ ਹੈ, ਠੀਕ ਹੈ ਨਾ, ਉਹ ਕਾਰਟੂਨ ਆਉਂਦੇ ਤਰ੍ਹਾਂ ਉਹ ਸਵਾਲ ਹੈ। ਤੇ ਅੱਡੇ ਕੋ ਮੈਂ ਕਹਿੰਦਾ ਕੋਈ ਆਪਣੇ ਬਗਾਤ ਦਾ ਬੱਚਾ ਹੈ, ਤੂੰ ਫਿਰ ਕਿਹੜੇ ਮੂੰਹ ਦੇ ਨਾਲ 6 ਮਹੀਨੇ ਨਾਲ ਬੈਠਿਆ ਰਿਹਾ, ਗੱਲਾਂ ਕਰਦਾ ਰਿਹਾ, ਹਵਾਲਾ ਦਿੰਦਾ ਰਿਹਾ ਕਿ ਬਈ ਜਾ ਕੇ ਇਹ ਪੁੱਛੋ, ਜਾ ਕੇ ਇਹ ਪੁੱਛੋ। ਉਹ ਕਿਹੜੇ ਮੂੰਹ ਨਾਲ ਪੁੱਛ ਰਿਹਾ? ਉਹ ਬਟ ਕਿਸੇ ਥਾਂ ਤੇ ਸਾਬਤ ਕਰ ਕਿ ਲੂਤੀ ਨਹੀਂ। ਹਾਂਜੀ ਉਹ ਕਿਹਦੀ ਗੈਰਤ ਚੈੱਕ ਕਰਨ ਲੱਗੇ ਅਬੂ ਬਕਰ ਸਾਹਿਬ? ਉਹਦੀ ਗੈਰਤ ਚੈੱਕ ਕਰੋ ਜਿਹਦੇ ਕੋਲ ਗੈਰਤ ਦਾ ਨੁਤਫਾ ਹੀ ਕੋਈ ਨਹੀਂ। ਸਾਰੀ ਮਾਂ ਭੈਣ ਦੀ ਗੱਲ ਦੇ ਕੇ ਕਹਿ ਬਈ ਮੇਰੇ ਕੋਲ ਗੱਲ ਦਿੱਤੀ ਹੈ ਚਲਾ। ਮੈਂ ਕਿਹਾ ਇੱਕ ਨੇ ਦਿੱਤੀ ਹੈ ਥੋੜੇ ਦਿਨ ਪਹਿਲੇ ਹੀ ਉਸਤਾਦ ਨੂੰ, ਠੀਕ ਹੈ। ਮੈਂ ਪਲੇ ਕਰਨ ਲਈ ਵੇਖਿਆ ਤਾਂ ਉੱਥੇ ਆਡੀਓ ਡਿਲੀਟ ਕੀਤੀ ਹੈ। ਤੇ ਮੈਂ ਪਲੇ ਤੇਰਾ ਕੀ ਕਰਨਾ, ਘੱਟਾ ਕਰਨਾ? ਜਦੋਂ ਦੇਖ ਕੇ ਤੂੰ ਡਿਲੀਟ ਕਰ ਗਿਆ। ਭੈਣ ਦੀ ਗੱਲ ਦਿੱਤੀ ਸੂ, ਜੇ ਨਹੀਂ ਦਿੱਤੀ, ਅਗਰ ਮੈਂ ਝੂਠ ਬੋਲ ਰਿਹਾ ਮੇਰੇ ਤਾਂ ਖੁਦਾ ਦੀ ਲਾਨਤ ਹੈ। ਔਰ ਅਗਰ ਬਟ ਤੂੰ ਆਪਣੇ ਪਿਓ ਦਾ ਤੁਖਮ ਹੈ ਨਾ, ਕਸਮ ਚੁੱਕ ਕੇ ਨਿਆ ਚੁੱਕ ਕੇ ਕਹਿ ਕਿ ਤੂੰ ਉੱਥੇ ਉਹ ਭੈਣ ਦੀ ਗੱਲ ਨਹੀਂ ਦਿੱਤੀ ਉਸਤਾਦ, ਜਿਹੜੀ ਮੈਸੇਜ ਤੂੰ ਡਿਲੀਟ ਕਰ ਗਿਆ। ਉਹ ਇੰਨਾ ਪੁੱਛਦੇ ਨੇ ਬਟ
वो बलोच मतलब आके पूछ रहे तुम पहले यहाँ पे आके इतराज करते थे, अब आके तुम उनके साथ बैठ गए। कि मैं क्या तेरे भैन ते केड़ी जगह ते वो ठुड्डे मारन लगा सी नासिर भट्ट, ते फिर उन्होंने झोली च पाया चुक के लांती आ। अच्छा आप लड़ लैन एक दूसरे की माँ भैन कर लैन तो कोई मसला नहीं है, ठीक है। मुसलमान अपने इख्तलाफ छड़ के नबी करीम सल्लल्लाहु अलैहि वसल्लम दी बाबरकत ज़ात दे उत्ते मुत्तहिद हो जाण, ते उस दिन दा नासिर भट्ट कद्दू कशर तक ही करन लगा कि हो सके किसी तरह मैं जड़ा वो इजमात तोड़ लवां। यार लांतियां दी भी कोई क्वालिटी होंदी है, नासिर भट्ट तो वो भी किसी गंदी क्वालिटी दा कोई चो नहीं। इत्थे नजर नहीं आया मैनूं पूरा दिन, कल भी बंद करके नस गया सी। ਜ਼ਰੂਰਤ ਨਹੀਂ ਹੈ ਭਾਈ ਸੁਣੋ ਜਵਾਬ ਦੇਣ ਦਾ। ਅੱਛਾ ਇਲਮੀ ਗੱਲ ਗੁਫ਼ਤਗੂ ਕਰਨੀ ਚਾਹੀਦੀ, ਤੁਹਾਡੀ ਗੱਲ ਨਾਲ ਐਕਸਪਾਈ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਬਗੈਰ ਤੋਂ ਹੋ ਗਿਆ ਜੇ। ਉਹ ਤੇਰੇ ਕੋਲ ਰਿਕਾਰਡਿੰਗ ਪਈ ਹੈ, ਤਿਆਰ ਰੱਖੀ ਜ਼ਰਾ ਰਿਕਾਰਡਿੰਗ ਹਾਏ ਪਈ ਹੈ ਰਿਕਾਰਡਿੰਗ। ਓਏ ਰਿਕਾਰਡਿੰਗ ਤਿਆਰ ਹੀ ਫਾਈਟਰ ਨੂੰ ਬੱਟ ਹੁਣ ਪਿਓ ਮੰਨ ਲੈ, ਤੇਰਾ ਸੱਕਾ ਪਿਓ ਤੇ ਲੱਭਦਾ ਨਹੀਂ ਪਿਆ। ਉਹ ਜਿਹੜੀ ਲਾਣ ਲੱਗਿਆ ਸਵੇਰ ਦੀ। ਪਰ ਸਾਹਿਬ ਗੱਲ ਤੁਹਾਡੀ ਬਹੁਤ ਜ਼ਰੂਰੀ ਹੈ, ਤੇ ਉਹਨਾਂ ਕੋਲ ਰਿਕਾਰਡਿੰਗ ਪਹਿਲਾਂ ਹੀ ਪਹੁੰਚ ਚੁੱਕੀ ਹੈ। ਨਹੀਂ ਸੁਣੀ ਭਾਈ ਇੱਕ ਮਿੰਟ ਹੁਣ ਮੈਨੂੰ ਵੀ ਜ਼ਰਾ ਗੱਲ ਕਰ ਲੈਂਦਾ। ਜਿਹਦੇ ਤੇ ਗੁਸਤਾਖੀ ਕੀਤੀ ਇਹਨੇ। ਹਾਂਜੀ ਮੈਂ ਹਾਂਜੀ ਹੁਣ ਮੈਂ ਇੱਕ ਪਲੇ ਕਰਨ ਲਿਆ, ਬਾਤ ਸੁਣਾ ਲਿਆ। ਇੱਕ ਮਿੰਟ ਇਹ ਨਹੀਂ ਚਲਾਣੀ ਪੁੱਛਿਆ, ਨਹੀਂ ਚਲਾਈ ਐ ਜ਼ਰਾ ਸੁਣੋ। ਸਵੇਰੇ ਵੀ ਇਹੀ ਗੱਲ ਹੈ ਤੇ ਰਾਤੀ ਵੀ ਇਹੀ ਗੱਲ ਹੈ ਕਿ ਜਿਹੜਾ ਨਬੀ ਅਲੈਹਿ ਸਲਾਤੁ ਵਸਲਾਮ ਦੇ ਸਹਾਬਾ ਨੂੰ ਤੇ ਉਹਨਾਂ ਦੀਆਂ ਜ਼ੌਜਾਂ ਨੂੰ राजमिल साहब म्यूट कर दो, ठीक है। ਇਹਨੂੰ ਕਲਪਨ ਦਾ ਉਹ ਸੁਣਾਣਾ ਚਾਹ ਰਿਹਾ, ਇਹ ਮੁਕਾ ਲੈ ਰਿਕਾਰਡਿੰਗ ਤੇ ਫਿਰ ਇਹ ਜਿਹੜੀਆਂ ਇਹਦੀ ਚੀਕਾਂ ਨੇ ਵੱਢਦੀਆਂ ਉਹ ਸੁਣਾਓ ਸਾਨੂੰ। ਉਹ ਮੈਂ ਕਹਿ ਰਿਹਾ ਕੱਦੂ ਕਸ਼ਰ ਦੇ ਉੱਤੇ ਮੂਲੀ ਛਿੱਲੀ ਦੀ, ਗਾਜਰ ਛਿੱਲੀ ਦੀ, ਉਹਦੇ ਉੱਤੇ ਉਹ ਕੱਚੀ ਲਾ ਕੇ ਕੀਸੀ ਕਰ ਰਿਹਾ ਬਾਤ ਕਿ ਕਿਸੇ ਤਰੀਕੇ ਦੇ ਨਾਲ ਜਮਾ ਟੁੱਟੇ ਤੇ ਬੱਟ ਤੂੰ ਹੁਣ ਅਗਰ ਪਿਓ ਦਾ ਨਾ ਤੁਰਵਾ ਕੇ ਵਿਖਾਈ, ਜਿਸ ਤਰ੍ਹਾਂ ਤੂੰ ਸਾਬਿਤ ਕੀਤਾ ਨਾ ਕੱਲ ਕਿ ਤੇਰਾ ਪਿਓ ਕੋਈ ਨਹੀਂ, ठीक है। झूठ मार के चमीट मार के मैं तेन पहले क्या तू चमीट भी मारी तो साबित होगा कि तू किसी इब्ने बगा दा पुत्र है, तो तू साबित किया है। वो तुहाडे अंदर कोई मर्ज़ी नहीं। चलो ताहिर दे ते बंदा फिर भी कहता यार 100 इख्तलाफात के बाद भी उन्हें को मर्दानगी का इज़हार किया। उन्हें क्या यार बगैरत इंसान ने क्यों किया है जलाया, जो जलाया नहीं। सुनेंगे एक मिनट ज़ाहिद जमील जरा चला जरा। उन्हें पूरा दिन भौंकना, वो तो कोई नवा काम है नजर, उन्हें को नवा काम है या नवी को उन्हें को इतराज चुकना है। उन्हें को 1980 दी एक ही इतराजात रखे ने, ਤੁਸੀਂ ਉਹਨੂੰ ਆਪਣਾ ਨਾਮ ਦਿਓ ਨਾ, ਉਹ ਤੁਹਾਡੀ ਰਿਕਾਰਡਿੰਗ ਚਲਾਵੇ, ਅਸੀਂ ਕਿਉਂ ਚਲਾਈਏ। ਇਹ ਬਗੈਰ ਤੇ ਸਾਡੇ ਵਿੱਚ ਫੋਟੋ ਕਰੋ। ਹਾਂ ਇਹ ਕੋਈ ਵੀ ਨਹੀਂ ਵੱਡੀ ਗੱਲ ਜਿਹੜੀ ਤੂੰ ਕਰਕੇ ਗਿਆ। ਅਸੀਂ ਵਾਰਸਾਂ ਵਾਲੇ, ਤੁਸੀਂ ਲਵਾਰਸ ਜੇ, ਤੁਹਾਡਾ ਕੋਈ ਵਾਰਸ ਨਹੀਂ। ਤੇ ਸੀਜ਼ ਫਾਇਰ ਰੱਖੋ ਨਾ, ਸੀਜ਼ ਫਾਇਰ ਕਰੋ ਨਾ, ਕਰੋ ਇੰਨੀਆਂ ਗੱਲਾਂ। ਗੱਲ ਮੁੱਕਦੀ ਹੈ, ਤੁਹਾਨੂੰ ਮੁੱਕਣ ਵਾਲੇ ਪਾਸੇ ਜਾਣ ਦਿਓ। ਨਹੀਂ ਲਵਾਰਸ ਲੋਕ ਨੇ, ਸਾਡਾ ਤੇ ਇੱਕ ਭਰਾ ਆ, ਉਹਨੇ ਆ ਕੇ ਹੁਕਮ ਦਿੱਤਾ, ਅਸੀਂ ਮੰਨ ਲਈਏ ਗੱਲ। ਹੁਕਮ ਨਹੀਂ ਮੰਨਿਆ, ਤੁਹਾਡੀ ਡੰਡਾ ਗਿਆ ਦੁੱਬਰ ਚ, ਡੰਡਾ ਗਿਆ। ਕੋਈ ਵਾਰਸ ਨਹੀਂ, ਲਵਾਰਸ ਲੋਕ ਨੇ। ਮਰਜ਼ਈਓ ਤੁਹਾਡੀ ਦੁੱਬਰ ਚ ਡੰਡਾ ਗਿਆ ਰਾਤ ਦਾ, ਤੁਹਾਡੇ ਭਰਾ ਦੇ ਬਣ ਗਿਆ। ਤੁਸੀਂ ਅਗਰ ਪਤਾ ਨਹੀਂ ਟੁਰ ਕਿਉਂ ਕਿੱਥੇ ਹੈ, ਉਹ ਕੋਸ਼ਿਸ਼ ਕਰੋਗੇ ਆਪਣੇ ਦੋਸਤਾਂ ਨੂੰ ਇਹ ਦੱਸੋ ਕਿ ਗੱਲ ਅਗਰ ਲੈ ਗਈ ਇਹ ਫੋਟੋ ਤੇ ਇਹਨੂੰ ਕਿਉਂ ਛਾਲ ਕੇ ਤੇ ਦੁਬਾਰਾ ਉਸ ਡਗਲ ਤੇ ਜਾਣ ਦੀ ਲੋੜ ਉਹਨਾਂ ਨੂੰ ਬੜੀ ਤਕਲੀਫ ਹੈ। उस्ताद जी मशहूर होना चाहते सो हैं, ਲਾਓ ਫੋਟੋ ਇੱਕ ਹੋਰ ਆਈਡੀ ਆਈ ਦੀ, ਇਸ ਤਰ੍ਹਾਂ ਦੀ ਗੱਲ ਨਹੀਂ ਠੀਕ ਨਾ। अस्सलाम वालेकुम उस्ताद जी, की हाल है, ठीक हो? और कोई खिदमत हो साडे लायक? वालेकुम सलाम रहमतुल्लाहि व बरकातहू। मुबारक है सब मुसलमानों ਨੂੰ। खैर मैं मुबारक। इधर आने तो पहले उत्थे गया मैं। मैं क्या कोई मिठाई शिठाई लैके आओ या कोई छोटी कोई बर्फी, एक ढेली भी होवे, ਇੱਥੇ ਕੈਮਰਾ ਖੋਲ ਕੇ ਖਾ ਕੇ ਵਿਖਾਓ ਕਿ ਅੱਜ ਇਹਨਾਂ ਨੇ ਥੋਕ ਕੇ ਚੱਟਿਆ ਹੈ। ਕੜੀ ਲਾਈ ਸੀ 365 ਦਿਨਾਂ ਦੀ ਤੇ 20 ਤੋਂ ਅੱਗੇ ਗਿਣਤੀ ਭੁੱਲ ਗਈ ਇਹਨਾਂ ਨੂੰ, 24 ਤੋਂ ਅੱਗੇ ਮੈਨੂੰ ਗਿਣਤੀ ਭੁੱਲ ਗਈ। ਇਹ ਅਮਰ ਭਾਈ ਤੁਸੀਂ ਪੇ ਮੁਬਾਰਕ ਦਿੰਦੇ ਹੋ, ਮੈਨੂੰ ਅਫਸੋਸ ਲੱਗੇ ਆ। ਕਾਹਦਾ? ਇਹ ਜਿਹੜੀ ਫੋਟੋ ਤੁਹਾਡੀ ਲਾ ਸਾਡੀ ਨੇ ਚੱਲਣੀ ਚਾਹੀਦੀ ਫੋਟੋ, ਮੈਂ ਤੇ ਆਖਿਆ ਚੱਲਣੀ ਚਾਹੀਦੀ ਫੋਟੋ, ਕਿਉਂ ਲਾਈ ਦੇ? ਮੈਂ ਵੀ ਉਹਨਾਂ ਨੂੰ ਪਿਆ ਜਾਨਾ ਚਲਾ ਕੇ ਰੱਖੋ, ਜੇ ਅਮਰ ਭਾਈ ਦੀ ਲਾਈ ਜੇ ਤੇ ਅਸਦ ਦੀ ਲਾ ਹੜੋ, ਇੱਕ ਦੀ ਤੇ ਲਾਓ, ਕਿਸੇ ਨਾ ਕਿਸੇ ਦੀ ਲਾਓ। ਆਦੀ ਲਾਈ ਸ਼ਗਿਰ ਦੀ ਲਾ।
ਤੇ ਬਾਕੀ ਜਿਹੜੀ ਵੀਡੀਓ ਤੁਹਾਨੂੰ ਮੈਂ ਭੇਜੀ ਹੈ ਨਾ ਅਮਰ ਭਾਈ, ਪਤਾ ਨਹੀਂ ਤੁਸੀਂ ਉਹ ਵੇਖੀ ਹੈ ਕਿ ਨਹੀਂ ਵੇਖੀ, ਇਹਨਾਂ ਭੈਣ ਭਰਾਓ ਨੂੰ ਮੈਂ ਜੁੜ ਜਾਣਾ ਜੇ ਕਿਸੇ ਵੇਲੇ। ਨਹੀਂ ਕੋਈ ਨਹੀਂ ਲੋੜ, ਰਾਤੀ ਕਿਸੇ ਦਾ ਫੋਨ ਨਹੀਂ ਆਇਆ ਸੀ ਅਸਲ 'ਚ। ਮੇਰਾ ਖਿਆਲ ਹੈ ਕੋਈ ਅਬੂ ਬਕਰ ਕੱਲ ਉਹਦੇ ਤੋਂ ਬਾਅਦ ਗੱਲ ਕਰਨੀ ਆ। ਤੁਹਾਡੀਆਂ ਵੀਡੀਓ ਸੁਣਦਾ ਰਿਹਾ ਸਾਰਿਆਂ ਦੀਆਂ, 15-20 ਮਿੰਟ ਤੁਹਾਡੀਆਂ ਵੀਡੀਓ ਪੇਸ਼ ਕਰ ਸੁਣਦਾ ਰਿਹਾ ਜਿਹੜੀਆਂ। ਹੁਣ ਉੱਥੇ ਜੋ ਵੀ ਜਾ ਰਹੇ ਨਾ, ਆਵਾਜ਼ ਕਿਉਂ ਨਹੀਂ ਆ ਰਹੀ ਤੁਹਾਡੀ ਸਾਹ ਜੀ? ਮੈਂ ਕਹਿ ਰਿਹਾ ਹੁਣ ਉੱਥੇ ਜੋ ਵੀ ਜਾ ਰਹੇ ਡਾਇਰੈਕਟ ਖਰਾਬ ਕਰੀ ਜਾ ਰਹੇ, ਬਟ ਉਹ ਕਿਸ ਤਰ੍ਹਾਂ ਉਹ ਬਾਂਦਰ ਨੂੰ ਫੜਨ ਵਾਸਤੇ ਜਿਹੜੀ ਕੁੱਜੀ ਦੇ ਅੰਦਰ ਕੋਈ ਸੇਬ ਪਾਓ ਜਾਂ ਮਾਲਟਾ ਪਾਓ, ਫੜ ਕੇ ਹੱਥ ਜਿਹੜਾ ਉਹ ਬਾਹਰ ਨਹੀਂ ਆਉਂਦਾ ਨਾ ਚੀਕਾ ਮਾਰਦਾ, ਉਹ ਖਾਲੀ ਸਿੱਧਾ ਬਲਾਕ ਮਾਰੀ ਜਾ ਰਿਹਾ ਉੱਥੋਂ। ਇੰਨਾ ਬੁਜ਼ਦਿਲ ਇਨਸਾਨ ਹੈ। ਕੱਲ ਦਾ ਚੈਲੰਜ ਦਿੱਤਾ ਉੱਥੋਂ ਨਸ ਗਏ ਹੈ। ਚਲੋ ਇੱਕ ਤਾਂ ਗੱਲ ਮੰਨਣੀ ਪਏਗੀ, ਜਿਹੜਾ ਦੂਸਰਾ ਚੈਲੰਜ ਦਿੱਤਾ ਸੀ ਕਿ ਇਹ ਲਾਏਗਾ ਤੇ ਇਹਨੇ ਫਿਰ ਲਾਈ ਉਹ। ਹੁਣ ਦੱਸ ਬਟ ਤੂੰ ਤੇ ਕਹਿੰਦਾ ਸੀ ਤੂੰ ਤੇ ਥੋਕੇ ਚੜਦਾ, ਤੂੰ ਤੇ ਖੰਗਾਰ, ਤੂੰ ਦੂਸਰੇ ਬੰਦੇ ਦਾ ਮੂੰਹ ਚੱਲਿਆ। ਉਹ ਥੋੜਾ ਸ਼ਰਮ ਕਰ, ਇਹਨੂੰ ਕਿਸ ਮੂੰਹ ਨਾਲ ਬੰਦਾ ਕਸ਼ਮੀਰੀ ਕਹੇ? ਚਲੋ ਮੈਂ ਤੁਹਾਨੂੰ ਮੁਬਾਰਕ ਦੇਣ ਵਾਸਤੇ ਕੈਮਰਾ ਆਨ ਕੀਤਾ ਹੈ। ਐਨੇ ਜੋਗੇ ਨੇ ਟੋਟਲ ਇਹ ਜਿਹੜੇ ਇੱਥੇ ਗੱਲਾਂ ਮਾਰਦੇ ਨੇ ਨਾ। ਮੈਂ ਤੁਹਾਨੂੰ ਦੱਸਿਆ ਵੀ ਮਾਈਕ ਤੇ ਕੈਮਰਾ ਕੋਲ ਹੋਵੇ, ਜਿਹੜਾ ਮਰਜ਼ੀ ਜਿਹਦੇ ਮੂੰਹ 'ਚ ਜੋ ਮਰਜ਼ੀ, ਨਬੀ ਨੂੰ ਵੀ ਗਾਲ ਕੱਢ ਲਵੇ, ਕੋਈ ਉਹਦਾ ਮੂੰਹ ਰੋਕ ਸਕਦਾ ਹੈ? ਉਹਦੀ ਜ਼ੁਬਾਨ ਫੜ ਸਕਦਾ ਹੈ? ਮੋਬਾਈਲ ਉਹਦਾ ਹੈ, ਇੰਟਰਨੈਟ ਉਹਦਾ ਹੈ, ਕੈਮਰਾ ਉਹਦਾ ਹੈ। ਨਬੀਆਂ ਨੂੰ ਵੀ ਗਾਲਾਂ ਕੱਢੇ, ਬਲਕਿ ਇਮਾਮੁਲ ਅੰਬੀਆ ਨੂੰ ਵੀ ਗਾਲਾਂ ਕੱਢੇ। ਸਿਵਾਏ ਰੱਬ ਦੇ ਕੋਈ ਇਨਸਾਨ ਕੁਦਰਤ ਨਹੀਂ ਰੱਖਦਾ ਕਿ ਉਹਦੀ ਜ਼ੁਬਾਨ ਨੂੰ ਘੜਿਆਲਾ ਪਾਏ। ਨਹੀਂ ਆਮਰ ਭਾਈ ਜਿਹੜੀ ਇਹ ਗੱਲ ਪਿਆ ਕਰਦਾ ਹੈ ਨਾ, ਆਂਦਾ ਪਿਆ ਕਿ ਸਾਡੇ ਭਰਾ ਨੇ ਰਿਕੁਐਸਟ ਕੀਤੀ ਹੈ ਤੇ ਅਸੀਂ ਤਾਂ ਤਸਵੀਰਾਂ ਲਾਈਆਂ ਨੇ। ਮੈਂ ਅੱਗੇ ਗਿਆ ਇਹਦੀ ਬਰਾੜ ਤੇ ਵੀ ਮੈਂ ਕਾਲ ਵੀ ਪਾਈ ਹੈ ਤੇ ਬਲਾਕ ਕਰ ਦਿੱਤਾ ਸੀ ਮੈਨੂੰ। ਪਹਿਲੇ ਮਿਊਟ ਕੀਤਾ, ਫਿਰ ਮੈਨੂੰ ਬਲਾਕ ਕਰ ਦਿੱਤਾ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਇਹਨੂੰ ਮੈਂ ਇੱਕ ਤੇ ਚੈਲੰਜ ਕੀਤਾ। ਮੈਂ ਕਿਹਾ ਤੂੰ ਅੱਜ ਕਿਸੇ ਦੀ ਤਸਵੀਰ ਲਾ ਤੇ ਸਾਬਤ ਕਰ ਤੇਰਾ ਪਿਓ ਏਕੇ ਤੇ ਤੇਰੀ ਅੰਮਾ ਦੀ ਮੰਜੀ ਜਿਹੜੀ ਇਹ ਚੌਂਕ ਨਹੀਂ ਸੀ, ਇਹ ਤੂੰ ਪ੍ਰੂਫ ਦੇਵੇਂਗਾ ਅੱਜ ਕਿਸੇ ਦੀ ਲਾ ਤਸਵੀਰ। ਤੇ ਦੂਸਰੀ ਗੱਲ ਇਹ ਵੇ ਕਿ ਇਹਨੂੰ ਪਹਿਲੇ ਵੀ ਬਹੁਤ ਸਾਰੇ ਮਰਜ਼ਈਆਂ ਨੇ ਰਿਕੁਐਸਟ ਕੀਤੀ ਹੈ। ਇਹ ਸਾਡੇ ਕੋਲ ਵੀ ਆ ਕੇ ਕਈਆਂ ਬੰਦਿਆਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਇਹਨੂੰ ਮਨਾ ਕਰਦੇ ਹਾਂ ਕਿ ਇਹ ਸਾਡੀ ਜਮਾਤ ਦੀ ਜੀ ਤਾਲੀਮ ਨਹੀਂ ਹੈ ਤੇ ਇਹ ਬੰਦ ਕਰ ਦੇ। ਤੂੰ ਕਿਸੇ ਦੀ ਰਿਕੁਐਸਟ ਨਹੀਂ ਮੰਨੀ। ਅੱਜ ਤੈਨੂੰ ਮਤਲਬ ਰਾਜਾ ਤਾਲ ਮਨਾਨ, ਇਹਦਾ ਮਤਲਬ ਇਹ ਹੈ ਕਿ ਬਾਕੀ ਜਿੰਨੇ ਵੀ ਮਰਜ਼ਈਆਂ ਤੈਨੂੰ ਰਿਕੁਐਸਟ ਕੀਤੀ ਉਹਨਾਂ ਨੂੰ ਮੁਨਾਫਕ ਸਮਝਣਾ ਤੇ ਭਰਾ ਤੇਰਾ ਫਿਰ ਇੱਕ ਹੀ ਹੈ ਰਾਜਾ ਤਾਲ ਮਨਾਨ। ਤੇ ਰਾਜਾ ਤਾਲ ਮਨਾਨ ਵੀ ਉਹ ਵੇ ਕਿ ਜਿਹਨੂੰ ਤੂੰ ਆਪ ਗਾਲਾਂ ਕੱਢੀਆਂ ਨੇ ਜਦੋਂ ਇਹਨੇ ਮੁਨਾਜ਼ਰੇ ਕੀਤੇ ਨੇ ਅਮਨ ਨਜ਼ੀਰ ਸਾਹਿਬ ਨਾਲ, ਤੇ ਐਸੇ ਆਪਣੇ ਭਰਾ ਨੂੰ ਤੂੰ ਆਪ ਗਾਲਾਂ ਕੱਢੀਆਂ ਨੇ। ਉਹ ਜਾ ਡੁੱਬ ਕੇ ਮਰ ਜਾ ਬਟਾ, ਡੁੱਬ ਕੇ ਮਰ ਜਾ, ਇਹ ਤੇਰੀ ਗੈਰਤ ਹੈ। ਵਾਲੇਕੁਮ ਸਲਾਮ। ਅੱਛਾ ਵੀ ਸਾਰਿਆਂ ਤੋਂ ਜ਼ਿਆਦਾ ਅਫਸੋਸ ਹੈ ਜੇ ਮੈਨੂੰ, ਸਾਰਿਆਂ ਤੋਂ ਜ਼ਿਆਦਾ ਅਫਸੋਸ ਤਸਵੀਰ ਉਤਰਨ ਦਾ ਹੈ ਜੇ ਮੈਨੂੰ। ਮੈਂ ਸਵੇਰੇ ਉੱਠਦਿਆਂ ਜਿਵੇਂ ਬਰਾੜ ਵੇਖੀਏ ਤੇ ਮੈਂ ਪਹਿਲੇ ਬਹਿ ਕੇ ਫੋਟੋ ਬਣਾਈ ਲਾਉਣ ਵਾਸਤੇ, ਤੇ ਉਦੋਂ ਰਾਜਾ ਤਾਵਲ ਮਨਾਨ ਆਇਆ ਤੇ ਉਤੋਂ ਫੋਟੋ ਉਤਰ ਗਈ ਹੈ ਤੇ ਮੈਂ ਬਣਾ ਕੇ ਰੱਖੀ ਹੈ ਸਪੈਸ਼ਲ ਨਾ। ਲਾ ਇੱਕ ਵਾਰੀ ਬੱਟ ਹੁਣ ਤੋਂ। ਅੱਛਾ ਪਹਿਲਾਂ ਲਾਈ ਸਨ ਨੇ ਤੇ ਰਾਜਾ ਤਾਲ ਮਨਾਨ ਨੇ ਆ ਕੇ ਲਵਾਈ ਮੈਨੂੰ। ਹੁਣ ਮੈਂ ਗਿਆ ਤੇ ਮੈਂ ਉੱਥੇ ਥੱਲੇ ਮੈਸੇਜ ਕੀਤਾ ਛੜਾ, ਮੈਂ BUS ਬਸ ਲਿਖ ਕੇ ਨਾ ਸਵਾਲੀਆ ਨਿਸ਼ਾਨ ਪਾਇਆ। ਮੈਂ ਬਸ ਉਹ ਕੋਈ ਮਿਸਟਰ ਐਕਸ ਨਾਂ ਦੀ ID ਤੇ ਉਹ ਮੈਨੂੰ ਦੱਸਣ ਲੱਗਿਆ ਕਿ ਯਾਰ ਉਹ ਸਾਡੇ, ਮੈਂ ਕਿਹਾ ਰਾਜਾ ਸਾਹਿਬ, ਮੈਂ ਕਿਹਾ ਸ਼ਾਇਦ ਰਾਜਾ ਜਵੇਦ ਸਾਹਿਬ ਦੀ ਗੱਲ ਕਰਨ ਲੱਗੇ। ਕਹਿੰਦਾ ਰਾਜ ਸਾਹਿਬ ਆਏ ਸਨ ਤੇ ਉਹਨਾਂ ਨੇ ਮਨ ਕੀਤਾ ਤੇ ਚਲੋ ਯਾਰ ਤੁਸੀਂ ਵੀ ਜਿੰਨੀ ਕਰੋ ਸੀ ਫਾਇਰ ਕਰੋ, ਇਸ ਤਰ੍ਹਾਂ ਦੀ ਕੋਈ ਗੱਲ ਕਰਨ ਲੱਗਾ ਸੀ। ਉਹਦੀ ID ਹੋਰ ਸੀ ਪਹਿਲੇ, ਤੇ ਹੁਣ ਮਿਸਟਰ ਐਕਸ ਦੇ ਨਾਂ ਦੀ ID, ਹੁਣ ਮੇਰੇ ਜ਼ੇਨ ਚ ਉਹਦਾ ਨਾਂ ਨਹੀਂ ਆ ਰਿਹਾ ਬਹਰਹਾਲ ਉਸ ਬੰਦੇ ਦਾ। ਜੀ ਅਮਰ ਸਾਹਿਬ ਮੈਂ ਕਿਹੜੇ ਰਾਜਾ ਸਾਹਿਬ ਆਏ ਸਨ? ਉਹਨੇ ਦੱਸਿਆ ਰਾਜਾ ਤਾਲ ਮਨਾਨ। ਤੇ ਅਮਰ ਭਾਈ ਮੈਂ ਜਦੋਂ ਸਵੇਰੇ ਵੇਖਿਆ ਨਾ ਉਦੋਂ ਤਸਵੀਰ ਲੱਗੀ ਸੀ, ਫੋਟੋ ਲੱਗੀ ਸੀ, ਤੇ ਮੈਂ ਫਿਰ ਬਹਿ ਕੇ ਪਹਿਲੇ ਫੋਟੋ ਬਣਾਈਏ। ਮੈਂ ਕਿਹਾ ਬਾਕੀ ਕੰਮ ਬਾਅਦ ਚ ਕਰਨੇ ਨੇ, ਤੇਰੀ ਫੋਟੋ ਬਣਾਉਣੀ ਹੈ। ਤੇ ਫਿਰ ਰਾਜਾ ਤਾਵਲ ਮਨਾਨ ਆਇਆ ਤੂੰ ਨਾ ਛੱਡ। ਅਸਲ ਵਿੱਚ ਅਮਰ ਸਾਹਿਬ ਕੀ ਹੋਇਆ ਬਈ, ਜਿਹੜਾ ਤੁਸੀਂ ਕੱਲ ਪੈਗਾਮ ਨਹੀਂ ਸੀ ਦਿੱਤਾ, ਉਹ ਮੈਂ ਰਿਕਾਰਡ ਜਿਹੜੀ ਹੈ ਨਾ ਕਲਿੱਪ ਕੱਟ ਕੇ ਨਾ ਮੈਂ 4-5 ਬੰਦੇ ਜਿਹੜੇ ਨਾ ਉਹਨਾਂ ਨੂੰ ਭੇਜਿਆ। 1-2 ਬੰਦਿਆਂ ਦਾ WhatsApp ਨੰਬਰ ਵੀ ਹੈ ਸੀ ਮੇਰੇ ਕੋਲ, ਤੇ ਮੈਂ ਉਹਨਾਂ ਨੂੰ ਭੇਜ ਦਿੱਤਾ ਬਈ ਇਹ ਪੈਗਾਮ ਸੁਣ ਲਓ। ਤੇ ਕੱਲ ਜਿਹੜਾ ਨਾ ਇਹ ਗੱਲਾਂ ਕਿਸੇ ਨੂੰ ਕਹੇ ਬਈ, ਉਹ ਤੁਹਾਡਾ ਪੈਗਾਮ ਪੂਰਾ ਜਿਹੜਾ ਮਤਲਬ ਹੈ ਜਿਹੜਾ ਤੁਸੀਂ ਕੱਲ ਨਹੀਂ ਸੀ ਦਿੱਤਾ, ਉਹ ਮੈਂ 4-5 ਬੰਦੇ ਕੀ ਭੇਜਿਆ। ਫਿਰ ਅੱਜ ਸੁਬਾਹ ਮੈਂ ਤਾਂ ਸੁਬਾਹ 5 ਵਜੇ ਜਾਗਣਾ। ਜਦੋਂ ਮੈਂ ਸੁਬਾਹ ਉੱਠਿਆ ਤੇ ਅੱਗੇ ਰਾਜਾ ਤਾਲ ਮਨਾਨ ਦੀ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਨਾ, ਇਹ ਬਿਲਕੁਲ ਐਂਡ ਤੇ ਸੀ ਮੈਂ ਸੁਣੀ ਹੈ। ਤੇ ਫਿਰ ਜ਼ਾਹਿਰ ਹੈ ਉਹਨਾਂ ਜਾਂ ਹੋਰ ਕਿਸੇ ਫੋਨ ਵੀ ਇਹਨਾਂ ਨੂੰ ਕੀਤਾ ਹੋ ਸੀ ਸੁਬਾਹ, ਕਿਉਂਕਿ ਇਹ ਰਾਜਾ ਤਾਲ ਮਨਾਨ ਦੇ ਲੰਡਨ ਹੋਣੇ। ਲੰਡਨ ਤੁਹਾਨੂੰ ਪਤਾ ਸੁਬਾਹ ਦਾ ਟਾਈਮ ਤਕਰੀਬਨ 4:30
4 ਵਜੇ ਦਾ ਟਾਈਮ ਹੈ ਜਦੋਂ ਇਹ ਬਰਾੜ ਲਾਣੇ ਤੇ ਉਹ ਫਿਰ ਜ਼ਾਹਿਰ ਹੈ ਜਦੋਂ ਇਹਨਾਂ ਬਰਾੜ ਸ਼ੁਰੂ ਕੀਤੀ ਹੈ ਉਹ ਚੜ੍ਹ ਗਿਆ ਉੱਪਰ ਤੇ ਵਰਨਾ ਨਾਸਰ ਬਟ ਕਿਸੇ ਦੀ ਗੱਲ ਸੁਣਨੇ ਤਾਂ ਮੇਨ ਗੱਲ ਇਹ ਹੈ ਵੀ ਪੈਗਾਮ ਤੁਹਾਡਾ ਜਿਹੜਾ ਉਹ ਪਹੁੰਚਿਆ ਤੇ ਉਸ ਪੈਗਾਮ ਦੀ ਰਿਐਕਸ਼ਨ ਇਹ ਹੋਈ ਹੈ। ਹਾਂਜੀ ਹਾਂਜੀ ਯਾਰ ਆਈਫੋਨ ਤੇ ਜਿੱਤਣਾ ਸੀ ਨਾ ਕਿਸੇ ਆਈਫੋਨ ਤੇ ਜਿੱਤਣਾ ਸੀ ਨਾ। ਅੱਛਾ ਜ਼ਾਹਦ ਭਾਈ ਜਿਹੜੀ ਇਹਨਾਂ ਫੋਟੋ ਸਵੇਰੇ ਲਾਈ ਵਹਾ ਸਕਦੇ ਹੋ? ਅੱਲਾਹ ਸਭ ਨੂੰ ਜਜ਼ਾਇ ਕਰ ਦੇ। ਅਮਨ ਭਾਈ ਤੁਹਾਡਾ ਨੈਟਵਰਕ ਦਾ ਕੋਈ ਮਸਲਾ ਹੈ? ਆਵਾਜ਼ ਆ ਰਹੀ ਹੈ ਉਹ ਮੈਂ ਵੀਡੀਓ ਬਣਾ ਕੇ ਭੇਜੀ ਹੈ ਨਜਫ ਨੂੰ ਤੇ ਅਬੂ ਬਕਰ ਮੀਰ ਭਾਈ ਦੋਵਾਂ ਨੂੰ ਭੇਜੀ ਵੀਡੀਓ ਬਣਾ ਕੇ। ਉਹ ਫੋਟੋ ਕਿਹੜੀ ਲਾਈ ਉਹਦੇ ਹਿਸਾਬ ਨਾਲ ਹੀ ਵੀ ਲਾ ਲਈਏ ਥੋੜਾ ਜਿਹਾ। ਸਾਹਿਬ ਆਵਾਜ਼ ਆ ਰਿਹਾ ਅਮਰ ਸਾਹਿਬ ਦੀ ਮੇਰੇ ਖਿਆਲ ਸਿਗਨਲ ਨਹੀਂ ਸਹੀ ਆ ਰਿਹਾ ਮੈਨੂੰ ਤੇ ਤੁਹਾਡਾ ਆਵਾਜ਼ ਆ ਰਿਹਾ ਪਤਾ ਨਹੀਂ ਮੇਰੀ ਆਵਾਜ਼ ਆ ਰਹੀ ਕਿ ਨਹੀਂ ਉਧਰ। ਹੁਣ ਠੀਕ ਹੈ ਜੀ ਆਖਰ ਨਹੀਂ ਆ ਰਹੀ ਹੈ ਅਮਰ ਭਾਈ ਲੇਕਿਨ ਬਹੁਤ ਘੱਟ ਆ ਰਹੀ ਹੈ। ਨਾ ਮੋਬਾਈਲ ਦਾ ਵੋਲਿਊਮ ਜ਼ਰਾ ਲਾਊਡ ਕਰੋ। ਅੱਛਾ ਨਹੀਂ ਉਹ ਮੈਂ ਲਾਇਆ ਨਾ ਬਲੂਟੁੱਥ ਲਾਇਆ ਉਹਦੇ ਨਾਲ ਸ਼ਾਇਦ ਕੋਈ ਪ੍ਰੋਬਲਮ ਹੋਏਗੀ ਆਵਾਜ਼ ਅਗਰ ਥੋੜੀ ਆ ਰਹੀ ਹੈ ਤੇ ਮੈਂ ਦੂਸਰੇ ਫੋਨ ਨਾਲ ਜੁਆਇਨ ਕਰ ਲੈਣਾ। ਇੱਥੇ ਥੋੜੇ ਸਿਗਨਲ ਘੱਟ ਨੇ ਬਸ ਉਹ ਲੋਡ ਹੋਣ ਲੱਗੀ ਗੱਡੀ ਨਿਕਲ ਜਾਂਦੀ। ਫੋਨ ਦਾ ਵੋਲਿਊਮ ਤੁਹਾਡਾ ਹੈ? फोन दा वॉल्यूम। मरज़ियत का जनाजा है जरा धूम से निकलेगा। मैं कहने लगा कि सब दा ही शुक्रिया ते सब भाइयों की मुहब्बत है। अल्लाह ताला सब नूं जज़ाए खैर अता फरमाए। ते असद बहरीन साहब दा सब तो पहले क्योंकि इन्होंने ये एक्शन लिया भी इस काम तो बाज आ जाओ इंसान दे बच्चे बन जाओ। अगर कोई बंदा कोई जवाब नहीं देंदा पिया तो तुसी कंटीन्यूअसली एडिट कर करके तस्वीरां लान लगे हो तो फिर तस्वीरां ते तुहाडियां भी साडे कोल है ने वो भी असर नहीं कीती गल। लेकिन वो कल वाला मैसेज थोड़ा जिहा तेज़ सी मैसेज उहदे नाल जदों हल्की एंटीबायोटिक असर ना करे फिर तेज़ एंटीबायोटिक देनी पैंदी एकदम वो जिहड़ा ना वायरस उहनूं किल करन वास्ते तेज़ एंटीबायोटिक का फिर असर जरा ज़्यादा हो गया उहदे नाल अल्लाह कीता ते शिफा हो गई। बस इन्ने ही जोगे ने ये सिर्फ गल्लां मारदे ने ना ये गल करन जोगे ने ना ये गाल कड्डन जोगे ने। अल्लाह दी कसम ना ये सवाल करन जोगे। सवाल भी इन्हां नूं आखिए ना लै भी असीं म्यूट लाने तुसीं सवाल कर लो जिन्नी मर्जी वड्डी गल बना के कर लो सवाल भी करन जोगे नहीं है। जवाब तो देन जोगे नहीं सवाल भी करन जोगे नहीं है। किसे ही काम जोगे नहीं है। सिर्फ और सिर्फ बेदलील अपनी जिंदगी गुजारना चाहते हैं और उहदे उत्ते जिन्हों कहते ना तुर्रा ये एक तो दलील कोई नहीं वो जो इमरान खान कहते ना भी एक तो अनपढ़ ने दूजा कोशिश नहीं करते। एक तो दलील कोई नहीं उतों जिद उहदे उत्ते बेदलीली जिंदगी दे उत्ते और फिर तीसरा है कि अपने आप नूं ओवर एस्टीमेट करके इन्ना ज़्यादा सेंसिटिविटी अपनी शो करनी। तुसी अल्लाह दे नबी नूं इमामुल अंबिया नूं तुसी भौंको ते मुसलमान जिहड़े ने वो मामूली जी गल मिर्जा साहब की जो मिर्जा कादियानी कह देन ना उस वेले इन्हां दे लूह कंडी आ जांदे ने वो साडे काबर की उपनाई साहब राजा साहब नहीं तो एक मिनट उस्ताद जी मैंने एक सवाल दा जवाब दे दो इतना लंबा ना है अगर कोई उस ना नु शॉर्ट करके मिर्जा कादियानी असि ते सारे मिर्जा एक दूसरे नु मिर्जा ही कहने ठीक है और मन्नत मिर्जा का मुखातिब करते ਇਹਦੇ ਅੰਦਰ ਕੀ ਤੌਹੀਨ ਦਾ ਜ਼ੁਮਰਾ ਕਿੱਥੋਂ ਆ ਜਾਂਦਾ ਇਹ ਨਹੀਂ ਸਮਝ ਆਉਂਦਾ। ਹਾਂ ਉਹਦੇ ਨਾਲ ਤੁਸੀਂ ਕੋਈ ਜ਼ਾਤੀ ਵਾਲਾ ਲਫ਼ਜ਼ ਲਾਓ ਤੇ ਉਹ ਫਿਰ ਸਮਝ ਆਉਂਦੀ ਹੈ लेकिन मिर्जा कादियानी कहने मिर्जा गुलाम अहमद कादियानी एडा लंबा ना है उन्होंने अगर मिर्जा कादियानी कह सकते या मिर्जा भी कह देंगे तो ਇਹਦੇ ਅੰਦਰ ਤੌਹੀਨ ਦਾ ਜ਼ੁਮਰਾ ਕਿੱਥੇ ਆਉਂਦਾ ਇਹ ਨਹੀਂ ਸਮਝ ਆਉਂਦੀ। ਤੋਹੀਨ ਦਾ ਜ਼ੁਮਰਾ ਹੈ ਵੇ ਕਿ ਤੁਸੀਂ ਉਹਨਾਂ ਨੂੰ ਮਿਰਜ਼ਾ ਕਹਿੰਦੇ ਹੋ। ਤੋਹੀਨ ਦਾ ਜ਼ੁਮਰਾ ਹੈ ਵੇ ਉਹ ਯਾਰ ਮੈਂ ਮਿਰਜ਼ਾ ਵਾਂ ਅਸੀਂ ਸਾਰੇ ਇੱਕ ਦੂਸਰੇ ਨੂੰ ਮਿਰਜ਼ਾ ਕਹਿੰਦੇ ਯਾਰ ਉਹਨਾਂ ਦਾ ਨਸਲ ਇੱਕ ਨਹੀਂ ਹੈ ਮਤਲਬ ਉਹਨਾਂ ਆਖਿਆ ਕਿ ਮੈਂ ਫਾਰਸੀ ਉਲ ਨਸਲ ਹਾਂ ਫਿਰ ਇਸ ਮੇਰੀਆਂ ਬਾਜ਼ ਨਾਨੀਆਂ ਸਾਦਾਤ ਵੀ ਸਨ ਤੇ ਮੈਂ ਸਹੀ ਯਾਰ ਨਜਫ ਖਲੋ ਜਾ ਉਸਤਾਦ ਨੂੰ ਜਵਾਬ ਦੇਣ ਦੇ। मैं थल्ले जरा देखन चला गया वहां कि लोड किन्ना बस मैं चलने में उत्ते ते ओ मैं कहने लगा सी कि अपने मुतल्लक एने सेंसिटिव कि मिर्जा कादियानी दे मुतल्लक कोई लफज सिंपल गाल भी ना होवे तोहीन वाला भी ना होवे सिर्फ ओदा सिंपल ना लिया जाए मिर्जा कादियानी कहा जाए मिर्जा गुलाम अहमद कह दिता जाए या मिर्जा गुलाम कादियानी कह दिता जाए तो ये आंदे ने तोहीन हो गई।
ਇਹ ਜਿਹੜਾ ਨਾ ਨਹੀਂ ਤੇ ਸਮਝ ਨਹੀਂ ਆਉਂਦੀ ਕਿ ਤੋਹੀਨ ਕਿਸ ਜ਼ੁਮਰੇ ਦੀ ਤੋਹੀਨ ਹੈ। ਯਾਨੀ ਕਿ ਅਸੀਂ, ਮੈਂ ਮਿਰਜ਼ਾ ਵਾਂ, ਅਸੀਂ ਸਾਰੇ ਇੱਕ ਦੂਸਰੇ ਭਰਾ ਨੂੰ ਮਿਰਜ਼ਾ ਕਹਿੰਦੇ ਆ, ਬਾਹਰ ਸਾਨੂੰ ਲੋਕ ਮੁਖਾਤਿਬ ਮਿਰਜ਼ਾ ਕਰਦੇ ਨੇ, ਤੇ ਇਹ ਤੇ ਤੋਹੀਨ ਦਾ ਜ਼ੁਮਰਾ ਨਹੀਂ ਹੈ। ਐਡਾ ਲੰਬਾ ਨਾਂ ਲੈਣ ਤੋਂ ਅਗਰ ਮੈਂ ਸਿੰਗਲ ਨਾਲ ਮਿਰਜ਼ਾ ਵੀ ਕਹਿ ਦੇਣਾ, ਤੋਹੀਨ ਦਾ ਜ਼ੁਮਰਾ ਕਿਸ ਤਰ੍ਹਾਂ ਆਉਂਦਾ ਹੈ, ਇਹ ਨਹੀਂ ਸਮਝ ਆ ਰਹੀ। ਉਹੀ ਮੈਂ ਅਰਜ਼ ਕਰ ਰਿਹਾ ਨਾ ਵੀ ਇੱਕ ਤੇ ਕਾਣੀ ਤੋਂ ਉੱਤੋਂ ਪੈ ਗਿਆ ਪਾਣੀ, ਇੱਕ ਤੇ ਬਗੈਰ ਦਲੀਲ ਤੂੰ ਧੱਕਾ ਕਰਨਾ ਮੁਸਲਮਾਨਾਂ ਨਾਲ, ਮੁਸਲਮਾਨਾਂ ਦਾ ਤਮਸਕਰ ਉਡਾਣਾ ਹੈ, ਮੁਸਲਮਾਨਾਂ ਨਾਲ ਬਦਮਾਸ਼ੀ ਕਰਨੀ ਹੈ, ਤੇ ਦੂਜਾ ਇਹ ਕਿ ਕੋਲ ਤਾਕਤ ਵੀ ਨਹੀਂ ਹੈ। ਉੱਥੇ ਨਾ ਸਾਡੇ ਇੱਕ ਮੁੰਡਾ ਸੀ ਤੇ ਉਹ ਕਿਸੇ ਕੁੜੀ ਨੂੰ ਛੇੜ ਬੈਠਾ, ਤੇ ਐਸੀ ਮਾੜੇ ਘਰ ਦਾ ਨਾ, ਕਿਸੇ ਗਰੀਬ ਘਰਾਣੇ ਦਾ, ਉਹਨੂੰ ਜਨਾਬ ਫਾੜ ਕੇ ਉਹਨਾਂ ਨੇ ਉਹ ਪੇਂਜਾ ਲਾਇਆ, ਤੇ ਇੱਕ ਯਾਰ ਸੀ ਸਾਡਾ, ਮਜ਼ਹਰ ਬਾਟੋ ਦਾ ਨਾਂ ਸੀ, ਉਹਨੇ ਆਖਿਆ ਮਾਰੋ ਇਹਨੂੰ ਰਾਮ ਦੇ ਮਾੜੇ ਨੂੰ, ਮਾੜਾ ਰਾਮ ਦਾ। ਵੇਖੋ ਨਾ, ਮਾੜਾ ਹੋ ਕੇ ਤੇ ਹਰਕਤ ਕਿਹੜੀ ਕਰਨ ਲੱਗਿਆ। ਇਹੋ ਹੀ ਮੁੰਡਾ ਕੋਈ ਹੋਰ ਕਿਸੇ ਦਾ ਤਗੜੇ ਦਾ ਹੁੰਦਾ ਤੇ ਫਿਰ ਵੀ ਕੋਈ ਸੈਂਸ ਬਣਦੀ ਸੀ ਕਿ ਕਿਸੇ ਕੁੜੀ ਨੂੰ ਛੇੜ ਲੈਂਦਾ। ਮਾੜਾ ਹੋ ਕੇ ਕੁੜੀ ਨੂੰ ਛੇੜਿਆ, ਮਾਰੋ ਇਹਨੂੰ ਸਾਰੇ ਰਲ ਕੇ। ਸੋ ਹਿਸਾਬ ਇਹਨਾਂ ਦਾ ਹੈ ਵੀ ਇੱਕ ਤੇ ਤਾਕਤ ਨਹੀਂ ਹੈ, ਤੂੰ ਹਰਕਤਾਂ ਵੇਖੋ ਇਹਨਾਂ ਦੀਆਂ, ਪ੍ਰੋਗਰਾਮ ਵੇਖੋ ਇਹਨਾਂ ਦੇ, ਕਿ ਮਿਰਜ਼ਾ ਸਾਹਿਬ ਦੇ ਬਾਰੇ ਕੋਈ ਲਫ਼ਜ਼ ਐਸਾ ਨਾ ਬੋਲਿਓ। ਨਬੀ ਪਾਕ ਨੂੰ ਸਾਰਾ ਦਿਨ ਗਾਲਾਂ ਕੱਢਦੇ ਨੇ, ਤੋਹੀਨ ਕਰਦੇ ਨੇ, ਜਿਸ ਵਕਤ ਬੋਲਦੇ ਨੇ ਕਿੰਨੇ ਕਿੰਨੇ ਗੰਦੇ ਲਫ਼ਜ਼ ਬੋਲਦੇ ਨੇ। ਸੁਣ ਕੇ ਖੂਨ ਜਲ ਉੱਠਿਆ ਮੁਸਲਮਾਨਾਂ ਦਾ, ਤੇ ਆਪਣੇ ਬਾਰੇ ਤੁਸੀਂ ਇੰਨੇ ਸੈਂਸਿਟਿਵ ਹੋ। ਇਸ ਗੱਲੇ ਹਕੀਕਤ ਇਹ ਵੇ ਕਿ ਇਹਨਾਂ ਦੀ ਔਕਾਤ ਜਿਹੜੀ ਹੈ ਨਾ, ਉਹਦੇ ਵਿੱਚ ਰੱਖਣਾ ਚਾਹੀਦਾ। ਇਹਨਾਂ ਨੂੰ ਐਕਸਟਰਾ ਪ੍ਰੋਟੋਕੋਲ ਜਾਂ ਐਕਸਟਰਾ ਰਿਸਪੈਕਟ ਦੇਣ ਦਾ ਨੁਕਸਾਨ ਹੈ, ਫਾਇਦਾ ਨਹੀਂ ਹੈ। ਜਿੰਨੇ ਜੋਗੇ ਹਨ ਨੇ ਉਹਦੇ ਲੈਵਲ 'ਚ ਲੈ ਕੇ, ਉਸ ਰੇਂਜ 'ਚ ਰਹਿ ਕੇ ਗੱਲ ਕਰਨੀ ਨੇ ਤਾਂ ਬਹੁਤ ਅੱਛੀ, ਨਹੀਂ ਕਰਨੀ ਤੇ ਲਕੁਮ ਦੀਨੁਕੁਮ ਵਲੀਆ ਦੀਨ। ਜਾਓ ਆਪਣੇ ਜਾ ਕੇ ਦੀਨ ਦੀ ਤਬਲੀਗ ਕਰੋ ਕਿਸੇ ਹੋਰ ਨਾਲ। ਮੁਸਲਮਾਨਾਂ ਨਾਲ ਜਦੋਂ ਗੱਲ ਕਰੋਗੇ ਤਾਂ ਇਨਸ਼ਾਅੱਲਾ ਤੁਹਾਨੂੰ ਇਹੋ ਕੋਈ ਅੱਗੂ ਮਿਲੇਗਾ, ਕਿਉਂਕਿ ਮੁਸਲਮਾਨਾਂ ਤੁਹਾਡੇ ਨਾਲ ਰਿਸਪੈਕਟ ਕਰਕੇ ਵੇਖੀਏ। लुच्चे को समझाया, नतीजा सिफर निकला। हमने ये आजमाया है, सोटा सोटा ही होता है, डंडा डंडा ही होता है। करो गल, मैं 1-2 मिनट बिजी हूं, मैं सुनना पड़ता। ਓਪਨ ਆਈ ਸਾਹਿਬ ਆਏ ਨੇ, ਆਦੇ ਰਾਜਾ ਸਾਹਿਬ ਨੂੰ ਦਿਓ ਤੁਸੀਂ ਕ੍ਰੈਡਿਟ ਦਿਓ। ਮਰਜ਼ਈਅਤ ਦਾ ਇਸਲਾਮ ਦੇ ਨਾਲ नहीं जरूरत ही नहीं रिस्पेक्ट पाने की, छो ना जाओ उधर, बस ठीक हो गया। अपने आंदे ने खोती बोर्ड खा गई तो बस ठीक है, छो जरूरत की है जाके रिक्वेस्ट करन, मौज लैन दा। ਯਕੀਨ ਕਰੋ ਬੜੇ ਦਿਨਾਂ ਬਾਅਦ ਤੁਸੀਂ ਇਜਾਜ਼ਤ ਦਿੱਤੀ ਸੀ ਕਿ ਇਹ ਕੰਮ ਕਰ ਸਕਦੇ ਹੋ। ਐਡਾ ਬੱਟ ਨੇ ਸਾਰਾ ਕੰਮ ਖਰਾਬ ਕਰਤਾ। ਨਜਬ ਜਿਹੜਾ ਬੰਦਾ ਦਲੀਲ ਨਾਲ ਮਰਦਾ ਹੈ, ਇਹਤਰਾਮ ਦੇ ਨਾਲ ਮਰਦਾ ਹੈ ਨਾ, ਉਹ ਇਹਤਰਾਮ ਦੀ ਮੌਤ ਉਹਦੇ ਵਾਸਤੇ ਬਹੁਤ ਹੀ ਭੈੜੀ। ਠੀਕ ਹੈ, ਹੁਣ ਜਿਹੜਾ ਉਹ ਥੁੱਕ ਕੇ ਵਾਪਸ ਉਹਨੇ ਖੰਗਾਰ ਮੂੰਹ ਚ ਪਾਇਆ ਹੈ ਨਾ ਬੱਟ ਨੇ, ਠੀਕ ਹੈ, ਇਹ ਜ਼ਿਲਤ ਦੀ ਮੌਤ ਉਸੇ ਜ਼ਿਆਦਾ ਬਿਹਤਰ ਹੈ। ਉਹ ਲਾ ਦੇ ਅਸੀਂ ਲਾ ਲਈ, ਕੀ ਫਰਕ ਪੈ ਗਿਆ। ਇਹ ਜਿਹੜਾ ਇਹਨੂੰ ਉਹਦੇ ਨੱਕ ਨਾਲ ਲਕੀਰਾਂ ਕਢਵਾਈਆਂ ਨੇ ਨਾ ਉਹਦੀ ਆਪਣੀ ਜਮਾਤ ਨੇ, ਇਹ ਜ਼ਿਆਦਾ ਪੀੜ ਰਹੇਗੀ ਇਹਨੂੰ। ਬਲਕਿ ਬੱਟ ਸੇ ਤੇ ਇੱਕ ਸ਼ੇਰ ਯਾਦ ਆ ਗਿਆ ਯਾਰ, ਉਹ ਬੱਟ ਦਾ ਬੜਾ ਪੁਰਾਣਾ ਸ਼ੇਰ, ਹਾਂ, ਗੋਸ਼ਤ ਤਿੱਤਰ ਦਾ, ਸੁਹਾਗਾ ਕਿੱਕਰ ਦਾ, ਤੇ ਪੋਲਾ ਲਿੱਤਰ ਦਾ ਬੰਦਾ ਭੁੱਲਦਾ ਨਹੀਂ। ਬੱਟ ਦੱਸ ਫਿਰ ਮਜ਼ਾ ਆਈ ਬੱਤ। ਇੱਕ ਉਂਝ ਕੋਈ ਨਹੀਂ, ਦੂਜਾ ਚੁੰਝ ਕੋਈ ਨਹੀਂ। ओपन आइज भाई, ओपन आइज भाई, वालेकुम सलाम। ओपन आइज यार, जरा जाओ फाइटर की ब्रॉड पे जाओ, उनको बोलो यार तस्वीर लगाएं असद की। असद की तस्वीर लगाएं यार, मेरी ख्वाहिश है। डायरेक्ट जाके कह लो मैंने ਉਹ ਤੁਹਾਡੀ ਆਵਾਜ਼ ਕੋ ਨਹੀਂ, ਮਾਈਕ ਬੰਦ ਜੇ। अमर भाई म्यूट हो तुसी। मैं क्या शेर दोबारा सुनाना, असद साहब ने कहना शेर दोबारा सुनाना जरा। अच्छा दोबारा सुनाइए। बट ने लिखवाया गोश्त तितर दा, गोश्त तितर दा, सुहागा किक्कर दा, ते पोला लितर दा, ते पोला लितर दा भुलदा नहीं। बिल्कुल सही गल है, एग्जैक्टली 100% ट्रू। जिन्ना हुण लितर पोला बांटदा हो गया ना, तो मैनूं लगदा ਇਹਦਾ ਕੰਮ ਹੁਣ ਕੱਪੜੇ ਲਾ ਕੇ ਤੇ ਨੰਗਾ ਹੀ ਬਾਹਰ ਨਿਕਲੇ खाली, ਤੇ समंदर के किनारे जाके रोए। ओपन आई साहब, आपका इसके बारे में क्या इज़हार ख्याल है? जो आज आपने चेंज देखी है, तब्दीली आ नहीं रही, तब्दीली आ गई है, आपने देखी है तब्दीली? ये मैंने असल में
सुनी है अब आप लोगों से भी, और बस ये कि अभी मैं आया। जी जी, आवाज़ आ रही है मेरी? आ रही है, हाँ जी, हेलो, आ रही आवाज़ आ है रही है बस। मेरी? आ रही है, ओके। तो तब जी जी, देखिए ये मुझे पूरी स्टोरी का नहीं पता कि आपने क्या चीज़ अपलोड की थी और उन्होंने क्यों उतारी और क्यों नहीं, लेकिन मुझे इस वक्त ये लग रहा है कि जो उनका मामला है वो उनका पर्सनल मामला है। वो अपनी गुस्से में आप उन्हें और पंप करेंगे, वो ये काम फिर करेंगे, लेकिन उसका फिर बस वही बात है ना, वो अपनी उसमें इंडिविजुअल कैपेसिटी में लगे हुए हैं, ठीक है, तो वो अपना गुस्सा उतार ही जाएंगे, आप इधर से उनको पंप कर ही जाएंगे। अभी बहरीन साहब जैसे कर रहे हैं पंप, क्या इस मामले में तो हम उसका क्या कर सकते हैं? हमें तो नहीं कहा गया कि नासिर भट्ट नासिर भट्ट को पंप करने की जरूरत है। वो तो क्या कहते हैं, जैसे साइड थੱਲੇ ਜਿਹੜਾ ਕੁੱਤਾ ਬੈਠਾ ਹੁੰਦਾ ਮੱਖੀਆਂ ਨਾਲ ਹੀ ਬੈਠਾ, ਉਹ ਤੇ ਆਵਾਜ਼ ਨਾਲ ਹੀ ਲੜ ਜਾਂਦਾ। ਉਹਨੂੰ ਕੀ ਜ਼ਰੂਰਤ ਹੈ ਕਿਸੇ ਨੂੰ ਪੰਪ ਕਰਨ ਦੀ? ਪੰਪ ਕਰਨ ਨਾਲ ਕੁਝ ਵੀ ਨਹੀਂ ਹੋਣਾ। ਪੰਪ ਵਾਲੀ ਜਿਹੜੀ ਪੈਪ ਹੈ ਨਾ, ਉਹ ਇਹਨਾਂ ਦੀ ਦੁਬਰ ਚਲਾ ਕੇ ਵੀ ਪੰਪ ਮਾਰੋ ਤਾਂ ਵੀ ਨਹੀਂ ਹੋਣ ਲਾਣੀ ਨਾ। नहीं, वो बात असल में यूं हुई है उपनाई साहब कि वैसे तो मैं तो इन सब को अपना भाई ही कहता हूँ, इनमें से किसी को भी मैं नहीं कहता कि ये मेरा शागिर्द है, सारे मेरे भाई हैं। हाँ, उम्र में मैं थोड़ा बड़ा हूँ तो ये छोटे भाई कह सकते हैं, मैं बड़ा भाई कह सकता हूँ। तो ये असद साहब हैं, इन्होंने कहा भाई यार वो मेरा उस्ताद है, उसकी तस्वीर लगानी बंद करो, ये एडिट करके रोज़ कभी सूअर पर, कभी बंदर पर, कभी खंजीर पर लगा देते हो, इंसान बनो। असर नहीं हुआ। एक हफ्ता ये उनको बावर करवाते रहे कि देखो तुम्हारी भी तस्वीरें हमारे पास हैं, अब बताओ कि हम तुम्हारी कोई तस्वीर भी एडिट करके लगा दें किसी जानवर के ऊपर, जिस तरह तुम रोज़ लगाते हो मेरे उस्ताद की। नहीं असर हो रहा था। कल उनको सिर्फ ये आगे से जवाब क्या देते हैं, कहते हैं जी वो आज से पता नहीं 2 साल पहले इसने कहा था इसकी खलीफा की बीवी की तस्वीर लटका के रखो बराडों पर, मैं सोने जा रहा हूँ तो सारी रात यहाँ पर बराडों पर उस तस्वीर लगी रहनी चाहिए। ठीक, पूरी बात तो बताते नहीं हैं कि पूरी बात क्या है, कि हमने उम्मुल मोमिनीन को गालियाँ दी, नबी की बीवी को गालियाँ दी, तो जवाब में इन्होंने ये किया, ये तो बताते नहीं। बहरहाल उसकी वजह से कहते हैं जी हमने 365 दिन आमर की तस्वीर लटका के रखनी है, कोई उतरवा सकता है तो उतरवा ले। कल ये मैसेज दिया गया था कि देखो इनफ इज़ इनफ। आज 25 नवंबर 2025 को सुन लो, अगर तुमने कल तस्वीर हमारी एडिट करके लगाई जिस वजह से हमारे भाई गुस्सा कर रहे हैं, तो चलो मैं इन सब भाइयों को इजाज़त दूंगा कि कल जिस जानवर पर, जिस हिजड़े पर, जिस औरत पर, जिस बकारी पर चेहरा बदल के तुम मेरा लगाओगे ना, उसी पर मिर्ज़ा कादियानी का लगा होगा। कल सुबह हम भी एडिट करके लगाएंगे और एक मिर्ज़ा कादियानी का होगा और एक मिर्ज़ा मसरूर का होगा। तो तगड़े हो जो, कल सवेरे उठ के ये ज़रूर लगाना। अब बाद ना आप 365 दिन वाली जो बात की हुई है ना, उस पर पूरे उतरना। ये कल मैसेज दिया गया था, ये उससे फ़र्क पड़ा है, उससे अफाका हुआ है सर, ये है असल बात। वरना वो तो कह रहे थे कि अब दुनिया की कोई ताकत हमें आके समझा नहीं सकती, हमें मना नहीं सकती। तो जहाँ तक बात ये है कि भाई हम प्रोवोक करेंगे तो वो दोबारा लगाएंगे, हम तो चाहते ये हैं, हम तो चाहते ये हैं कि मिर्ज़ाइयों और मुसलमानों के दरमियान किसी किस्म की मोहब्बत और किसी किस्म की नरमी की जो है ना फ़िज़ा, वो कायम नहीं होनी चाहिए, क्योंकि ये मुखरज मिनल मिल्ला हैं। ये खाम खा से अहले इस्लाम को जफ़ा डालते हैं, जो कि अहले इस्लाम पसंद नहीं करते। मुसलमानों ने अगर ये फ़ैसला किया है ना, देखो हम में से अगर कोई बंदा ये कहता है कि वो मुसलमान इनको समझता है या अपना भाई समझता है या उम्मत में से समझता है, वो उम्मत के इत्तेहाद से और उम्मत के इजमा से इनहराफ कर रहा है, वो गाली दे रहा है उम्मत को। हम ऐसे बंदे को, अपने भाई को भी पकड़ के घसीटेंगे कि इनको जब उम्मत ने फैसला कर दिया कि ये अलग हैं हमसे, तो इनको करीब क्यों ला रहे हो, क्यों इनको पकड़ पकड़ के कह रहे हो ये हमारे मुसलमान। बिल्कुल ये मुसलमान नहीं है, बिल्कुल ये मिल्लत इस्लामिया का हिस्सा नहीं है। तो इसके बाद अगर ये चाहते हैं कि ये इस तरह की फ़ज़ा बरकरार रखें तो ज़रूर लगानी चाहिए इनको तस्वीर। हम तो चाहते ये हैं कि हम इनसे दूर रहें, नफ़रत की फ़ज़ा बरकरार। हाँ, हम ये नहीं कहते किसी को कि जाके इनको पत्थर मारो या गोली मारो या इनको छुरी मारो, हम ये तालीम नहीं देते, लेकिन हम इनसे मोहब्बत नहीं करने देंगे किसी बंदे को। ये किसी बंदे के दिल में इनके लिए नरम गोशा नहीं पैदा होना चाहिए। ये हमारा मिशन है, मैं आपको बता दूँ, ये हमारा टारगेट है। इंशाअल्लाह। हाँ, क्योंकि नबी अलैहिस्सलाम की नबूवत वो एक हसार है, जो उससे निकला उसने जाके अलग नबी को मान लिया, वो दोबारा इस
हसार में आना चाहता है तो एक ही रास्ता है, और वो ये है कि नबी पाक की नबूवत के हसार में आ जाए, बाद में जिसको वो मानता है उस पर 4 हरफ भेजे और वापस इस्लाम में आ जाए। अगर ये कहे कि ब्याह के वक्त जिस तरह बरेलवी देवबंदी आपस में बावजूद इसके कि उनके अंदर फ़िक्री इख्तलाफात हैं, एक ही वक्त में वो एक ही उम्मत के, एक ही नबूवत के हसार के दायरे के अंदर वो ज़िंदगी गुजारते हैं, ये वो वाला मामला नहीं है मेरे भाई। यहाँ पर मामला बिल्कुल मुख्तलिफ है। ये आपको धोखा देते हैं और कहते हैं कि जिस तरह वो इख्तलाफात के बावजूद एक दूसरे से एहतराम की बात करते हैं, हम क्यों नहीं कर सकते। नजफ म्यूट करके जो ये बात करते हैं ना कि जिस तरह मुसलमान आपस में लड़ते भी हैं, लेकिन जब वो बात करने लगते हैं तो कहते हैं देखो हम एक दूसरे से एहतराम के साथ बात करते हैं, बावजूद इसके कि हमारे दरमियान इख्तलाफात मौजूद हैं, तो हम क्यों नहीं उनके साथ करते। भाई हमारा और आपका मामला वो वाला नहीं है जो मुसलमानों के बीच वाला मामला है। मुसलमानों के बीच में ये मामला है कि मुसलमान दूसरे मुसलमान से लड़ा हो, कुफर का फतवा दिया हो, गालम गलोच किया हो, फिर भी जब वो बात करता है तो वो एक दूसरे को कह सकते हैं हम एक नबी के उम्मती हैं, हम एक नबी की उम्मत के दायरे के अंदर है, हसार के अंदर है, हमें एक दूसरे को गालम गलोच नहीं करना चाहिए, एक दूसरे की तकफीर नहीं करनी चाहिए। इख्तलाफ अपनी जगह रख के भी तो हम बात कर सकते हैं, डायलॉग कर सकते हैं ना, हाँ कर सकते हैं, इस पे सारे मुत्तफिक हो जाते हैं। लेकिन इनका मामला बिल्कुल ही मुख्तलिफ है। इनकी अलग नबूवत है, इनका अलग, इनकी उम्मुल मोमिनीन, कई दफ़ा मैंने बताया सारे मुसलमात इनके मुक़द्दसात अलग हैं, अहले बैत, पाइतन पाक, सहाबा 313, नबी, उम्मुल मोमिनीन, इल्हामी कलाम, ये सारा कुछ इनका अपना है, हमारा अपना है। तो इनके साथ हमारा कोई इस तरह का मोहब्बत का रिश्ता तो हो नहीं सकता। हाँ अगर ये एहतराम चाहते हैं ना, ओपन आई साहब मेरी बात लंबी होगी माजरत, अगर ये एहतराम चाहते हैं तो एहतराम करवाना है, आपने खुद करवाना, अपने रवैये से, अपने रवैये से। अगर आप कहें कि ईंट का जवाब पत्थर देकर आप एहतराम करवा लेंगे, जो एहतराम तो लफ्ज़ ही बहुत बड़ा इनके लिए, हम एहतराम का तो कोई लफ्ज़ भी नहीं इनके लिए रखते अपने दिल में। हाँ अगर आप ये चाहते हैं कि हम उनकी तौहीन ना करें, उनके साथ बुरा भला कोई लफ्ज़ ना उनके लिए बोलें, वो आपके अपने इख्तियार में है। आपका रवैया ऐसा होना चाहिए कि आप दूसरे को अच्छे तरीके से, मतलब अगर कोई बंदा मिसाल के तौर पर हमारा भाई है, नौजवान है, ना समझ है, वो आके जाके आपको गाली भी देता है ना, उससे पीछे हट जाएं, जवाब में गाली ना दें। अगर आप जवाब में इस्लामी मुक़द्दसात को गाली देंगे तो इस्लामी उम्मत बहुत बड़ी है, मुस्लिम उम्मत बहुत बड़ी, अल्लाह के नबी की उम्मत बहुत वसी है। मतलब एक फ़र्ज़ कर लें ये नजफ़ है, नौजवान है, ये असद भाई है, मैं नौजवान है, ये इन्होंने जाके ज़्यादती कर दी, जाके मिर्ज़ा साहब को गालियाँ दे दी, जवाब में आप हमारे महबूब नबी को गाली देंगे, सारी उम्मत भड़क उठेगी। मतलब वो भी भड़क उठेंगे जो आपको बुरा नहीं कहेंगे, वो भी। तो इसलिए ऐसे बंदों से आप खुद इज्तनाब करें। अगर आप अपने किसी अकाबर के लिए चाहते हैं कि कोई आप यहाँ पर तौहीन आमेज़ रवैया ना रखे, आप खुद अपने रवैये से एहतराम करवाएं, करें पहले फिर करवाएं। ये है उनके लिए मैसेज। अगर वो करना चाहते हैं बहुत अच्छी बात है, नहीं तो हम तो चाहते हैं लगाएं फ़ोटो, सौदा हमने तो कल सौदा कर दिया था, ऐलान कर दिया था, ये हमारा तुम्हारा सौदा हो गया है। जिस जानवर पर लगाओगे उसी जानवर पर लगी हुई तुम्हारे अकाबरीन की नज़र आएगी। तो ये उनका अपना फैसला है। जी अब उपनायक साहब। जी ठीक है। एनीवेज उन्होंने जो भी किया उसके बारे में, और सिर्फ उनको आप लोगों ने नहीं, हमने भी काफ़ी अहमियत ने जाके उनको, जैसे कि अबू बकर साहब ने बताया है, मना किया कि ये कोई मुनासिब तरीका नहीं है। अगर आपको अपना कोई पर्सनल ग्रैच है तो वो जाके वैसे निकाल लें, लेकिन इस तरह ना करें। तो वो तो मैं आपकी बात से इससे एग्री करता हूँ कि रिस्पेक्ट एक तरफ से नहीं होती, दोनों तरफ से साइड बाय साइड चलती है, आपको करना पड़ता है इस तरह। बाकी ये कि अब आपने एक चीज़ कही है कि आप लोग चाहते हैं कि नफरत है रहे सिर्फ, और ये आपको शायद ये अच्छा लिमिट रखता है किससे हमारी, लेकिन आपका ये कहना और लोगों का दूसरी साइड पे आप ही की उम्र के लोग हैं जो डायलॉग भी कर रहे हैं, बातें भी कर रहे हैं एमपीओ से, उनका आप क्या करेंगे? क्या वो बाकी जमा को बेसिकली साइड पे नहीं रख रहे? मतलब जमा का तो आराम से बात कर रहे हैं एमपीओ के साथ, उनसे डायलॉग करना चाह रहे हैं आगे, ये तो अजमा आपका फिर ख़राब हो रहा है। तो उनके बारे में आप क्या कहते हैं? उनके लिए कोई पैगाम हो या कुछ, कि बहुत से भाई हैं टिकटॉक पे ऐसे कुछ हैं। हाँ मैं समझ गया हूँ। पहली बात यह है कि बात से हमने कब इनकार किया है? हम भी कह रहे हैं बात हो सकती है, लेकिन इस शर्त पर हो सकती है कि कंपैरिजन आपने नहीं करना। हमारे नबी सल्लल्लाहु अलैहि वसल्लम का कंपैरिजन दुनिया की किसी शख्स के साथ नहीं हो सकता। अगर कोई बंदा
हमारे महबूब नबी के साथ किसी बंदे का कंपैरिजन करेगा, हत्ता कि उन अंबिया का भी हम कंपैरिजन नहीं होने देते जिनको हम सच्चा नबी मानते हैं, क्योंकि महबूब नबी सल्लल्लाहु अलैहि वसल्लम वो इमामुल अंबिया हैं, वो नबियों के इमाम हैं, वो सैयद वुल्द आदम हैं, पूरी नस्ल इंसानी के सरदार हैं। आपने फरमाया अना सैयद वुल्द आदम वला फख्र, उन जैसा कोई है ही नहीं, उनके साथ किसी का मुवाजना किया ही नहीं जा सकता। अगर किसी बंदे ने आपके मिर्ज़ा साहब के बारे में कोई तखफीफी जुमला बोल दिया, कोई लफ्ज़ ऐसा तखफीफी बोल दिया, आप लुटाएंगे हमारे नबी पर, कहाँ तक हम बर्दाश्त करेंगे? हम पहले आदमी हैं डायलॉग वाले, हम पहले आदमी यहाँ टिकटॉक पर, ना सिर्फ डायलॉग वाले बल्कि इतनी बराबरी देने वाले कि हमने यहाँ पर जिस दिन सबसे पहले मैंने ब्रॉड ऑन की यहाँ पर टिकटॉक पर फेवरेट 49 को बनाया मॉडरेटर। हमने कहा भाई हम ना आपको गाली देना चाहते हैं, ना हम ये चाहते हैं कि आप हमारे काबरीन की तौहीन करें, हम बात करना चाहते हैं दलील से, हमारे पास दलाइल मौजूद हैं, लेकिन आप पहल ना करें। हमारी तरफ से ये मॉडरेटर आपका हमारा कोई भाई, क्योंकि ज़ाहिर है कि ये सारे हमारे जो मुसलमान भाई हैं वो मेरे या किसी एक बंदे के कंट्रोल में थोड़ी हैं, माशाल्लाह से सारे नौजवान हैं, जज्बात हैं, अकल सोच उनके अपने, कोई भी मतलब नीचे से गलत हरकत कर देता है तो मैंने कहा आप बेशक उनको म्यूट कर दें, मेरा कोई एतराज़ नहीं, क्योंकि मैं गाली की दावत लेकर हम यहाँ आए नहीं हैं। हुआ क्या कि हमने 2 साल तक गालियाँ सुनी, अभी कल रात तक ये गालियाँ दे रहे हैं। हुसैनी साहब की बराड पर जाकर सुन लिया करें रात को, आपके जो साथी हैं वो तौहीन करने से बाज आ ही नहीं रहे, अभी तक नहीं आ रहे। तो ये है मसला कि बात करने से तो हमें इनकार नहीं है, लेकिन अगर कोई बंदा इस शर्त पर बात करेगा कि भाई कंपेयर करेंगे मिर्ज़ा साहब को नबी पाक के साथ, तो वो भूल जाएं भाई, हम ऐसे बंदे के साथ हम नहीं करेंगे। जो बंदा हमारा मुसलमान भाई करेगा और नबी पाक की वो तौहीन करवाएगा, उसका अपना ईमान, उसका अपना अमल है। हम नहीं चाहते किसी बंदे के साथ हम डायलॉग नहीं चाहते। अगर कोई हमारे नबी की तौहीन करना चाहता है या उनके साथ मुवाजना करना चाहता है कि जो इतराज़ मिर्ज़ा साहब पर पड़ता है वही नबी पाक पर पड़ता है, ये बकवास, ये नॉनसेंस सुन सुन के हमारे कान पक गए। कोई एतराज़ हमारे महबूब नबी पर नहीं पड़ता। उन जैसा ना किसी का इखलाक, ना किसी का किरदार, ना किसी का कोई कद काट, ना किसी का कोई रुतबा, ना किसी का कोई मर्तबा, उन जैसा कोई है ही नहीं। जिसने ये सोच के हमारे साथ बात करने यानी वो ना आए। हाँ, जवाब यहाँ तक रह कर दें। अगर हम कोई बात करते हैं, आप कहें भाई ये लफ्ज़ आपका बुरा है, हम पसंद नहीं करते, हमारे वो मिर्ज़ा साहब की तौहीन आप करें, हम नहीं बोलेंगे वो लफ्ज़, क्यों बोलना है, हम वापस लेंगे लफ्ज़। लेकिन ये एक अच्छा तरीका है। अगर जवाब में आप नबी पाक को वो लफ्ज़ बोलेंगे, वो नहीं बर्दाश्त करेंगे। जी, बात मैं समझ गया हूँ। मतलब आपने कंपैरिजन आप कहते हैं बिल्कुल नहीं होना चाहिए, चाहे वो अच्छा हो या बुरा हो। मतलब देखिए हम कहते हैं कि नहीं कहते, ऐसा आवाज़ आपकी खराब हो, बनो। समझ नहीं। सॉरी मेरी ये मैं ड्राइव कर रहा हूँ, मतलब सिग्नल का इशू होगा। आई डोंट नो, आपको सही आवाज़ आ रही है तो बताएं, नहीं तो मैं ठहर के बात कर लेता हूँ। आप ठीक, आप बेहतर, आप बेहतर। ठीक है, मेरा सिर्फ कहने का मकसद ये था कि हम जिस तरह रसूल पाक सल्लल्लाहु अलैहि वसल्लम का किरदार या उनकी सीरत पढ़ते हैं इसलिए कि उन जैसा बनने की कोशिश करते हैं, या हम इसलिए कंपेयर करते हैं ना क्योंकि हमें उनसे सीखने का मौका मिलता है, वो हमारे लिए गाइडलाइन है, ठीक है ना। तो जब भी हमें ज़िंदगी में कोई मसला आता है तो हम उसको कोशिश करते हैं कि उसमें ढूंढें, अपने नबी की उसमें सीरत में ढूंढें कि क्या ऐसा कोई हमें चीज़ मिलती है कि उन्होंने उस पर कैसे रिएक्ट किया, उन्होंने उसको कैसे डील किया। रोल मॉडल को इसलिए फॉलो किया जाता है ना, रोल मॉडल के उसने कैसे उन वक्तों में किया था, क्या हिसाब किताब किया था। तो आई अंडरस्टैंड आपका पॉइंट कि उनकी अगर हम कंपेयर करें गलत तरीके से, वो मैं भी उसके ख़िलाफ़ हूँ। गलत तरीके से जो किया जाता है या तमस्खुर के रंग में, वो नहीं करना चाहिए, वो मैं बिल्कुल आपके साथ हूँ। लेकिन अगर किसी को सिर्फ समझाने के लिए कि आप समझने की कोशिश करें कि ये ऐसे एतराज़, जैसे अभी आपने बात किया कि ऐसे एतराज़ होते रहते हैं, अब आपने इस बात को भी कहा है कि ये भी एक्सेप्टेबल नहीं है। मतलब अगर हम वाकई समझने के लिए या करें तो भी गलत है, तो फिर तो ठीक है, डायलॉग आगे आई डोंट नो, क्योंकि आप कह रहे हैं बिल्कुल ही बात ना हो, बिल्कुल इग्नोर कर दिया जाए, हर अच्छी बात को भी हम फॉलो करना छोड़ दें, हर बुरी बात को भी, तो फिर कैसे होगा। रोल मॉडल का मतलब यही होता है ना कि हम उसकी अच्छी और बुरी दोनों चीज़ों, अच्छी बुरी की नहीं, मतलब नेगेटिव सेंस जो लोगों को लगती थी उस करैक्टर के बारे में, उन रसूल पाक सल्लल्लाहु अलैहि वसल्लम के बारे में, तो उसको हम हाईलाइट करें, उनके मुखालिफ लोग। इस चीज़ को आप मतलब गलत रंग दिए हैं ना, मतलब किसी समझ कि हम गलत नहीं कह रहे, हम रसूल पाक सल्लल्लाहु अलैहि वसल्लम को गलत नहीं कह रहे, उनके मुखालिफिन की बात कर रहे होते हैं उस वक्त। हाँ, पहली बात तो ये है कि ये वही वाला मामला है, कलिमा तो हक उरीदु बिहल बातिल।
कलमा सही है, लक़द काना लकुम फ़ी रसूलिल्लाहि उस्वतुन हसना, लेकिन इसकी मुराद बातिल ली जा रही है। मुराद क्या ली जा रही है? मुराद ये ली जा रही है कि जिस तरह मिर्ज़ा साहब की बातें फ़लाँ गलत हैं, या मतलब जो हम उनको साबित करते हैं, जो हम प्रूव करते हैं उनकी किताबों से, इसी तरह आप नबी पाक को करेंगे। ये इससे निकलती है बात। नबी पाक का उसवा हसना फॉलो करने के लिए है, कंपेयर करने के लिए, तौहीन करने के लिए नहीं है। नबी पाक का उसवा हसना फॉलो करने के लिए। दूसरी बात यह है कि नबी अलैहिस्सलातु वस्सलाम का उसवा हसना जो आपके यहाँ बयान किया जाता है, मुझे कसम है उस ज़ात की जिसके कब्ज़े कुदरत में मेरी जान है, ये सख्त तौहीन अमेज़ है। वो उसवा हसना हमारे नबी का है ही नहीं। गालियाँ लिखी हुई हैं वहाँ पर नबी पाक के उसवा हसना के नाम पर। यानी ये कहना कि नबी पाक को दजाल का पता नहीं चला, इब्ने मरियम का पता नहीं चला, नबी पाक पर वही नाज़िल होती रही, आपको समझ ही नहीं आई क्या, ये उसवा हसना बयान किया, ये सीरत बयान की जा रही है। भाई ये गालियाँ दी जा रही हैं। तो आपके यहाँ रिस्पेक्ट तो सारे ही नबियों का बिल्कुल मुख्तलिफ है, लेकिन हमारे महबूब नबी का वो जो उसवा हसना भाई आपकी किताबों में लिखा हुआ है, जो आपके ख्यालात में उनका तशख़्ख़ुस और आपके ख्यालात में जो उनका चेहरा उभरता है, जो शख्सियत उभरती है ना, मुझे कसम है उस ज़ात की जिसके कब्ज़ा कुदरत मेरी जान है, वो इतना तौहीन अमेज़ है कि हम ये चाहते हैं कि आप अपने पास घर में बयान किया करें। ये उसवा हसना आप घर में हमारे सामने ना बयान करें। जो उसवा हसना आप हमें पेश करना चाहते हैं ना, देखो नबी पाक का ये उसवा हसना था, ये आप अपने घर बयान करें हमारे सामने। हम कर रहे हैं क्रॉस टॉक, हम कर रहे हैं क्या कहते हैं आप, मुखालफाना गुफ्तगू दोनों, ठीक है ना। तो इसमें आपको ज़रूरत, आपको लगता है कि नबी पाक का ये उसवा हसना है तो अपने बच्चों को बताएं, आप अपने बच्चों को बताएं जो बताना चाहते हैं। लेकिन हमारे सामने नबी पाक का आपने मिसाल पेश ही नहीं करनी। क्यों? आपने मिसालें उनकी ख़राब कर दी, उनके साथ, उनकी शख्सियत के साथ वो जुल्म किया है, वो ऐसी बातें घड़ी हैं और उनकी तरफ मंसूब की हैं कि अल्लाह का अर्श भी थर्रा रहा है कि ये हमारे महबूब नबी के बारे में इतनी तौहीन अमेज़ बातें। यार मिसाल के तौर पर मैं एक छोटी सी मिसाल देता हूँ। नबी पाक की बीवी का नाम है खतीजा, वो हमारी मोमनों की माँ है, सब मोमनों की, बल्कि अहले तशय्यो भी उनको, अहले सुन्नत और अहले तशय्यो के दरमियान बाद में उम्महातुल मोमिनीन के बारे में कुछ इख्तलाफात, सोचें, ख्यालात मुख्तलिफ हैं। सईदा खतीजातुल कुबरा के बारे में किसी का इख्तलाफ नहीं है। वो नबी की वो बीवी हैं जिनके बारे में नबी अलैहिस्सलाम जब वो फोत हो गई हमेशा उनको याद करते थे। सईदा आयशा सिद्दीक़ा रज़ी अल्लाह तआला अन्हा कहती हैं, कोई ऐसा मौका नहीं आया कि कोई घर में ऐसा मामला हुआ हो और नबी पाक ने उनको याद ना किया हो। हत्ता कि कई दफ़ा जिस तरह बीवियाँ कहती हैं कि या रसूलल्लाह कोई ऐसा मौका नहीं जाता जिस दिन आप उनको याद नहीं करते। वो मोहसिन हैं इस दीन की, उन्होंने नबी पाक की वो खिदमत की है और वो उनकी मदद की है उस मौका पर जब सारा मुआशरा उनको झुटला रहा था। उनके बारे में, सईदा खतीजातुल कुबरा के बारे में आपके मिर्ज़ा साहब ने इल्हाम लिखा हुआ है कि मेरा निकाह हुआ है नुसरत जहाँ बीबी से, तो मुझे अल्लाह ने इल्हाम किया ये तेरी खतीजा है। औज़ु बिल्लाहि मिनश शैतानिर रजीम। ये उसवा हसना हम सुनेंगे आपसे, हम नहीं सुनना चाहते भाई, इस तरह की बात नहीं सुनना चाहते। ये उसवा हसना नहीं, ये गालियाँ हैं जो दी हुई हैं आपकी किताबों में हमारे नबी को, हमारे नबी के घराने को। तो वो आप घर में बयान करें। हमारे साथ जो बात करनी है, हम में से कोई बंदा मिर्ज़ा साहब को झूठा साबित करना चाहता है, गलत साबित करना चाहता है, आप उसकी हद तक रहकर जवाब देना चाहें, मोस्ट वेलकम, करेंगे डायलॉग। लेकिन अगर तौहीन करेंगे जवाब में जिस तरह ये हो रही है 2 साल से, तो इनफ इज़ इनफ। ईंट का जवाब पत्थर से इंशाल्लाह। आमिर भाई एक छोटी जी एक सजेशन दे सकता हूँ ओपन आइज साहब, अगर सुन रहे ओपन आइज साहब सुन रहे हो, छोटी जी सजेशन है बड़ी गुफ्तगू के दरमियान। सर ਤੁਸੀਂ दिन ਦੇ ਵਿੱਚ 24 घंटे ਹੁੰਦੇ ਨੇ, 12 घंटे ਤੁਸੀਂ ਆਪਣੀ ਬਰੌਡ ਲਾ ਲਓ, 12 घंटे जो भी ਇਤਰਾਜ਼ ਆਏ ਨੇ ਅਹਾਦੀਸ ਜਾਂ ਕਿਸੇ ਫਿਕਾ ਦੀ ਬੁੱਕ ਦੇ ਵਿੱਚ 12 घंटे ਸਵਾਲ ਕਰ ਲਓ, ਠੀਕ ਹੈ। ਨੈਕਸਟ ਡੇ 12 घंटे ਅਸੀਂ ਮਿਰਜ਼ਾ ਸਾਹਿਬ ਦੀ ਕਿਤਾਬਾਂ ਦੇ ਉੱਤੇ ਸਵਾਲ ਕਰਾਂਗੇ, ਕੋਈ ਹੈ ਬੰਦਾ ਜਵਾਬ ਦੇਣ ਵਾਲਾ? ਸਰੇਆਮ ਖੋਲ ਕੇ ਲਲਕਰ ਕੇ ਪਿਆ ਨੇ, ਕਿਉਂਕਿ ਸਾਨੂੰ ਪਤਾ ਅਸੀਂ ਡਿਪੈਂਡ ਕਰ ਸਕਦੇ ਹਾਂ ਔਰ ਹਰ ਸੂਰਤ ਡਿਪੈਂਡ ਕਰ ਸਕਦੇ। कोई बंदा ऐसा चुक के लिया जो मिर्जा साहब की किताबों डिपेंड कर सकता है। 12 घंटे तुसी इतराज कर लो, जरा इतराज है पहले तुसी करो, ब्रॉड तुहाडी। नहीं, इसकी एक सादा सी मिसाल ये है ना, इसकी एक सादा सी मिसाल ये है ना आमिर भाई, अब मिसाल के तौर पे अब्दुल्ला आथम से हुआ मुनाजरा,
मुनाजरे के अंदर बहुत सारे जो लोग हैं वो ईसाई हो गए, खुद मिर्जा साहब के अपने रिश्तेदार जो हैं वो भी ईसाई हुए। अब इसका जवाब ये दिया गया, जब वो नवाब मलेर कोटला ने खत लिखा था, उसका जवाब ये दिया गया कि ये इब्तिला जो है ये तो पेश आती रहती है, और फिर तोहमत लगा दी रसूलुल्लाह सल्लल्लाहु अलैहि वसल्लम पर कि हुदैबिया के मौके पे बहुत से सच्चे मुर्तद हो गए थे। अब ये असवा हुस्ना पेश हो रहा है जी रसूलुल्लाह का। ओपन आई साहब, ये मिर्जा साहब ने जो मिसाल यहाँ पे पेश की है, अब हमारा ये इतराज है इसके ऊपर कि ये मिर्जा कादियानी ने बिल्कुल झूठ बोला, बुहतान लगाया, कज़ब बयानी की। लाएं इसका सबूत कहाँ है कि हुदैबिया के मौके पे बहुत से सच्चे जो है मुर्तद हुए? इसका जवाब कहाँ है? इसका हवाला कहाँ है? अगर हम ये इतराज पेश करते हैं और ये आपके ऊपर हम इल्जाम लगाते हैं कि मिर्जा कादियानी साहब जो है वो भी बुहतान लगाते थे रसूलुल्लाह पर, और मरज़ई भी वही काम कर रहे हैं, ये इल्जामी जवाब दे रहे हैं, रसूलुल्लाह सल्लल्लाहु अलैहि वसल्लम की तौहीन कर रहे हैं। ये है हमारा इल्जाम, करें इसको गलत साबित, और वो हवाला लाएं कि हुदैबिया के मौके पे बहुत से सच्चे जो है मुर्तद हुए थे। लाएं इसका हवाला कहाँ है? बजाय 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 दे कि इस शय कहना कि नहीं कोई भी नबी करीम सल्लल्लाहु अलैहि वसल्लम के साथ देखो जो कम नहीं होया, वो अगले दिन तो सर्चर अपनी मर्जी की शय चुक के जी एक बंदा फलानी जगह ते छुप रहा सी ते जी जिहड़े ने वो साबित हो गए ना, ते इस तो बात करने की जी मिर्जा साहब की गल सही। हाँ, और फिर देखें फिर बहरीन साहब और फिर हवाला भी दिया है, हवाला भी दिया है उन्होंने तफसीर इब्ने कसीर का, तफसीर इब्ने कसीर का हवाला दिया है। लाएं तफसीर इब्ने कसीर में ये बात कहाँ लिखी है? जी आमर भाई, उनको बात करने दें। वो हमने कई दफ़ा इस तरह की बातें उनके सामने रखी हैं कि उन्होंने तौहीन अमेज़ बातें नबी पाक की तरफ मंसूब की हैं। वो उसवा हसना नहीं है, वो सिर्फ़ अपने लिए राह खोला है कि जिस तरह का मैं हूँ इसी तरह के माज़ अल्लाह नबी पाक थे। ਜਿਹੜੀ ਮੈਂ ਤਜਵੀਜ਼ ਪੇਸ਼ ਕੀਤੀ ਉਹਦਾ ਜਵਾਬ ਪਹਿਲਾਂ ਮੈਨੂੰ ਲੈ ਦੇਵੇ यार उन्होंने दिल करेगा दे देंगे जवाब। उसका एतराज़ात का जवाब ऐसा नहीं है, एतराज़ हमने करने ना ही हमारा वो बनता है ना हम करते हैं, हम तो उसका जवाब ही देने की कोशिश करते हैं अपनी कैपेसिटी में। मतलब अहमदी भी हमें लोगों को जवाब देने पड़ते हैं कि जो अहादीस लिख दी गई हैं ऑलरेडी, उनके ऊपर अगर किसी को कोई एतराज़ करेगा तो उसको जवाब भी देना पड़ेगा, ठीक है। तो वो हमारा काम नहीं है एतराज़ उठाना, तो ये आप शायद गलत समझ गए हैं नजम साहब। बाकी अगर जो तहरीरात पे आपको एतराज़ात होते हैं वो तो दिए तो जा रहे हैं, लेकिन अब कोई ऐसा एतराज़ हो जिसका जवाब अब मतलब आई डोंट नो, आई अंडरस्टैंड आपको लगता है कि हम जब पीछे से कंपेयर करते हैं तो गलत है, तो फिर बस सही है। फिर तहरीर के बारे में आप क्या कह सकते हैं? अब ये जो एक दो बातें बताई हैं मुकर साहब ने, वो मैं जाके पता करता हूँ उसके बारे में क्या कहा गया था और इसके बारे में क्या हमारा मौक़िफ़ है। और भी बहुत सारी बातें हैं, एक बात तो नहीं है, और भी बहुत सारी बातें हैं नबी पाक की तरफ मंसूब की गई हैं, लेकिन वो बातें तौहीन करने के लिए, मसलन ये कहते हैं आपके भाई कहते हैं हमारे पास हवाला मौजूद है, देंगे, आमर मुंह काला करवाए। मैंने कहा लाओ मैं सबके सामने मेरा मुंह काला किया जाए, मेरे गले में रस्सा डाल के खींचा जाए। रूहानी खज़ाइन जिल्द 21 सफ़ा 249 लिखा हुआ है, मोतबर तफसीरों में दर्ज है, मोतबर तफसीरों में लिखा हुआ है कि जब ये आयत नाज़िल हुई सयुहज़मुल जम्अ व युवल्लून अद-दुबुर, तो नबी अलैहिस्सलाम ने फरमाया मैं नहीं जानता ये पेशगोई किस मौके पर। झूठ है, ये नबी पाक की तौहीन करने के लिए बातें इसलिए लिखी गई हैं ताकि नबी पाक का कद नीचे किया जाए, उनके मतलब ये ख्यालात लोगों के ज़हन में डाले जाएं कि नबी पाक को भी पता नहीं चलता था कि ये कुरान की आयत है सयुहज़मुल जम्अ व युवल्लून अद-दुबुर, तो ये किस मौका के लिए नाजिल हुई है, सिर्फ तौहीन करने के लिए लिखी है। इल्ज़ाम लगा दिया मोतबर तफसीर। कौन सी मोतबर तफसीर में लिखा हुआ है? वो कहता तफसीर हमारे पास है, जाएँ अभी जाएँ उनके पास, उनको कहें लाएँ वो तफसीर, मैं लेके जाता हूँ, मैं अमर का मुंह काला कर कर आऊँगा, या कम से कम रोला तो डाल के आऊँगा ना कि ये रही तुम्हारी मौत में तफसीर में बात लिखी हुई। नहीं पेश कर सकते, सिर्फ नबी पाक की तौहीन करने के लिए बातें। अच्छा, वो आपने आपने कभी कोशिश की थी किसी तफसीर ढूंढने की या कुछ ऐसा हिसाब किताब? थोड़ी सी आजकल टेक्नोलॉजी इतनी ज़्यादा है, मिल जानी चाहिए ऐसी बात, तो आपने कोशिश की थी ढूंढने की? तफसीर तो बहुत ज़्यादा है ना उसमें। आप कौन सी तफसीर ढूंढने की? नहीं, यही आपने तहरीर पढ़ी है ना, उसके बाद आपने कहा कि मुझे बताएं कौन सी तफसीर में ये बात लिखी है, तो आपने ढूंढने की कोशिश की थी कि ये कहाँ होगी, क्योंकि तफसीर मतलब हज़ारों की। हाँ जी, हमने बहुत ढूंढी है, बड़ी बड़ी तफसीरें वही हैं। तफसीर सादी होगी, तफसीर जलालैन होगी, तफसीर
होगी, कुर्तुबी होगी, तफसीर इब्न कसीर होगी, ये तफसीरें बड़ी बड़ी हैं, मोतबर तफसीरें, इनमें से किसी तफसीर में ये बात नहीं लिखी, बिल्कुल गलत बात है। और नबी पाक इस तरह कभी भी नहीं आपने फरमाया कि ये कुरान की आयत मुझ पर नाजिल हुई है पर मैं नहीं जानता इसका मानी क्या है। नबी पाक ने कभी भी नहीं फरमाया। या तो वो आयत वैसे ही बय्यन होती थी सहाबा पर, बिल्कुल अया होती थी, सहाबा जान रहे, समझ रहे। अगर किसी को समझ नहीं आई, सहाबा पूछते थे, नबी पाक बयान कर देते थे। कई दफ़ा ऐसे भी हुआ, वो अब्दुल्ला बिन सलाम आए थे, यहूदी राहब थे, उन्होंने कहा या रसूलल्लाह ये कुरान की आयत जो इत्तखज़ू अहबारहुम व रहबानहुम अरबाबम मिन दूनिल्लाह, ये वाली आयत जो है, इसमें अल्लाह ताला कहता है कि इन्होंने अपने अहबार और रहबान को खुदा बना लिया, तो मुझे समझ नहीं आई है, मैं यहूदी राहब था, मुझे तो नहीं किसी ने खुदा बनाया हुआ था। तो नबी पाक ने समझा दिया कि इसका मानी क्या है, इसका मतलब क्या है, कि जो वो तुम्हें हलाल और हराम जो तुम कर देते थे वही कौम कबूल करती थी। कहते हैं हाँ, नबी पाक ने फरमाया ये खुदा का हक है, हलाल को हलाल, हराम को हराम करना ये अल्लाह का हक है, अल्लाह के अलावा किसी नबी का हक भी नहीं है। राहब और मादरत सॉरी आधा उसमें लिखी है जिस जो इनकी नजर में मोतबर नहीं है, 1122 कह रहे हैं, ले आगे ला थले कह रहा है इसमें लिखी है जो इनके लिए मोतबर नहीं है। ओ भाई लगा दो ना, लगा दो, जाके अपनी ब्राड पे लगा दो, अगर लगानी है तो। हमें कोई मतलब है कि डर तो नहीं है ना, इधर आके लगानी है, इधर आके लगा दो। नजफ अब्बास साहब अगर ला दी ਤੇ ਫਿਰ ਮੂੰਹ ਕਾਲਾ ਕਰਾਓਗੇ ਆਪਣਾ? ਕਰਾਂਗੇ ਲਿਆਓ ਤੁਹਾਡੀ ਨਜ਼ਰ 'ਚ ਉਹ ਮੋਤਬਰ ਹੋਈ ਨਾ ਹੋਈ ਇਹਦਾ ਕੋਈ ਤੁਸੀਂ ਇੱਥੇ ਹੀ ਲਾਓ, ਵੇਖ ਲੈਣੇ ਨਾ। ਸੁਣ ਲਓ ਨਜਫ ਅब्बास साहब ਨੇ ਹੁਣੇ ਕਿਹਾ ਹੈ ਭਾਈ ਤਫਸੀਰ ਹੋਏਗੀ, ਜਮਾਤੇ ਕਾਦੀਆਨ ਦੀ ਤਫਸੀਰ ਨਹੀਂ ਪੇਸ਼ ਕਰਦੇ, ਇਹ ਗੱਲ ਯਾਦ ਭਾਈ ਜਮਾਤੇ ਕਾਦੀਆਨ ਉਸ ਤੋਂ ਬਾਅਦ ਬਣੀ ਹੈ, ਕੀ ਹੋ ਗਿਆ ਜੇ? ਜਮਾਤੇ ਕਾਦੀਆਨ ਉਸ ਤੋਂ ਬਾਅਦ ਬਣੀ ਹੈ ਉਹ ਭਾਈ, ਜਮਾਤੇ ਕਾਦੀਆਨ ਉਸ ਤੋਂ ਬਾਅਦ ਬਣੀ ਹੈ। ਮੋਤਬਰ ਤਰੀਨ ਤੁਹਾਡੇ ਵਾਸਤੇ ਹੋਏ ਨਾ ਹੋਏ, ਠੀਕ ਹੈ, ਤਫਸੀਰ ਹੋਏਗੀ ਜਿਹੜੀ ਵੀ ਲੱਭੀ ਅਗਰ ਉਹਦੇ ਚ ਲਿਖਿਆ ਹੋਇਆ 313 ਬਹਿਰੀਨ ਸਾਹਿਬ ਤੁਸੀਂ ਅਮਨ ਨਜ਼ੀਰ ਦਾ ਮੂੰਹ ਕਾਲਾ ਕਰਾਓਗੇ? ਕਰਾਂਗੇ ਓਪਨ ਆਈ ਸਾਹਿਬ ਸੁਣ ਲਿਆ ਜੇ, ਜਿਹੜੀ ਵੀ ਤਫਸੀਰ ਲੱਭੇ ਅਗਰ ਉਹਦੇ ਚ ਲਿਖਿਆ ਹੋਏ, ਠੀਕ ਹੈ, ਅਮਨ ਨਜ਼ੀਰ ਸਾਹਿਬ ਆਪਣਾ ਮੂੰਹ ਕਾਲਾ ਕਰਨਗੇ। ਜਿਹੜੀ ਗੱਲ ਮਿਰਜ਼ਾ ਸਾਹਿਬ ਲਿਖੀ ਹੈ ਨਾ, ਜਿਹੜੀ ਗੱਲ ਮਿਰਜ਼ਾ ਸਾਹਿਬ ਲਿਖੀ ਉਹ ਗੱਲ ਬਣੀ ਜਾਏ। ਸੁਣ ਲਓ ਵੇਖੋ ਨਾ, ਮਿਰਜ਼ਾ ਸਾਹਿਬ ਨੇ ਅਲਫਾਜ਼ ਨਹੀਂ ਲਿਖੇ, ਮਿਰਜ਼ਾ ਸਾਹਿਬ ਨੇ ਮਫਹੂਮਨ ਵੀ ਗੱਲ ਲਿਖੀ ਹੋਏਗੀ, ਗੱਲ ਉਹੀ ਹੋਏਗੀ ਜਿਹੜੀ ਮਿਰਜ਼ਾ ਸਾਹਿਬ ਨੇ ਲਿਖੀ ਹੈ, ਉਹੀ ਉਸੇ ਤਫਸੀਰ 'ਚ ਲਿਖੀ ਹੋਏਗੀ। ਹਾਂ ਉਹੀ ਗੱਲ ਜੋ ਮਿਰਜ਼ਾ ਸਾਹਿਬ ਨੇ ਤੁਹਾਡੀ ਕਿਤਾਬ 249 ਸਾਲ ਪਹਿਲਾਂ ਖੋਲ ਲਿਓ, ਜਿਲਦ ਨੰਬਰ 21 ਕੋਈ ਮਸਲਾ ਨਹੀਂ, 249 ਸੁਣ ਤੇ ਲੋ ਨਾ, ਮੈਂ ਕੋਈ ਗੱਲ ਤੇ ਨਹੀਂ ਕੱਢਣ ਲੱਗਿਆ ਯਾਰ, ਸੋੜੇ ਕਿਉਂ ਪੈਣ ਲੱਗੇ? ਜਿਲਦ ਨੰਬਰ 21 249 ਸਫਾ ਖੋਲ ਕੇ ਪਹਿਲਾਂ ਪੜ੍ਹ ਲਓ ਮਿਰਜ਼ਾ ਸਾਹਿਬ ਨੇ ਲਿਖਿਆ ਕੀ ਹੈ। ਜੋ ਮਿਰਜ਼ਾ ਸਾਹਿਬ ਨੇ ਲਿਖਿਆ ਤੁਸੀਂ ਉਹ ਬਹਾਨਾ ਹੈ, ਉਹ ਤੁਸੀਂ ਲੈ ਉਹ ਵਹਾ ਦਿਓ, ਹੁਣ ਵਹਾ ਦਿਓ, ਇੱਥੇ ਤੁਹਾਡੇ ਸਾਹਮਣੇ ਮੂੰਹ ਕਾਲਾ ਕਰਾਂ। ਜਦੋਂ ਕਿਸੇ ਦਾ ਹਵਾਲਾ ਦੇਈਦਾ ਨਾ, ਸੁਣ ਲਓ ਜਦੋਂ ਕਿਸੇ ਚੀਜ਼ ਦਾ ਹਵਾਲਾ ਦੇਈਦਾ ਨਾ, ਉਹਦੇ ਅਲਫਾਜ਼ ਕੋਟ ਕਰੀਦੇ ਕੀਤੇ ਜਾਂਦੇ ਨੇ, ਤੇ ਜਦੋਂ ਦੱਸਿਆ ਜਾਂਦਾ ਨਾ ਕਿ ਇਹ ਚੀਜ਼ ਉੱਥੇ ਲਿਖੀ ਹੈ, ਠੀਕ ਹੈ, ਤੇ ਉਹ ਮਫਹੂਮਨ ਬਿਲ ਮੈਨੀ ਵੀ ਲਿਖੀ ਜਾ ਸਕਦੀ ਹੈ, ਮਫਹੂਮਨ ਵੀ ਲਿਖੀ ਜਾ ਸਕਦੀ ਹੈ, ਦੋ ਤਿੰਨ ਹੋਰ ਤਰੀਕੇ ਵੀ ਹੋ ਸਕਦੇ ਨੇ ਜਿਨ੍ਹਾਂ ਤੇ ਨਾਲ ਲਿਖੀ ਜਾ ਸਕਦੀ ਹੈ, ਠੀਕ ਹੈ। ਅਗਰ ਹਾਂ ਤੇ ਚਲੋ ਤੁਸੀਂ ਇੰਜ ਕਰ ਲਓ ਜਨਾ 1122 ਸਾਹਿਬ, ਮੈਂ ਤੁਹਾਨੂੰ ਸੇਵ ਰਸਤਾ ਦੇਣਾ ਇਸ ਚੀਜ਼ ਤੋਂ, ਇੱਕ ਮੈਂ ਸੇਵ ਰਸਤਾ ਤੁਹਾਨੂੰ ਦੇ ਲਗਾ, ਤੇ ਮੈਂ ਕੱਲ ਦਾ ਲੈ ਕੇ ਰੱਖਿਆ। ਜੋ ਕੁਝ ਤੁਹਾਡੇ ਕੋਲ ਹੈ ਨਾ ਇਮਤਿਆਜ਼ ਸਾਹਿਬ, ਜੋ ਕੁਝ ਵੀ ਤੁਹਾਡੇ ਕੋਲ ਹੈ ਤੁਸੀਂ ਪੇਸ਼ ਕਰ ਦਿਓ, ਪੇਸ਼ ਕਰ ਦਿਓ। ਪੇਸ਼ ਕਰ ਦਈਏ, ਪੇਸ਼ ਕਰਨ ਦੋ ਹਵਾਲੇ ਨੇ ਮੇਰੇ ਕੋਲ, ਮੈਂ ਦੋਵੇਂ ਤੁਹਾਨੂੰ ਹੁਣੇ ਪੇਸ਼ ਕਰ ਦੇਣਾ ਮਿਸਾਲ ਦੇ ਤੌਰ ਤੇ, ਠੀਕ ਹੈ, ਦੋਵੇਂ ਕਰ ਦਿਆਂਗਾ, ਤੁਸੀਂ ਫੇਰ ਦੌੜ ਜਾਓਗੇ, ਤੁਸੀਂ ਆਖੋਗੇ ਨਹੀਂ ਫਿਰ ਅਸੀਂ ਕਿਉਂ ਮੂੰਹ ਕਾਲਾ ਕਰਾਵਾਂਗੇ ਜੀ? ਇਮਤਿਆਜ਼ ਸਾਹਿਬ ਫਿਰ ਪਹਿਲਾਂ ਮੇਰਾ ਮੂੰਹ ਕਾਲਾ ਕਰ ਲਓ। ਵੈਸੇ ਯਕੀਨ ਮੰਨੋ ਮੂੰਹ ਕਾਲਾ ਉਹਦੀ ਹੋ ਜਾਂਦਾ, ਤੇ ਜਦੋਂ ਬੰਦਾ ਆਪਣੀ ਗੱਲ ਤੋਂ, ਆਪਣੇ ਸਵਾਲ ਤੋਂ, ਆਪਣੀ ਰੱਖੀ ਡਿਮਾਂਡ ਤੋਂ ਮੁੱਕਰ ਜੇ, ਜਿਹੜਾ ਮੁੱਕਰ ਜੇ ਉਹਦੇ ਤੇ ਅੱਲਾ ਦੀ ਲਾਨਤ ਹੋਵੇ। ਹਾਂ ਤੇ ਮੁੱਕਰ ਤੇ ਗਏ ਹੋ, ਕਿਸ ਤਰ੍ਹਾਂ ਮੁੱਕਰ ਗਿਆ ਮੈਂ? ਤੁਸੀਂ ਆਖਿਆ ਨਹੀਂ, ਪਹਿਲਾਂ ਤੁਸੀਂ ਆਖਿਆ ਜੀ ਮੈਨੂੰ ਸਿਰਫ ਮੋਤਬਰ ਤੋਂ ਚਾਹੀਦੀ ਹੈ, ਉਧਰ ਮੈਂ ਤੁਹਾਨੂੰ ਆਖਿਆ ਭਾਈ ਇਹ ਮੋਤਬਰ ਤੁਹਾਡੇ ਵਾਸਤੇ ਮੋਤਬਰ ਹੋਏ ਨਾ ਹੋਏ, ਠੀਕ ਹੈ, ਉਹ ਅਲੱਗ ਗੱਲ ਹੈ। ਹੁਣ ਆਖਿਆ ਚਾਰ ਤਫਸੀਰਾਂ ਦਾ ਨਾਮ ਲਿਆ। ਉਹ ਸਰ ਮੈਂ ਹੁਣ ਵੀ ਪਿਆ ਕਹਿਣਾ, ਤੁਸੀਂ ਮੋਤਬਰ ਛੱਡ ਕੇ ਗੈਰ ਮੋਤਬਰ ਲੈ ਆਵੋ, ਜੋ ਕੁਝ ਮਿਰਜ਼ਾ ਸਾਹਿਬ ਲਿਖਿਆ ਹੈ ਨਾ ਉਹ ਵਹਾਣਾ ਜੇ ਬਸ, ਠੀਕ ਹੈ। ਗੱਲ ਇਹ ਵੇ ਕਿ ਅੱਜ ਓਪਨ ਆਈ ਸਾਹਿਬ ਜਿਸ ਟਾਈਮ ਬਰਾੜ ਲਾਉਂਦੇ ਨੇ ਨਾ, ਜਿਸ ਟਾਈਮ ਵੀ ਬਰਾੜ ਲਾਉਂਦੇ ਨੇ, ਉਹ ਲਾਈਵ ਤੇ ਆ ਕੇ ਤੇ ਹਵਾਲੇ ਲੈ ਲੈ ਦੋਵੇਂ, ਠੀਕ ਹੈ, ਠੀਕ ਹੈ ਜੀ। ਇੱਥੇ ਕੀ ਖਤਰਾ ਜੇ? ਨਹੀਂ ਓਪਨ ਆਈ ਦੀ ਬਰਾੜ ਹੀ ਹੁਣ ਆਪਣੇ ਭਰਾ ਦੀ ਬਰਾੜ ਚਲਾਉਣੀ, ਉੱਥੇ ਮਰੋੜਾ ਦੇਰ ਕੇ
ਪੇਸ਼ ਕਰਨੀ ਤੇ ਜੇ ਆਪਣੇ ਭਰਾ ਦੀ ਵੀ ਤੇ ਬਰਾੜ ਚਲਾਣੀ ਉੱਥੇ ਉਹਨੂੰ ਮਰੋੜਾ ਦੇ ਕੇ ਪੇਸ਼ ਕਰਨੀ ਜੇ ਸੱਚੀ ਗੱਲ ਹੋਵੇ ਤੇ ਇੱਥੇ ਸਾਡੇ ਸਾਹਮਣੇ ਮਰੋੜਾ ਨਹੀਂ ਦਿੰਦੇ ਤੁਸੀਂ ਆ ਜਿਓ ਬਹਰਹਾਲ ਮੂੰਹ ਵੀ ਲਾਏ ਤੇ 313 ਬਰੀਨ ਸਾ ਕਾਲਕ ਤੁਸੀਂ ਲਾਏ ਇਹਨੇ ਕਰਨਾ ਸੈਫੀ ਵਾਲਾ ਕੰਮ ਮੈਂ ਉਹਨਾਂ ਦੀ ਬਰਾੜ ਬੰਦ ਕਰਵਾ ਦਿੱਤੀ ਇਹਨੇ ਇਹ ਕੰਮ ਯਾਰ ਕੋਈ ਨਹੀਂ ਬਹਰਹਾਲ ਇੱਕ ਗੱਲ ਦਾ ਮੈਨੂੰ ਬੜਾ ਅਫਸੋਸ ਹੋਇਆ ਅਮਨਜੀਤ ਸਾਹਿਬ ਘੁਟਨੇ ਤੇ ਗਏ ਹੋ ਠੀਕ ਹੈ ਨਾਸਰ ਬੱਟ ਸਾਹਿਬ ਦੇ ਸਾਹਮਣੇ ਠੀਕ ਹੈ ਤੁਸੀਂ ਖੁਦ ਹੀ ਕਹਿ ਕੇ ਕਿ ਮੈਨੂੰ ਲਾਓ 365 ਦਿਨ ਲਾਓ ਰਾਤ ਫਿਰ ਨਾਲ ਤੁਸੀਂ ਬੱਚਿਆਂ ਨੂੰ ਕਹਿਣ ਲੱਗ ਪਏ ਸੋ ਅਗਰ ਤੁਸੀਂ ਸਵੇਰੇ ਲਾਈ ਮੈਂ ਤੁਹਾਡੇ ਨਬੀ ਵੀ ਲਾਵਾਂਗਾ ਮੈਂ ਤੁਹਾਡੇ ਇਹ ਕਰਾਂਗਾ ਉਹ ਕਰਾਂਗਾ ਤੇ ਫਿਰ ਇਹ ਅਸੂਲ ਜਿਹੜਾ ਅਸੂਲ ਤੁਸੀਂ ਨਾਸਰ ਬੱਟ ਤੇ ਅਪਲਾਈ ਕੀਤਾ ਹੈ ਸੁਣ ਲਓ ਉਹ ਸ਼ਾਹਦ ਤੇ ਵੀ ਅਪਲਾਈ ਕਰੋ ਨਾ ਸ਼ਾਹਦ ਤੇ ਅਪਲਾਈ ਕਰੋ ਹਾਂ ਕਾਸ਼ ਮਲਕ ਤੇ ਅਪਲਾਈ ਕਰੋ ਹਾਂ ਸੁਣੋ ਸਹੀ ਨਾ ਮੈਂ ਹੁਣ ਵੀ ਅੱਲਾ ਦੀ ਕਸਮ ਅਬਦੁਰ ਰਹਿਮਾਨ ਤੇ ਅਪਲਾਈ ਕਰੋ ਹਾਂ ਮੇਰੀ ਗੱਲ ਸੁਣ ਲਓ ਨਾ ਮੇਰੀ ਗੱਲ ਹੁਣ ਜਵਾਬ ਤੇ ਸੁਣ ਲਓ ਨਾ ਮੈਂ ਹੁਣ ਵੀ ਅੱਲਾ ਦੀ ਕਸਮ ਖਾ ਕੇ ਕਹਿਣਾ ਕਿ ਮੈਂ ਅੱਲਾ ਵਾਹਦਹੁ ਲਾ ਸ਼ਰੀਕ ਨੂੰ ਗਵਾਹ ਕਰਕੇ ਕਹਿਣਾ ਕਿ ਮੈਨੂੰ ਇਹਦੇ ਤੇ ਫਖਰ ਹੈ ਅੱਲਾ ਦੀ ਕਸਮ ਮੈਨੂੰ ਇਹਦੇ ਤੇ ਫਖਰ ਹੈ ਤੁਸੀਂ ਜ਼ਰੂਰ ਲਾਓ ਫਿਰ ਬੱਚਿਆਂ ਨੂੰ ਰੋਣ ਕਿਉਂ ਲੱਗ ਪਏ ਸੋ ਉਹ ਸੁਣ ਤੇ ਲੋ ਨਾ ਇਹ ਮੁੰਡਿਆਂ ਨੇ ਮੈਨੂੰ ਗੁੱਸਾ ਦਵਾਇਆ ਇਹ ਮੁੰਡੇ ਜਜ਼ਬਾਤੀ ਹੋਣ ਲੱਗੇ ਨੇ ਇਹ ਪਿਆਰ ਕਰਦੇ ਨੇ ਮੇਰੇ ਨਾਲ ਤੇ ਇਹ ਰੋਜ਼ ਲੜਦੇ ਨੇ ਆਉਂਦੇ ਨੇ ਵੇਖ ਤੇਰੀ ਤਸਵੀਰ ਇਧਰੋਂ ਆਉਂਦਾ ਮੈਸੇਜ ਅੱਛਾ ਇਹਨਾਂ ਨੂੰ ਆਖੋ ਪਿਆਰ ਉਦੋਂ ਕਿਤੇ ਜਾਂਦਾ ਜਦੋਂ ਹਾਜੀ ਅਬਦੁਰ ਰਹਿਮਾਨ ਟੰਗ ਕੇ ਬੈਠਾ ਹੈ ਆਕਾਸ਼ ਮਲਕ ਟੰਗ ਕੇ ਬੈਠਾ ਪਿਆਰ ਉਦੋਂ ਕਿੱਥੇ ਜਾਂਦਾ ਬਹਰਹਾਲ ਮੈਂ ਤੁਹਾਨੂੰ ਕਹਿਣਾ ਕਿ ਮੈਂ ਤੇ ਚਾਹਨਾ ਤੁਸੀਂ ਮੇਰੀ ਤਸਵੀਰ ਲਾ ਕੇ ਰੱਖੋ ਮੇਰੇ ਵੱਲ ਫਖਰ ਹੈ ਫੈਜ਼ 1 to 1 ਨੇ ਵੀ ਲਾਈਵ ਲਾਈ ਸੀ 2 ਘੰਟੇ ਲੇਕਿਨ ਜੇ ਇਹਨਾਂ ਨੂੰ ਗੁੱਸਾ ਚੜੇ ਮੇਰੀ ਗੱਲ ਤਾਂ ਸੁਣ ਲਓ ਨਾ ਜੇ ਇਹਨਾਂ ਨੂੰ ਗੁੱਸਾ ਚੜੇ ਅਸੀਂ ਕੋਈ ਰਿਐਕਟ ਕਰੀਏ ਉਹਦਾ ਇਹ ਨਹੀਂ ਮਤਲਬ ਕਿ ਮੈਨੂੰ ਖੁਸ਼ੀ ਨਹੀਂ ਰਹੀ ਨਹੀਂ ਗੁੱਸਾ ਮਾੜੇ ਥਾਂ ਉਹ ਨਾ ਉਹ ਜਿਹੜੇ ਬੱਟ ਦੀ ਗੱਲ ਸੁਣਾਈ ਸਾਜੇ ਸਵੇਰੇ ਆਪਣੇ ਯਾਰ ਦੀ ਸੁਣ ਲਓ ਮਾੜੇ ਦੀ ਗੱਲ ਸੁਣਾਈ ਹੈ ਨਾ ਹੁਣ ਦੱਸੋ ਕਿ ਜਾਓ ਹਾਂ ਫੈਜ਼ 1 to 1 ਦਾ ਹੀ ਅਸੂਲ ਅਪਲਾਈ ਕਰਕੇ ਵੇਖੋ ਫੈਜ਼ 1 to 1 ਯਾਰ ਉਹਨਾਂ ਨੂੰ ਅਸੀਂ ਮੇਰੀ ਗੱਲ ਹਾਜੀ ਅਬਦੁਰ ਰਹਿਮਾਨ ਤੇ ਵੀ ਅਸੂਲ ਅਪਲਾਈ ਕਰਕੇ ਵੇਖੋ ਹਾਂ ਯਾਰ ਤੁਸੀਂ ਇਹ ਕੈਸੀ ਸਰ ਤੁਸੀਂ ਡਰ ਗਏ ਹੋ ਮਨ ਜੋ ਹਾਂ ਡਰ ਗਏ ਹੋ ਕੀ ਹੋ ਗਿਆ ਉਹਨੂੰ ਕਿਆ ਹੋਣ ਲਾ ਦੇ ਆਹ ਮੇਰੀ ਗੱਲ ਸੁਣੋ ਗਿਆ ਤੇ ਨਾਲ ਹੀ ਰਾਤੀ ਫਿਰ ਰੋਣ ਲੱਗ ਪਿਆ ਲਾਂ ਤੇ ਡਿਆ ਸੀ ਗੱਲ ਸੁਣੋ ਹਰ ਰੋਜ਼ ਹੀ ਲੱਗਣ ਡਈ ਸੀ ਨਾ ਇਮਤਿਆਜ਼ ਸਾਹਿਬ ਪੂਰੇ ਸਾਲ ਦੀ ਲੱਗਣ ਲੱਗੀ ਇਹ ਹੁਣ ਇਸ ਹਫਤੇ ਦੀ ਨਹੀਂ ਲੱਗੀ ਇਸ ਹਫਤੇ ਤੇ ਸਿਰਫ ਉਹ ਅਸਦ ਨੂੰ ਜ਼ਿਆਦਾ ਦਰਦ ਹੋਈ ਹੈ ਤੇ ਮੈਨੂੰ ਉਹਦਾ ਪਿਆਰ ਆਇਆ ਮੈਂ ਕਿਹਾ ਵੀ ਉਹ ਮੁੰਡਾ ਫੜਕਣ ਲੱਗੇ ਹੈ ਮੇਰੀ ਵਜ੍ਹਾ ਤੋਂ ਤੇ ਮੈਂ ਕਿਹਾ ਮੈਂ ਇਹਨਾਂ ਦੀ ਐਸੀ ਦੀ ਤੈਸੀ ਕਰ ਦਿਆਂਗੇ ਮੁੰਡਾ ਨਹੀਂ ਫੜਕਣ ਲੱਗਿਆ ਸਾਲ ਦੀ ਲੱਗਣ ਲੱਗੀ ਹੈ ਅੱਛਾ ਸਿਰਫ ਨਹੀਂ ਲੱਗੀ ਤਸਵੀਰ ਨਹੀਂ ਨਾਲੇ ਆਮਰ ਭਾਈ ਫੜਕਣ ਤੇ ਲੱਗੀ ਏ ਇਸ ਟਾਈਮ ਨਾਸਰ ਬੱਟ ਨੂੰ ਫੜਕਣ ਉਹਨੂੰ ਲੱਗੀ ਏ ਨਾਸਰ ਬੱਟ ਨੂੰ ਭਾਈ ਨਹੀਂ ਮੈਂ ਤੁਸੀਂ ਨਬੀਆਂ ਨੂੰ 365 ਦਿਨ ਉਹਨੇ ਲਾਣੀ ਸੀ ਉਹਨੂੰ ਕਹਿਣਾ ਸੀ ਜੁਰਤ ਕਰ ਹੋਣ ਲਾਵੇ ਨਜਫ ਮੈਂ ਦੱਸਣਾ ਵਾ ਉਹ ਆਕਾਸ਼ ਮਲਕ ਹੋਵੇ ਜਾਂ ਫੈਜ਼ 1 to 1 ਹੋਵੇ ਜਾਂ ਸ਼ਾਇਦ ਹੋਵੇ ਉਹਨਾਂ ਨੂੰ ਅਗਰ ਅਸੀਂ ਆਖੀਏ ਨਾ ਕਿ ਵੀ ਇਹ ਅਸੂਲ ਤੁਹਾਡੇ ਤੇ ਅਪਲਾਈ ਹੁੰਦਾ ਹੈ ਤੇ ਉਹ ਬਿਲਕੁਲ ਜਵਾਬ ਦਿੰਦੇ ਨੇ ਕਿ ਹਾਂ ਜਾਓ ਲਾਓ ਜਿਹਦੀ ਟੰਗਣੀ ਜੇ ਟੰਗ ਲਓ ਇਹੀ ਸਵਾਲ ਬਹਿਰੀਨ ਨੇ ਪੁੱਛਿਆ ਸੀ ਨਾਸਰ ਬੱਟ ਕੋਲ ਨਾਸਰ ਬੱਟ ਦਾ ਅਗਰ ਪਿਓ ਇੱਕ ਹੈ ਨਾ ਨਾਸਰ ਬੱਟ ਦਾ ਅਗਰ ਪਿਓ ਇੱਕ ਹੈ ਤੇ ਆਖੇ ਠੀਕ ਹੈ ਜੀ ਇਹ ਅਸੂਲ ਮੇਰੇ ਵੀ ਅਪਲਾਈ ਹੁੰਦਾ ਹੈ ਆਖੇ ਹਾਂ ਗਾਲਾਂ ਨਾ ਕੱਢੋ ਜਵਾਬ ਦੇ ਦੇਵੇ ਕਿ ਅਸੂਲ ਉਹਦੇ ਤੇ ਅਪਲਾਈ ਹੁੰਦਾ ਹੈ ਦੇਣ ਲੱਗਾ ਸੁਣੋ ਅਬੂ ਬਕਰ ਮੀਰ ਸਾਹਿਬ ਅਗਰ ਨਾਸਰ ਬੱਟ ਨੇ ਪਹਿਲੀ ਗੱਲ ਤੇ ਲਾਈ ਕੋ ਨਹੀਂ ਸੀ ਉਹ ਲਾਈ ਸੀ ਫਾਈਟਰ ਨੇ ਸੁਣ ਲਓ ਯਾਰ ਹੁਣ ਮੇਰੀ ਗੱਲ ਅਬੂ ਬਕਰ ਮੀਰ ਦੀ ਗੱਲ ਦਾ ਤਾਂ ਜਵਾਬ ਦੇਣ ਦਿਓ ਅਬੂ ਬਕਰ ਮੀਰ ਦੀ ਗੱਲ ਦਾ ਸਿਰਫ ਜਵਾਬ ਦੇ ਰਹਿੰਦੇ ਹੋ ਫਿਰ ਮੈਂ ਤੁਹਾਨੂੰ ਦਾਦ ਦੇਣ ਲੱਗਾ ਦਾਦ ਲੈ ਲਓ ਪਹਿਲਾਂ ਮੈਂ ਕਿਹਾ ਤੁਹਾਨੂੰ ਮੈਂ ਦਾਦ ਦੇਣਾ ਵਾ ਕਿ ਤੁਸੀਂ ਜਿਨ੍ਹਾਂ ਨੇ ਘੁਟਨੇ ਟੇਕੇ ਨੇ ਉਹਨਾਂ ਦੀ ਤਰਫੋਂ ਆ ਕੇ ਤੁਸੀਂ ਸਾਨੂੰ ਪਿਆ ਕਹਿੰਦੇ ਹੋ ਕਿ ਅਸਾਂ ਘੁਟਨੇ ਟੇਕ ਬੜੇ ਬਈ ਬਹਾਦਰ ਕੋ ਸੁਣ ਨਹੀਂ ਮੈਂ ਅਬੂ ਬਕਰ ਮੀਰ ਦੀ ਗੱਲ ਦਾ ਜਵਾਬ ਦੇ ਦਿੰਦਾ ਅਬੂ ਬਕਰ ਚਲੋ ਉੱਠ ਕੇ ਸਲਵਾਰ ਚੁੱਕੀ ਉਹਨੇ ਅਗੇ ਕਿਸੇ ਨੂੰ ਦੱਸਿਆ ਤਾਂ ਮੈਂ ਸਾਰਿਆਂ ਨੂੰ ਦੱਸਦਾ ਯਾਰ ਮਾਈਕ ਕਿਉਂ ਲਾ ਲੇ ਜੇ ਮੈਂ ਤੇ ਉਹ ਮਾਈਕ ਕਿਉਂ ਲਾ ਲੇ ਜੇ ਗੱਲ ਤੇ ਕਰਨ ਦਿਓ ਉਸਤਾਦ ਗੱਲ ਕਰ ਰਹੇ ਆਰਾਮ ਨਾਲ ਗੱਲ ਹੋ ਯਾਰ ਮਾਈਕ ਕਿਉਂ ਲਾ ਲੇ ਜੀ ਕੀ ਹੋ ਗਿਆ ਜੀ ਆਰਾਮ ਨਾਲ ਅਬੂ ਬਕਰ ਮੀਰ ਜਿੱਦਣ ਤੁਹਾਡੇ ਉਸਤਾਦ ਮੋਹਤਰਮ ਨੇ ਇਹ ਗੱਲ ਆਖੀ ਸੀ ਨਾ ਠੀਕ ਹੈ ਕਿ ਬਈ ਜਣੇ ਦਾ ਪੁੱਤਰ ਬਣ ਤੇ ਫਿਰ 365 ਦਿਨ ਲਾ ਜੇ ਮੈਨੂੰ ਫਰਕ ਪੈ ਗਿਆ ਤੇ ਫੇਰ ਦੱਸੀ ਹੁਣ ਵੀ ਕਹਿ ਰਹੇ ਆ ਹੁਣ ਫਰਕ ਪੈ ਗਿਆ ਨਾ ਰਾਤੀ ਫਰਕ ਪੈ ਗਿਆ ਨਾ ਕੀ ਫਰਕ ਪੈ ਗਿਆ ਉਦੋਂ ਵੀ ਗੱਲ ਲਾਈ ਸੀ ਤੇ ਇਸੇ ਵਜ੍ਹਾ ਤੋਂ ਲਾਈ ਸੀ ਕਿ ਆਮਰ ਸਾਹਿਬ ਨੂੰ ਫਰਕ ਪਾ ਕੇ ਛੱਡਣਾ ਹੈ ਫਰਕ ਪੈ ਗਿਆ ਤੇ ਬਸ ਗੱਲ ਮੁੱਕ ਗਈ ਗੱਲ ਤੇ ਨਾਸਰ ਬੱਟ ਨੇ ਪੂਰੀ ਕੀਤੀ ਸੁਣੋ ਸਹੀ ਨਾ ਜਿਸ ਤਰ੍ਹਾਂ ਅੱਗੇ ਮੰਜੀ ਠੋਕਦੇ ਸੀ ਨਾ ਮਿਰਜ਼ਾ ਸਾਹਿਬ ਦੀ ਐਤਕੀ ਵੀ ਉਸੇ ਤਰ੍ਹਾਂ ਠੁੱਕੇ ਦੀ ਥੋੜਾ ਜਿਹਾ ਉਹਦੇ ਚ ਇਜ਼ਾਫਾ ਹੋਇਆ ਉਹ ਵੇਖ ਲਓ ਨਾ ਫਿਰ ਬਰਾਬਰ ਹੀ ਕੰਮ ਉਧਰੋਂ ਵੀ ਹੁੰਦਾ ਹੈ ਸੁਣੋ ਅੱਗੇ ਚੂਲ ਲਾਇਓ ਬਗੈਰ ਠੋਕਦੇ ਸੀ ਐਨਾ ਤੁਹਾਡੇ ਮੁਖਾਲਫ ਵੀ ਤੇ ਉਹੀ ਕੰਮ ਹੁੰਦਾ ਨਾ ਠੁੱਕਦੀ ਹੋਈ ਹੈ ਨਾ ਯਾਰ ਤੇ ਹੁਣ ਕਿਉਂ ਬਹਿ ਕਿਉਂ ਗਏ ਨੇ ਉਹਨਾਂ ਨੂੰ ਆਖੋ ਇਧਰੋਂ ਚੂਲ ਲਾ ਕੇ ਠੋਕਾਂ ਤੇ ਉਸੇ ਤਰ੍ਹਾਂ ਠੋਕਾਂ ਇਹ ਉਸ ਠੋਕਣ ਵਾਲੀ ਨਹੀਂ ਇਹ ਤੁਹਾਨੂੰ ਜਵਾਬ ਸੀ ਤੁਹਾਡੇ ਲਹਿਜੇ ਸੀ ਤੁਹਾਡੀ ਗੱਲ ਦਾ ਹੀ ਭਾਈ ਅਸੀਂ ਓਪਨ ਆਈਜ਼ ਨੇ ਬਰਾੜ ਲਾ ਲਈ ਹੈ
ਤੇ ਮੈਂ ਠੀਕ ਹੈ, ਤੁਸੀਂ ਉਧਰ ਚਲੇ ਜਾਵੋ। ਤਸਵੀਰਾਂ ਲਟਕਾਉਣ ਵਾਲਾ ਕੰਮ ਤੇ ਅਸੀਂ ਪਹਿਲੇ ਵੀ ਨਹੀਂ ਸਾਂ ਕਰਦੇ। ਅਸੀਂ ਪਹਿਲੇ ਵੀ ਤਸਵੀਰਾਂ ਲਟਕਾਉਣ ਵਾਲਾ ਕੰਮ ਨਹੀਂ ਸਾਂ ਕਰਦੇ। ਮਿਰਜ਼ਾ ਕਾਦੀਆਨੀ ਅਸੀਂ ਦਜਾਲ ਆਖਦੇ, ਉਹ ਰੋਕ ਕੇ ਵਹਾਓ। ਉਹ ਤੇ ਅਸੀਂ ਆਖਦੇ ਆ, ਉਹ ਤੇ ਸਾਡਾ ਇਮਾਨ ਦਾ ਹਿੱਸਾ ਹੈ। ਲੈ ਮਿਰਜ਼ਾ ਸਾਹਿਬ ਆ ਬਰਾਡਾ ਲਾਉਂਦੇ ਨੇ, ਉਹ ਤੇ ਅਦਾਲਤ ਨੇ ਆਖਿਆ ਤੇ ਫਿਰ ਉਹਨਾਂ ਆਖਿਆ ਕਿ ਮੈਂ ਨਹੀਂ ਜੀ ਹੁਣ ਇਲਾਮ ਪੇਸ਼ ਕਰਾਂਗਾ। ਉਹਦੇ ਦਾ ਬਾਪ ਬਰਾਡਾ ਲਾਉਂਦੇ ਰਹੇ ਨੇ। ਉਹਨੇ ਜੇ ਜਾ ਉੱਥੇ ਜਾ ਕੇ ਹਵਾਲਾ ਲੈ ਕੇ ਆ, ਕਹਿ ਰਿਹਾ ਮੈਂ ਉੱਥੇ ਹਵਾਲਾ ਦੇਣ ਲੱਗਾ। ਇਹ ਵੇਖੋ ਹਵਾਲਾ, ਮੇਰੀ ਗੱਲ ਸੁਣ ਲਓ। ਹਵਾਲਾ ਮੇਰੇ ਕੋ ਪਹਿਲੇ ਸੁਣ ਲਓ। ਇੱਥੇ ਮਿਰਜ਼ਾਈਆਂ ਨੇ ਹਵਾਲਾ ਤਾਂ ਨਹੀਂ ਦਿੱਤਾ, ਹਵਾਲਾ ਇਹ ਨਹੀਂ ਹੈ। ਹਵਾਲੇ ਦੇ ਵਿੱਚੋਂ ਗੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਆਓ ਮੇਰੇ ਕੋਲ ਐਡਵਾਂਸ ਰਿਕਾਰਡ ਕਰ ਲਓ ਮੇਰੀ ਗੱਲ। ਤੁਸੀਂ ਮੈਂ ਕਹਿ ਰਿਹਾ ਉਹ 70-80 ਸਵਾਲ ਤੇ ਮੇਰੇ ਕੋਲ ਲਿਖੇ ਪਏ ਨੇ ਨਾ ਕਿ ਜਨਾਬ ਇਹ ਇਤਰਾਜ਼ ਹੈ ਜਿਹੜਾ ਜੀ ਮਿਰਜ਼ਾ ਸਾਹਿਬ ਨੇ ਲਿਖਿਆ ਜੀ ਕਿ ਇੰਜੀਲ ਦੇ ਅੰਦਰ ਪੁਰਾਣੀ ਕਿਤਾਬਾਂ ਦੇ ਅੰਦਰ ਲਿਖਿਆ, ਬਲਕਿ ਨਾ ਲੈ ਕੇ ਯਾਜੂਜ ਮਾਜੂਜ ਲਿਖ ਕੇ ਈਸਾਈ ਕੌਮਾਂ ਨੇ। ਤੇ ਉੱਥੇ ਮੈਂ ਕਿਹਾ ਯਾਰ ਖਾਲਿਦ ਮਦਦ ਕਰ, ਖੋਲ ਕੇ ਦੇ ਮੈਨੂੰ ਕਿੱਥੇ ਲਿਖਿਆ। ਤੇ ਉੱਥੇ ਖਾਲੀ ਗੋਗ ਮਗੋਗ ਦਾ ਜ਼ਿਕਰ ਹੈ ਤੇ ਕਹਿੰਦੇ ਵੇਖ ਨਾ ਨਿਕਲ ਆਇਆ ਨਾ ਈਸਾਈ ਕੌਮਾਂ ਤੇ ਨਾ ਤੇ ਆ ਗਿਆ ਨਾ। ਮੈਂ ਕਿਹਾ ਤੇ ਉਹਨਾਂ ਨੇ ਇਹੋ ਜਿਹੇ ਮੇਰੇ ਕੋਲ 70 ਇਤਰਾਜ਼ ਲਿਖੇ ਪਏ ਨੇ। ਜੇ ਹੁਣ ਕਿਸੇ ਤਫਸੀਰ ਵਿੱਚੋਂ ਆਪਣੀ ਗੱਲ ਆਪਣਾ ਨਤੀਜਾ ਕੱਢ ਕੇ ਆਖਣਗੇ ਇਹ ਲੋ ਵਾਲਾ, ਇਹ ਜੇ ਵਾਲਾ ਕਰੋ ਆਮਰ ਦਾ ਮੂੰਹ ਕਾਲਾ, ਇਹ ਜੇ ਗੱਲ ਮੇਰੀ ਰਿਕਾਰਡ ਕਰ ਲਿਓ ਤੇ ਮੈਂ ਸੁਣਨਾ ਤੁਹਾਡੀ ਗੱਲ। ਇਹ ਵਾਲਾ ਪੈਦਾ ਹੀ ਨਹੀਂ ਹੋਇਆ। ਨਵੀਂ ਕੰਮ ਕਰਨ ਲੱਗੇ ਨੇ, ਇਹ ਤਾਂ ਪੁਰਾਣਾ ਕੰਮ ਹੈ। ਕੀ ਕਰਦਾ ਫਿਰ ਵਿਚਾਰਾ ਇੱਥੇ? ਤੁਸੀਂ ਮਾਈਕ ਲਾ ਕੇ ਤੇ ਉਹਦੇ ਮਗਰ ਖੱਤੇ ਪੈ ਗਏ। ਅੱਛਾ ਆਮਰ ਭਾਈ ਇੱਕ ਗੱਲ ਦੱਸ ਦਿਓ, ਮਿਰਜ਼ਾ ਸਾਹਿਬ ਆਪ ਬਰਾਡਾ ਲਾਉਂਦੇ ਸਨ ਤੇ ਅਦਾਲਤ ਦੇ ਕਹਿਣ ਤੇ ਕਿਉਂ ਬੰਦ ਕੀਤੀਆਂ ਸਨ? ਡਿਪਟੀ ਡਗਲਸ ਨੇ ਬੰਦ ਕਰਾਈਆਂ ਨੇ। ਇੱਕ ਡਿਪਟੀ ਡਗਲਸ ਨੇ ਬਰਾਡਾ ਬੰਦ ਕਰਵਾਈਆਂ ਨੇ, ਇੱਕ ਅਸਦ ਬਹਿਰੈਨ ਨੇ ਬੰਦ ਕਰਵਾਈਆਂ। ਡਿਪਟੀ ਡਗਲਸ ਤੋਂ ਬਾਅਦ ਇਹਨਾਂ ਨੂੰ ਨਵਾਂ ਡਗਲਸ ਟੱਕਰ ਗਿਆ।